ਹਾਂਜੀ ਆਇਓ ਵੀ ਤੇ ਆਪਾਂ ਮੇਰਾ ਖਿਆਲ ਸ਼ੁਰੂ ਕਰ ਲਈਏ। ਤੇ ਕੱਲ ਜਿੱਦਾਂ ਅਸੀਂ ਗੱਲਬਾਤ ਕੀਤੀ ਸੀਗੀ ਉਹਦੇ ਵਿੱਚ ਇੱਦਾਂ ਅਸੀਂ ਕਿਹਾ ਸੀਗਾ ਕਿ ਅੱਜ ਦੇ ਦਿਨ ਅਸੀਂ ਗੁਰਚਰਨ ਸਿੰਘ ਸਾਡੇ ਨਾਲ ਹੈਗੇ ਆ ਤੇ ਨੀਨਾ ਜੀ ਸਾਡੇ ਨਾਲ ਹੈਗੇ। ਇਹਨਾਂ ਦੋਹਾਂ ਨੇ ਸਾਨੂੰ ਥੋੜੀ ਜਿਹੀ ਇਨਫੋਰਮੇਸ਼ਨ ਦਿੱਤੀ ਸੀਗੀ ਕਿ ਜਿੱਦਾਂ ਨੀਨਾ ਜੀ ਹੈਗੇ ਆ, ਇਹ ਡਰਮਟੋਲੋਜੀ ਦੇ ਵਿੱਚ ਥੋੜਾ ਇਹਨਾਂ ਦੇ ਐਕਸਪੀਰੀਅੰਸ ਹੈਗਾ ਤੇ ਗੁਰਚਰਨ ਸਿੰਘ ਜੀ ਦਾ ਹੈਗਾ ਆਪਣੇ ਡਾਇਬੀਟੀਜ਼ ਤੇ। ਠੀਕ ਹੈ ਜੀ। ਤੇ ਆਪਣੇ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ ਤੇ ਉਹਦੇ ਨਾਲ ਅਸੀਂ ਇਹ ਦੱਸਣਾ ਜ਼ਰੂਰੀ ਸਮਝਦੇ ਆ ਵੀ ਇਹ ਇਹਨਾਂ ਦੇ ਆਪਣੇ ਵਿਚਾਰ ਆ। ਇਹਦੇ ਨਾਲ ਇਦਾਂ ਕੋਈ ਡਾਕਟਰੀ ਤੁਸੀਂ ਇਦਾਂ ਨਾ ਕਿਹੋ ਵੀ ਸ਼ਾਇਦ ਡਾਕਟਰੀ ਹੈਲਪ ਮਿਲੂਗੀ। ਜੇ ਤੁਹਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ ਨਾ, ਕੋਈ ਡਾਇਬੀਟੀਜ਼ ਦੀ ਜਾਂ ਹੋਰ ਸਕਿਨ ਪ੍ਰੋਬਲਮ ਹੋਵੇ, ਉਹ ਓਬਵੀਅਸਲੀ ਤੁਸੀਂ ਪਹਿਲਾਂ ਆਪਣੇ ਡਾਕਟਰਾਂ ਦੇ ਨਾਲ ਕੰਸਲਟ ਕਰਨਾ ਆ ਤੇ ਇੱਥੋਂ ਸਿਰਫ ਅਵੇਅਰਨੈਸ ਮਿਲਣੀ ਆ ਤੁਹਾਨੂੰ। ਤੇ ਜਿੱਦਾਂ ਵੀ ਇਹ ਦੱਸਣਗੇ ਤੇ ਉਹਨੂੰ ਤੁਸੀਂ ਆਪਣੇ ਏਦਾਂ ਦਿਮਾਗ 'ਚ ਰੱਖ ਕੇ ਤਾਂ ਬਾਕੀ ਜਿਹੜੀ ਸਾਰੀ ਕੋਈ ਪ੍ਰੋਬਲਮ ਹੋਵੇ ਤਾਂ ਉਹ ਤੁਸੀਂ ਆਪਣੇ ਡਾਕਟਰਾਂ ਦੇ ਨਾਲ ਕੰਸਲਟ ਕਰਨੀ ਆ। ਤੇ ਅੱਜ ਦਾ ਦਿਨ ਅਸੀਂ ਇਹਦੇ ਵਾਸਤੇ ਡੈਡੀਕੇਟ ਕੀਤਾ ਹੈ ਤੇ ਉਹਦੇ ਬਾਅਦ ਦੇ ਵਿੱਚ ਜੇ ਸਾਡੇ ਕੋਲ ਟਾਈਮ ਹੋਇਆ ਤਾਂ ਅਸੀਂ ਗਿਆਨੀ ਜੀ ਹੋਣਾ ਵੀ ਉਹ ਵੀ ਜੁੜ ਗਏ ਸਾਡੇ ਨਾਲ ਤੇ ਉਹਨਾਂ ਨੂੰ ਵੀ ਆਪਾਂ ਬੇਨਤੀ ਕਰਾਂਗੇ, ਉਹ ਵੀ ਕੁਝ ਆਪਣੇ ਸਾਂਝਾ ਕਰ ਲੈਣਗੇ ਤੇ ਆਪਾਂ ਦੇਖਦੇ ਕਿੰਨਾ ਕੁ ਟਾਈਮ ਲੱਗਦਾ। ਪਹਿਲਾਂ ਆਪਾਂ ਗਿਆਨੀ ਜੀ ਨੂੰ ਫਤਿਹ ਬੁਲਾ ਲਈਏ ਜੀ। ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ, ਥੈਂਕ ਯੂ ਜੀ ਗਿਆਨੀ ਜੀ, ਮੋਹਰ ਸਿੰਘ ਜੀ। ਤੇ ਹੁਣ ਸਾਡੇ ਨਾਲ ਕਾਫੀ ਸੰਗਤ ਜੁੜ ਚੁੱਕੀ ਹੈ ਜੀ ਤੇ ਮੈਂ ਬੇਨਤੀ ਆਲਰੇਡੀ ਕਰ ਚੁੱਕਾ ਤੇ ਮੈਂ ਇਦਾਂ ਕਰੂੰਗਾ ਜਿੱਦਾਂ ਅਸੀਂ ਸਾਰਿਆਂ ਨੂੰ ਮਿਊਟ ਕਰ ਦਈਦਾ ਜੀ, ਮੈਂ ਮਿਊਟ ਕਰ ਲਊਂਗਾ ਤੇ ਮੈਂ ਆਪਣੇ ਵੱਲੋਂ ਗੁਰਚਰਨ ਸਿੰਘ ਦੀ ਜੇ ਆਪਣੇ ਲੈਪਟਾਪ ਤੇ ਕੋਈ ਦੇਖਦੇ ਆ ਨਾ, ਸੁਣਦੇ ਆ ਤੇ ਮੈਂ ਉਹਨਾਂ ਨੂੰ ਗੁਰਚਰਨ ਸਿੰਘ ਨੂੰ ਹਾਈਲਾਈਟ ਕਰ ਦੇਣਾ, ਉਹਨਾਂ ਦੀ ਵੀਡੀਓ ਜਿਹੜੀ ਪਿੰਨ ਕਰ ਦੇਣੀ ਆ ਤਾਂ ਕਿ ਥੋੜੀ ਜਿਹੀ ਵੱਡੀ ਸਕਰੀਨ ਤੁਹਾਡੀ ਜਿਹੜੀ ਸਕਰੀਨ ਆ ਉਹਦੇ ਤੇ ਵੱਡੀ ਫੋਟੋ ਆਵੇ ਤਾਂ ਕਿ ਤੁਹਾਨੂੰ ਸਮਝ ਲੱਗ ਜਾਵੇ ਵੀ ਉਹ ਕੀ ਕਹਿ ਰਿਹਾ ਹੈ, ਦਿਸ ਵੀ ਜਾਵੇ। ਹਾਂਜੀ। ਤੇ ਜਿਹੜੇ ਤੁਹਾਡੇ ਮੋਬਾਈਲ ਫੋਨ ਹੋਣੇ ਆ ਉਹਨਾਂ ਦੇ ਤਾਂ ਆਟੋਮੈਟਿਕਲੀ ਜਿਹੜਾ ਬੰਦਾ ਬੋਲਦਾ ਆ ਤਾਂ ਉਹਦੇ ਤੇ ਫੋਕਸ ਹੋ ਜਾਂਦਾ ਆ ਤੇ ਵੱਡੀ ਪਿਕਚਰ ਆਪਣੇ ਆਪੇ ਆ ਜਾਣੀ ਹੈ। ਠੀਕ ਹੈ ਜੀ। ਸੋ ਮੈਂ ਹੁਣ ਇਦਾਂ ਕਰਨ ਲੱਗਾ, ਮੈਂ ਸਾਰਿਆਂ ਨੂੰ ਮਿਊਟ ਕਰਨ ਲੱਗਾ। ਤਰੁਚਰਨ ਸਿੰਘ ਜੀ, ਇੱਕ ਗੱਲ ਮੈਂ ਪੁੱਛ ਲਾਂ ਕਿ ਵੀ ਆਪਣੇ ਗਰੁੱਪ ਦੇ ਵਿੱਚ ਕੋਈ ਹੈਗਾ ਵੀ ਹੈ ਡਾਇਬੈਟਿਕ ਜਾਂ ਨਹੀਂ? ਮੈਂ ਟਾਈਪ 2 ਹਾਂ ਜੀ। ਟਾਈਪ 2 ਆਪਾਂ ਟਾਈਪ 2 ਹੀ ਹੈ ਕੋਈ? ਠੀਕ ਹੈ, ਚਲੋ ਇੱਕ ਤਾਂ ਹੈ ਕਿ ਨਾ। ਹਾਂਜੀ ਚਲੋ ਠੀਕ ਹੈ ਜੀ, ਬਹੁਤ ਚੰਗੀ ਗੱਲ ਹੈ। I might be asking you some questions. ਕੋਈ ਗੱਲ ਨਹੀਂ ਜੀ, ਮੈਂ ਉਹੀ ਗੱਲ ਕਰਨ ਲੱਗਾ ਜੀ ਜਿੱਦਾਂ ਇੱਕ ਮਿੰਟ ਜੀ, ਹੈਲਪਿੰਗ ਕੁਐਸਚਨਸ। ਹਾਂਜੀ, ਜਿੱਦਾਂ ਉਹ ਕੁਐਸਚਨ ਮਤਲਬ ਕੁਐਸਚਨ ਆਨਸਰ ਆਪਾਂ ਬਾਅਦ 'ਚ ਕਰਾਂਗੇ। ਉੱਦਾਂ ਨਾਰਮਲੀ ਗੁਰਚਰਨ ਸਿੰਘ ਜੀ ਕਹਿੰਦੇ ਸੀਗੇ ਵੀ ਆਪਾਂ ਵਿੱਚ ਜਿੱਦਾਂ ਆਪਾਂ ਕਰਦੇ ਹੁੰਦੇ ਆ ਤੇ ਜਿੱਦਾਂ ਕਲਾਸ ਲੱਗਦੀ ਆ ਉਹਦੇ ਵਿੱਚ ਬੈਕਵਰਡ ਫੋਰਵਰਡ ਕੁਐਸਚਨ ਆਨਸਰ ਹੁੰਦੇ ਪਰ ਇਸ ਕਲਾਸ ਦੇ ਵਿੱਚ ਇਦਾਂ ਨਹੀਂ ਹੋ ਸਕਦੇ। ਇਸ ਕਰਕੇ ਆਪਾਂ ਉਹਨੂੰ ਓਬਜ਼ਰਵ ਕਰ ਲਈਏ। ਜੇ ਲਿਖਣਾ ਹੋਇਆ ਕੋਈ ਉਹਨਾਂ ਦਾ ਪੁਆਇੰਟ ਉਹ ਲਿਖ ਲੈਣ ਤੇ ਬਾਅਦ ਦੇ ਵਿੱਚ ਜਦੋਂ ਕਲਾਸ ਮਤਲਬ ਉਹਦਾ ਫਿਨਿਸ਼ ਹੋ ਗਿਆ ਉਹਨਾਂ ਦਾ ਸਾਰੀ ਡਿਟੇਲ ਜਿੱਦਾਂ ਵੀ ਉਹਨਾਂ ਨੇ ਦੱਸਣੀ ਆ ਤੇ ਉਹ ਫਿਰ ਤੁਸੀਂ ਆਪਣੇ ਕੁਐਸਚਨ ਉਹਨਾਂ ਨੂੰ ਵਾਰੀ-ਵਾਰੀ ਪੁੱਛ ਲਓ। ਮੈਂ ਅਨਮਿਊਟ ਕਰ ਦਊਂਗਾ ਜਿਹਨੇ ਵੀ ਪੁੱਛਣਾ ਹੋਇਆ ਤੇ ਉਹਦੇ ਬਾਅਦ 'ਚ ਅਸੀਂ ਨੀਨਾ ਜੀ ਨੂੰ ਕਹਾਂਗੇ ਕਿ ਉਹ ਸ਼ੁਰੂ ਹੋ ਜਾਣ। ਹੁਣ ਮੈਂ ਸਾਰਿਆਂ ਨੂੰ ਮਿਊਟ ਕਰਨ ਲੱਗਾ ਜੀ ਤੇ ਆਪ ਤੁਸੀਂ ਸਾਰੇ ਜਣੇ ਇਸੇ ਤਰ੍ਹਾਂ ਜੁੜੇ ਰਹੋ। ਹਾਂਜੀ ਗੁਰਚਰਨ ਸਿੰਘ ਜੀ। ਹਾਂਜੀ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਨਾ? ਹਾਂ, ਤੁਹਾਡੀ ਆ ਰਹੀ ਆ। ਠੀਕ ਹੈ, ਤੁਹਾਡੀ ਵੀ ਆਵਾਜ਼ ਸਾਰਿਆਂ ਨੂੰ ਪਹੁੰਚ ਰਹੀ ਹੈ? ਬੋਰਡ ਆ ਬਾਕੀ ਨੂੰ ਸਾਫ਼ ਪੂਰਾ ਦਿਸ ਰਿਹਾ ਹੈ? ਇੱਕ ਸਕਿੰਟ, ਮੈਨੂੰ ਵੀਡੀਓ ਜਿਹੜੀ ਪਿੰਨ ਪੁਆਇੰਟ ਹਾਂਜੀ ਮੈਂ ਕਰ ਦਿੱਤੀ ਹੈ ਜੀ ਮੇਰੀ ਸਕਰੀਨ ਦੇ ਵਿੱਚ। ਹੁਣ ਤੁਸੀਂ ਆ ਰਹੇ ਆ ਤੇ ਬਾਕੀ ਸਾਰੀਆਂ ਫੋਟੋ ਛੋਟੀਆਂ ਹੋ ਗਈਆਂ ਤੇ ਉਮੀਦ ਹੈ ਕਿ ਜਿਨ੍ਹਾਂ ਦੇ ਕੋਲ ਕੰਪਿਊਟਰ ਆ ਉਹਨਾਂ ਦੇ ਕੋਲ ਵੱਡੀ ਫੋਟੋ ਆ ਰਹੀ ਹੋਊਗੀ। ਹੁਣ ਤੁਸੀਂ ਆਪਣਾ ਜੋ ਵੀ ਸ਼ੁਰੂ ਕਰਨਾ ਜੀ, ਤੁਸੀਂ ਜਦੋਂ ਵੀ ਰੈਡੀ ਹੋਵੋ ਤੁਸੀਂ। ਮੈਂ ਇਹੀ ਚਾਹੁੰਦਾ ਕਿ ਵੀ ਮੈਂ ਤਾਂ ਸਾਈਟ ਤੇ ਹੋਵਾਂਗਾ ਨਾ, ਪਰ ਜਿਹੜਾ ਉਹ ਪਿੱਛੇ ਬੋਰਡ ਹੈ ਨਾ ਉਹ ਬਾਕੀ ਦੀਆਂ ਸਕਰੀਨਾਂ ਤੇ ਹਾਈਲਾਈਟ ਹੋਇਆ ਹੋਵੇ। ਦਿਸ ਰਿਹਾ ਜੀ, ਪੂਰੀ ਤਰ੍ਹਾਂ ਕਲੀਅਰ ਦਿਸ ਰਿਹਾ। ਬਹੁਤ ਚੰਗੀ ਗੱਲ ਹੈ ਜੀ, ਥੈਂਕ ਯੂ ਜੀ। ਅੱਛਾ ਜੀ, ਬਹੁਤ ਮਿਹਰਬਾਨੀ ਸੁਣਨ ਵਾਸਤੇ ਤੇ ਤੁਹਾਨੂੰ ਸਾਰਿਆਂ ਨੂੰ ਵੈਲਕਮ ਕਰਦਾ ਹਾਂ। ਆਮ ਤੌਰ ਤੇ ਯਾਨੀ ਮੇਰੇ ਵਾਸਤੇ ਵੀ ਅੱਜ ਇਹ ਇੱਕ ਐਕਸਪੀਰੀਅੰਸ ਆ ਪੰਜਾਬੀ ਦੇ ਵਿੱਚ ਬੋਲਣ ਦਾ, ਕਿਉਂਕਿ ਮੈਂ ਜਿਹੜੇ ਪ੍ਰੈਜੈਂਟੇਸ਼ਨ ਆਪ ਦਿੰਦੇ ਆ, ਮੈਂ ਇੱਕ ਨਰਸ ਨਾਲ ਕੰਮ ਕਰਦਾ, ਅਸੀਂ ਦੋਨੇ ਜਣੇ ਅੰਗਰੇਜ਼ੀ ਦੇ ਵਿੱਚ ਹੀ ਦਿੰਦੇ ਆ। ਸੋ ਜੇਕਰ ਮੇਰੀ ਪੰਜਾਬੀ ਅੰਗਰੇਜ਼ੀ ਥੋੜੀ ਮਿਕਸ ਹੋ ਗਈ ਕਿ ਨਾ, ਪਲੀਜ਼ ਮੈਂ ਪਹਿਲਾਂ ਹੀ ਮਾਫੀ ਮੰਗ ਲੈਣਾ।
ਅੱਛਾ ਪਹਿਲਾਂ ਜ਼ਰੂਰੀ ਇਹ ਹੈ ਕਿ ਦੱਸ ਦਵਾਂ ਕਿ ਵੀ ਡਾਇਬੀਟਿਸ ਕਿੱਥੋਂ ਸ਼ੁਰੂ ਹੋਈ ਆ ਜਾਂ ਕਦ ਤੋਂ ਰਫਲੀ ਸਾਨੂੰ ਆਈਡੀਆ ਹੋਇਆ ਕਿ ਵੀ ਡਾਇਬੀਟਿਸ ਹੈਗੀ ਆ। ਆਮ ਜਨਤਾ ਸੋਚਦੀ ਹੋਈ 500 ਸਾਲ ਹੋ ਗਿਆ ਹੋਣਾ, 1000 ਸਾਲ ਹੋ ਗਿਆ ਹੋਣਾ, ਪਰ ਤੁਸੀਂ ਸੱਚ ਮੰਨੋ ਕਿ ਵੀ 1550 BC ਦੇ ਵਿੱਚ ਜਿਹੜੇ ਪੈਪੀਰਸ ਪਲਾਂਟ ਹੁੰਦਾ ਆ ਉਹਦੇ ਪੱਤੇ ਹੁੰਦੇ ਆ, ਉਹਨਾਂ ਤੇ ਉਹ ਪੱਤੇ ਮਿਲੇ ਆ ਕਿ ਜਿਨ੍ਹਾਂ ਤੇ ਮਤਲਬ ਲਿਖਿਆ ਸੀਗਾ ਕਿ ਵੀ ਉਹਨੇ ਡਿਸਕ੍ਰਾਈਬ ਕੀਤਾ ਕਿ ਵੀ ਡਾਇਬੀਟਿਸ ਹੈਗੀ ਆ। ਸੋ 1515 ਸਾਲ ਤੱਕ 1550 ਇੱਕ ਹੋ ਗਏ, 2020 ਇੱਕ ਹੋ ਗਿਆ, 3070 ਸਾਲ ਹੋ ਗਏ ਇਹ ਕਿਸਮ ਦੇ ਡਾਇਬੀਟਿਸ ਨੂੰ ਅਰਾਊਂਡ ਪਤਾ ਲੋਕਾਂ ਨੂੰ ਹੁੰਦਾ। ਪਰ ਇਹ ਅੱਧ ਦੇ ਵਿੱਚ ਹੀ ਨਾ ਜਦ ਤੋਂ ਆ 2000 ਸਾਲ ਚੱਲਿਆ ਮਤਲਬ 1 2 3 4 ਸਦੀ 30 ਤੇ 90 ਦੇ ਵਿੱਚ ਮਾੜਾ ਜਿਹਾ ਇਹਦਾ ਜ਼ਿਕਰ ਆਇਆ ਸੀਗਾ ਕਿ ਵੀ ਇਹ ਡਾਇਬੀਟਿਸ ਕੀ ਆ। ਉਹ ਤੋਂ ਬਾਅਦ ਸਾਰੇ ਭੁੱਲ ਗਏ। ਹੁਣ ਮੁੜ ਕੇ ਫੇਰ ਦੁਬਾਰਾ ਡਾਇਬੀਟਿਸ ਦਾ ਸਿਲਸਿਲਾ ਚੱਕ ਹੋਇਆ। ਬਹੁਤੇ ਲੋਕ ਕੀ ਕਰਦੇ ਆ ਕਿ ਵੀ ਡਾਇਬੀਟਿਸ ਉਹਨਾਂ ਜ਼ਰੂਰ ਹੈਗੀ ਆ, ਪਰ ਉਹ ਜ਼ਾਹਰ ਨਹੀਂ ਕਰਨਾ ਚਾਹੁੰਦੇ ਕਿ ਉਹ ਵੀ ਸਮਝਣ ਲੱਗ ਪੈਂਦੇ ਆ ਕਿ ਵੀ ਇਹ ਇੱਕ ਸੋਸ਼ਲ ਸਟਿਗਮਾ ਆ ਕਿ ਕਿਸੇ ਦੇ ਘਰ ਜਾਵਾਂਗੇ ਵੀ ਮੈਂ ਕਹੂੰਗਾ ਕਿ ਵੀ ਖੰਡ ਨਾ ਪਾਇਓ ਚਾਹ, ਮੈਂ ਆਹ ਨਹੀਂ ਪੀਣੀ ਉਹ ਨਹੀਂ ਪੀਣੀ, ਇਸ ਕਰਕੇ ਉਹ ਦੱਸਦੇ ਨੇ। ਇਸ ਲਈ ਇੱਕ ਇਹ ਗੱਲ ਜ਼ਰੂਰੀ ਆ ਕਿ ਵੀ ਡਾਇਬੀਟਿਸ ਹੈ ਕੀ ਆ। ਡਾਇਬੀਟਿਸ ਜਿਹੜੀ ਹੈ ਇਹ ਐਕਸੈਸ ਵਾਧੂ ਜਿਹੜੀ ਸ਼ੂਗਰ ਆ ਕਿ ਨਾ ਕਹਿ ਲਓ ਉਹ ਤੁਹਾਡੇ ਖੂਨ ਦੇ ਵਿੱਚ ਆ, ਉਹਨੂੰ ਕਹਿੰਦੇ ਡਾਇਬੀਟਿਸ। ਇਹ ਹੁੰਦੀ ਕਿੱਦਾਂ ਆ ਮੈਂ ਤੁਹਾਨੂੰ ਸਮਝਾਉਣਾ। ਆ ਤੁਹਾਨੂੰ ਸੈਂਡਵਿਚ ਦਿਸ ਰਿਹਾ? ਸੈਂਡਵਿਚ ਮੂੰਹ ਠੀਕ ਹੈ, ਸੈਂਡਵਿਚ ਮੂੰਹ ਦੇ ਵਿੱਚ ਆਪਾਂ ਪਾਉਂਦੇ ਕੋਈ ਖੁਰਾਕ ਵੀ ਆ ਕੱਟ ਕਰ ਲਓ, ਮੂੰਹ ਚ ਪਾਉਂਦੇ ਆ, ਉਹ ਪੇਟ ਦੇ ਵਿੱਚ ਜਾਂਦੀ ਆ। ਪੇਟ ਤੇ ਜਾਣ ਤੋਂ ਪਹਿਲਾਂ ਹੀ ਜਦੋਂ ਆਪਾਂ ਕਿਸੇ ਖਾਣੇ ਬਾਰੇ ਸੋਚਦੇ ਵੀ ਆ ਨਾ, ਉਦੋਂ ਹੀ ਸਾਡਾ ਨਾ ਜਿਹੜਾ ਦਿਮਾਗ ਆ ਨਾ ਉਹ ਮੈਸੇਜ ਭੇਜ ਦਿੰਦਾ ਕਿ ਵੀ ਮੈਂ ਰੋਟੀ ਖਾਣ ਲੱਗਾ। ਤੇ ਤੁਹਾਡੇ ਮੂੰਹ ਦੇ ਵਿੱਚ ਉਦੋਂ ਹੀ ਹੋ ਜਾਂਦਾ, ਆਪਾਂ ਕਹਿੰਦੇ ਵੀ ਪਾਣੀ ਆਉਣ ਲੱਗ ਪੈਂਦਾ ਕਿ ਨਾ, ਉਦੋਂ ਹੀ ਤੁਹਾਡੇ ਪੇਟ ਦੇ ਵਿੱਚ ਵੱਖਰੇ ਵੱਖਰੇ ਅਮੀਨੋ ਐਸਿਡ, ਹਾਈਡਰੋਕਲੋਰਿਕ ਐਸਿਡ, ਹੋਰ ਏਦਾਂ ਚੀਜ਼ਾਂ ਡਾਈਜੈਸ਼ਨ ਵਾਸਤੇ ਕਿ ਨਾ ਉਹ ਪੰਪ ਅਪ ਹੋਣ ਲੱਗ ਪੈਂਦੀਆਂ। ਜਦੋਂ ਪੇਟ ਦੇ ਵਿੱਚ ਰੋਟੀ ਜਾਂ ਸੈਂਡਵਿਚ ਚਲੇ ਗਿਆ, ਅਸੀਂ ਕਦੇ ਨਹੀਂ ਸੋਚਦੇ ਇਸ ਪੇਟ ਦੇ ਵਿੱਚ ਕਿ ਫੇਰ ਹੁੰਦਾ ਕੀ ਆ। ਪੇਟ ਦੇ ਵਿੱਚੋਂ ਨਾ ਜਿਹੜੀ ਚੀਜ਼ ਆਪਾਂ ਕੋਈ ਖੁਰਾਕ ਵੀ ਖਾਂਦੇ ਆ ਕਿ ਨਾ ਉਹ ਬ੍ਰੇਕਡਾਊਨ ਹੁੰਦੀ ਆ, ਉਹਨੂੰ ਕਹਿੰਦੇ ਡਾਈਜੈਸਸ਼ਨ। ਉਹ ਇੱਕ ਘੋਟਾ ਫਿਰਦਾ ਆਪਣੀ ਉਸ ਚੀਜ਼ ਦੇ ਉੱਪਰ ਜਿਹੜੀ ਆਪਾਂ ਖਾਧੀ ਆ, ਉਹਦੇ ਵਿੱਚੋਂ ਕਿ ਨਾ 6 ਯਾਨੀ ਵੱਖਰੇ ਵੱਖਰੇ ਕਿ ਨਾ ਪਦਾਰਥ ਨਿਕਲਦੇ। ਹੋਰ ਪਹਿਲਾਂ ਅਸੀਂ 6 ਕਹਿੰਦੇ ਹੁੰਦੇ ਸੀਗੇ, ਹੁਣ 4 ਕਹਿਣ ਲੱਗ ਪਏ ਆ। ਪਹਿਲਾਂ 8 ਸਾਲ ਤਾਂ ਮੈਂ 6 ਹੀ ਕਹਿੰਦਾ ਰਿਹਾ, ਹੁਣ ਕਹਿੰਦੇ ਆ ਕਿ ਵੀ 4 ਕਿਹਾ ਕਰੋ। ਉਹ ਕੀ ਆ ਨਾ, ਕੋਈ ਚੀਜ਼ ਬ੍ਰੇਕਡਾਊਨ ਹੁੰਦੀ ਆ, ਫੈਟ, ਪ੍ਰੋਟੀਨ, ਵਿਟਾਮਿਨਸ ਐਂਡ ਮਿਨਰਲਸ। ਪਹਿਲਾਂ ਇਹਦੇ ਵਿੱਚ ਕਾਰਬੋਹਾਈਡਰੇਟ ਵੀ ਨਾ ਗਿਣਿਆ ਜਾਂਦਾ ਸੀਗਾ ਕਿ ਵੀ ਕਾਰਬੋਹਾਈਡਰੇਟ ਵੀ ਨਿਊਟ੍ਰੀਐਂਟ ਆ, ਤੇ ਇੱਕ ਪਾਣੀ। ਇਹ 6 ਚੀਜ਼ਾਂ ਸੀ। ਹੁਣ ਸਿਰਫ ਫੈਟ, ਪ੍ਰੋਟੀਨ, ਵਿਟਾਮਿਨ ਤੇ ਮਿਨਰਲਸ ਆ। ਕਾਰਬੋਹਾਈਡਰੇਟ ਜਿਹੜਾ ਹੈਗਾ ਆ ਉਹ ਨਿਊਟ੍ਰੀਐਂਟ ਹੈਗਾ ਆ, ਪਰ ਅਸੈਂਸ਼ੀਅਲ ਨਹੀਂ ਲਾਈਫ ਵਾਸਤੇ। ਪਹਿਲਾਂ ਇੰਨੀਆਂ ਸਦੀਆਂ ਇਹੀ ਕਹਿੰਦੇ ਰਹੇ ਵੀ ਡਾਕਟਰ ਕਿ ਵੀ ਕਾਰਬੋਹਾਈਡਰੇਟ ਬਹੁਤ ਤੁਹਾਨੂੰ ਖਾਣਾ ਚਾਹੀਦਾ, ਜਿਹਦੇ ਨਾਲ ਤੁਹਾਡੀ ਜਿਹੜੀ ਸ਼ੂਗਰ ਆ ਉਹ ਵਧੂਗੀ। ਹੁਣ ਇੱਥੇ ਸਮਝਣਾ ਜ਼ਰੂਰੀ ਆ ਕਿ ਵੀ ਜਿਹੜੀ ਸ਼ੂਗਰ ਆ ਕਿ ਨਾ, ਜਿਹੜੀ ਆਪਾਂ ਕਹਿੰਦੇ ਆ ਕਿ ਵੀ ਉਹ ਚਾਹ ਚ ਮਿੱਠਾ ਨਾ ਪਾਈ, ਸ਼ੂਗਰ ਨਾ ਪਾਈ ਕਿ ਮੈਂ ਡਾਇਬੈਟਿਕ ਆ, ਇਹ ਇੱਕ ਮਿਥ ਆ। ਜਿਹੜਾ ਖੰਡ ਪਾਉਣ ਦੇ ਨਾਲ ਜਾਂ ਹੋਰ ਕੋਈ ਚੀਜ਼ ਪਾਉਣ ਨਾਲ ਕਿ ਨਾ ਸ਼ੂਗਰ ਨਹੀਂ ਵੱਧ ਜਾਂਦੀ। ਇਹ ਮੈਂ ਸਮਝਾਵਾਂ ਕਿ ਵੀ ਖੰਡ ਹੈ ਕੀ ਚੀਜ਼ ਆ। ਆ ਹੈਗੀ ਗਲੂਕੋਸ, ਆ ਬੋਲ ਆ, ਪਿੰਨ ਬੋਲ ਆ ਦਿਸ ਰਿਹਾ ਬੋਲ ਜੀ? ਹਾਂਜੀ ਠੀਕ ਹੈ।
ਇਹ ਇੱਕ ਗਲੂਕੋਸ ਦਾ ਮੋਲੀਕਿਊਲ ਆ। मैं तो कहाँ पे आऊंगा जो थोड़े जानते अगना आ देखो पेट दे विचों कना डाइजेशन होया कार्बोहाइड्रेट प्रोटीन ते फैट यह की पैदा करदा यह शुगर नहीं पैदा करदा कोई भी चीज खाने या पीने यह एक ना एक अखर चेते रखो ग्लूकोस पैदा करदा। ग्लूकोस का मोलीक्यूल कना सिर्फ एक आ जेड़ी शुगर आ जा उन्होंने कहते हैं सुक्रोस ਉਹਦੇ ਹੈਗੇ 2 ਮੋਲੀਕਿਊਲ ਜਿੱਦਾਂ ਇਹ ਆ। ਹੁਣ ਜੇ ਪੇਟ ਦੇ ਵਿੱਚ ਜਾਊਗੀ ਕਿ ਨਾ ਜਾਂ ਕੋਈ ਵੀ ਚੀਜ਼ ਬ੍ਰੇਕਡਾਊਨ ਹੁੰਦੀ ਆ ਜੇ ਸ਼ੂਗਰ ਆ ਕਿ ਨਾ ਬੇਸ਼ੱਕ ਤੁਸੀਂ ਉਹਨੂੰ ਘੋਲ ਲੈਨੇ ਜਾਂ ਕੁਝ ਕਰ ਲੈਨੇ ਆ ਫਿਰ ਵੀ ਇਹਨੂੰ ਬ੍ਰੇਕ ਡਾਊਨ ਕਰਨਾ ਹੋਣਾ ਪਏਗਾ ਪੇਟ ਦੇ ਵਿੱਚ ਜਾ ਕੇ। ਇਸ ਲਈ ਕਿ ਨਾ ਇੰਨਾ ਨਹੀਂ ਡਰੀਦਾ ਕਿ ਵੀ ਖੰਡ ਨਹੀਂ ਖਾਣੀ ਜਾਂ ਉਹ ਨਹੀਂ ਕਰਨਾ ਪਰ ਉਹ ਨਾ ਇਹਨੂੰ ਬ੍ਰੇਕਡਾਊਨ ਜ਼ਰੂਰ ਹੋਊਗੀ। ਇਹ ਚੀਜ਼ ਰੱਖਣਾ ਜ਼ਰੂਰੀ ਆ ਕਿ ਵੀ ਜਿਹੜਾ ਖੁਰਾਕ ਹੈ ਆਪਣੀ ਕਿ ਨਾ ਉਹ ਨਾ ਗਲੂਕੋਸ ਪੈਦਾ ਕਰਦੀ ਹੈ। ਗਲੂਕੋਸ ਫਿਰ ਜਾਂਦੀ ਕਿੱਥੇ ਆ ਇਹ ਵੀ ਸਮਝਣਾ ਜ਼ਰੂਰੀ ਆ। ਗਲੂਕੋਸ ਜਿਹੜੀ ਹੈ ਨਾ ਉਹ ਤੁਹਾਡੇ ਖੂਨ ਦੇ ਬਲੱਡ ਵੈਸਲ ਦੇ ਵਿੱਚ ਜਾਂਦੀ ਹੈ। ਲਓ ਜੀ ਇਹ ਇੱਕ ਨਾ ਗਲੂਕੋਸ ਇੱਥੇ ਆਣੀ ਚਾਹੀਦੀ ਹੈ ਖੁਰਾਕ ਦੇ ਵਿੱਚ। ਇਹ ਤੇ ਮੈਂ ਮੋਲੀਕਿਊਲ ਲਾਉਣਾ ਆ ਆਪਣੀ ਗਲੂਕੋਸ ਦੇ ਸ਼ੂਗਰ ਨਹੀਂ ਮੈਂ ਕਹਿਣਾ ਠੀਕ ਹੈ ਜੀ। ਹੁਣ ਇਹ ਗਲੂਕੋਸ ਖੂਨ ਦੇ ਵਿੱਚ ਨਹੀਂ ਇਹ ਰਹਿੰਦੀ ਹੈ ਨਾ ਫਿਰ ਪ੍ਰੋਬਲਮ ਆ। ਇਸ ਲਈ ਇਹ ਜਿਹੜੀ ਸ਼ੂਗਰ ਹੈ ਨਾ ਇਹ ਜਾਣੀ ਚਾਹੀਦੀ ਆ ਕਿਸੇ ਅੱਛੇ ਥਾਂ ਜਿੱਥੇ ਆਪਾਂ ਨੂੰ ਕੰਮ ਕਰੇ। ਇਮੇਜਿਨ ਕਰੋ ਕਾਰ ਆ ਜਿੱਦਾਂ ਸੀਗੀ ਪੁਰਾਣੇ ਸਮੇਂ ਟੈਂਕ ਆ ਕਾਰ ਦੇ ਪਿਛਲੇ ਪਾਸੇ ਉੱਥੋਂ ਫਿਊਲ ਲਾਈਨ ਜਾਂਦੀ ਆ ਤੁਹਾਡੇ ਇੰਜਣ ਦੇ। ਪੁਰਾਣੇ ਸਮਿਆਂ 'ਚ ਹੁੰਦਾ ਸੀ ਕਾਰਬੋਰੇਟਰ ਦੇ ਵਿੱਚ ਫਿਊਲ ਜਾਣਾ ਉਹਨੇ ਫਿਰ ਸਪਰੇਅ ਕਰਨਾ ਬਲੌਕ ਦੇ ਵਿੱਚ ਤੇ ਫਿਰ ਉਹਨੂੰ ਤੁਹਾਨੂੰ ਕਹਿਣਾ ਐਕਸੀਡੈਂਟ ਤੁਸੀਂ ਜਿੱਦਾਂ ਦੱਬਣਾ ਫਿਰ ਤੁਸੀਂ ਗੇਅਰ ਪਾਉਣਾ ਤੇ ਤੁਰ ਪੈਣਾ ਉਹ ਤੁਹਾਨੂੰ ਐਨਰਜੀ ਹੋ ਗਈ। ਇਸੇ ਹੀ ਤਰ੍ਹਾਂ ਕਹਿਣਾ ਸਾਡਾ ਸਰੀਰ ਆ ਜਿਹੜੀ ਗਲੂਕੋਸ ਹੈ ਕਹਿਣਾ ਇਹ ਖੂਨ ਦੇ ਵਿੱਚੋਂ ਕਹਿਣਾ ਜਾਣੀ ਚਾਹੀਦੀ ਆ ਤੁਹਾਡੇ ਸਰੀਰ ਦੇ ਵਿੱਚ। ਸਾਡਾ ਸਰੀਰ ਕਾਹਦਾ ਬਣਿਆ ਆ ਬੋਡੀ ਸੈਲਸ ਦਾ। ਉਹ ਆਇਆ ਏਦਾਂ ਦੀਆਂ ਛੋਟੀਆਂ ਗਲੂਕੋਸ ਇਹਦੇ ਵਿੱਚ ਜਾਣੀ ਚਾਹੀਦੀ ਆ। ਆ ਜਾਏਗੀ ਇੱਥੇ ਕਾਹਤੇ ਜਾਣੀ ਚਾਹੀਦੀ ਆ ਐਨਰਜੀ ਵਾਸਤੇ। ਆ ਲਓ ਖੁਰਾਕ ਖਾਧੀ ਗਲੂਕੋਸ ਬਲੱਡ ਵੈਸਲ 'ਚ ਗਈ ਉੱਥੋਂ ਗੁਨਾ ਬੋਡੀ ਸੈਲਸ 'ਚ ਗਈ ਜਿੱਦਾਂ ਆਪਣੇ ਬਾਕੀ ਦਾ ਬਾਹਾਂ ਹੋ ਗਈਆਂ ਸਰੀਰ ਹੋਇਆ ਪੱਟਾਂ ਦੇ ਵਿੱਚ ਲੱਤਾਂ 'ਚ ਆਪਣੀ ਐਨਰਜੀ ਵਾਸਤੇ ਨਾ ਇਹ ਕਨਵਰਟ ਹੋ ਗਈ ਗਲੂਕੋਸ ਇਨਟੂ ਐਨਰਜੀ। ਪਰ ਬੜੀ ਅੱਛੀ ਗੱਲ ਹੋਵੇ ਜੇ ਇਦਾਂ ਹੁੰਦੀ ਹੋਵੇ। ਨਰਿੰਦਰ ਸਿੰਘ ਹੋਣੀ ਤੇ ਮੈਂ ਵੀ ਉਹਨਾਂ ਦੇ ਵਿੱਚੋਂ ਹੀ ਆ ਕਿ ਵੀ ਮੈਂ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਵੀ ਮੈਂ ਵੀ 20 ਸਾਲ ਤੋਂ ਡਾਇਬੈਟਿਕ ਆ। ਇਹਦੀ ਹਿਸਟਰੀ ਮੈਂ ਤੁਹਾਨੂੰ ਥੋੜੀ ਫੇਰ ਦੱਸੂਗਾ। ਇਹ ਜਿਹੜੀ ਗਲੂਕੋਸ ਆਖਣਾ ਬਲੱਡ ਵੈਸਲ ਆਪਣੇ ਖੂਨ ਦੇ ਵਿੱਚ ਘੁੰਮੀ ਜਾਂਦੀ ਆ ਇਹ ਇੱਥੇ ਨਾ ਸਹੀ ਤਰੀਕੇ ਨਾਲ ਨਹੀਂ ਜਾ ਸਕਦੀ। ਇਹਦੇ ਵਾਸਤੇ ਨਾ ਆਪਾਂ ਨੂੰ ਇੱਕ ਹੋਰ ਚੀਜ਼ ਚਾਹੀਦੀ ਆ ਉਹ ਹੈਗੀ ਆ ਹਾਰਮੋਨ ਇਨਸੂਲਿਨ। ਉਹ ਹੁੰਦੀ ਪੈਦਾ ਪੈਂਕਰੀਅਸ ਦੇ ਵਿੱਚ। ਠੀਕ ਹੈ ਜੀ ਦਿਸ ਰਿਹਾ ਹਾਂਜੀ। ਇਨਸੂਲਿਨ ਇੱਥੋਂ ਪੈਦਾ ਇਹ ਇਨਸੂਲਿਨ ਨਾ ਜਦੋਂ ਦੀ ਖੁਰਾਕ ਖਾਂਦੇ ਆ
2 ਘੰਟੇ ਵਿੱਚ ਉਹ ਸਾਰਾ ਪ੍ਰੋਸੈਸ ਪੂਰਾ ਹੁੰਦਾ। ਇਹ ਫਿਰ ਇਨਸੂਲਿਨ ਕਨਾ ਉਸੇ ਵੇਲੇ ਕਨਾ ਇਹਨੂੰ ਨਿਊਟਰਲਾਈਜ਼ ਕਰਦੀ ਆ, ਇਹਨੂੰ ਇੱਥੇ ਕਨਾ ਢੱਕਦੀ ਆ ਇਹਦੇ ਵਿੱਚ ਸੈਲਸ ਦੇ ਵਿੱਚ। ਜਿਹੜੀ ਹੈਗੀ ਆ ਇਨਸੂਲਿਨ ਆ ਕਨਾ ਇਹ ਇੱਕ ਚਾਬੀ ਆ ਸਾਡੀਆਂ ਸੈਲ ਡੋਰ ਸੈਲ ਵਾਸਤੇ। ਆ ਦੇਖੋ ਜੀ, ਇਹ ਸਮਝੋ ਕਿ ਸਾਡੀ ਆ ਜਿਹੜਾ ਡਾਇਬੈਟਿਕ ਬੰਦਾ ਹੈ ਨਾ ਉਹਦੀਆਂ ਸੈਲਸ ਡੋਜ਼ ਜਿਹੜੀਆਂ ਜਿੰਦਾ ਲਗਾਇਆ ਕਿ ਵੀ ਉਹ ਖੂਨ ਦੇ ਵਿੱਚ ਹੀ ਦੌਰਾ ਕਰੀ ਜਾਂਦੀ ਗਲੂਕੋਸ ਜਿਹੜੀ ਆ ਉਹ ਇੱਥੇ ਨਹੀਂ ਪਹੁੰਚ ਰਹੀ। ਇਸ ਲਈ ਜਿਹੜੀ ਇਨਸੂਲਿਨ ਹੈ ਨਾ ਉਹ ਕੰਸੀਡਰ ਕੀਤੀ ਜਾਂਦੀ ਹੈ ਇਟਸ ਅ ਕੀ ਟੂ ਓਪਨ ਦ ਡੋਰ ਟੂ ਦ ਡੋਰ ਸੈਲ, ਤੇ ਵੀ ਉਹ ਗਲੂਕੋਸ ਇਹਦੇ ਵਿੱਚ ਵੜ ਸਕੇ ਕਿ ਵੀ ਆਪਾਂ ਨੂੰ ਐਨਰਜੀ ਦੇਵੇ। ਪਤਾ ਨਹੀਂ ਤੁਸੀਂ ਸੋਚਿਆ ਹੁਣ ਬਾਰੀ ਵੇਲੇ ਕਈਆਂ ਤਜਰਬਾ ਹੀ ਹੈਗਾ, ਮੈਨੂੰ ਤਾਂ ਏਦਾਂ ਹੁੰਦਾ ਆ ਕਿ ਰੋਟੀ ਖਾ ਲੈਂਦੇ ਆ, ਰੋਟੀ ਖਾ ਕੇ ਜੇ ਤੁਸੀਂ ਤੁਰਦੇ ਫਿਰਦੇ ਨਹੀਂ ਹੈਗੇ ਬਹਿ ਜਾਂਦੇ ਟੈਲੀਵਿਜ਼ਨ ਲਾ ਲੈਂਦੇ ਆ ਤਾਂ ਤੁਸੀਂ ਨਾ ਨੋਡ ਆਫ ਹੋਣ ਲੱਗ ਪੈਂਦੇ ਆ। ਉਹਦਾ ਇਹੀ ਰੀਜ਼ਨ ਆ ਕਿ ਵੀ ਇਹ ਜਿਹੜੀ ਨਾ ਗਲੂਕੋਸ ਆ ਤੁਹਾਡੇ ਖੂਨ ਦੇ ਵਿੱਚ ਆ, ਰੋਟੀ ਤੁਸੀਂ ਖਾਧੀ ਇੱਕ ਜਾਂ ਪਰੌਂਠਾ ਖਾਧਾ ਜੋ ਵੀ ਆ, ਉਹ ਗਲੂਕੋਸ ਖੂਨ ਦੇ ਵਿੱਚ ਹੀ ਬੋਡੀ ਦੇ ਵਿੱਚ ਘੁੰਮੀ ਜਾਂਦੀ ਆ, ਉਹ ਇੱਥੇ ਨਹੀਂ ਪਹੁੰਚ ਰਹੀ ਤੁਹਾਨੂੰ ਐਨਰਜੀ ਦੇਣ ਵਾਸਤੇ, ਤਾਂ ਸਾਨੂੰ ਨੀਂਦ ਆਉਣ ਲੱਗ ਪੈਂਦੀ ਆ। ਠੀਕ ਹੈ ਜੀ। ਜਦੋਂ ਕਿ ਨਾ ਇਹ ਇੱਥੇ ਨਾਰਮਲ ਸੈਲਸ ਦੇ ਵਿੱਚ ਗਲੂਕੋਸ ਨਹੀਂ ਆਉਂਦੀ, 2 ਘੰਟੇ ਬਾਅਦ ਇਹ ਜਿਹੜੀ ਗਲੂਕੋਸ ਹੈ ਨਾ ਹੋਰ ਤਰੀਕਿਆਂ ਦੇ ਨਾਲ ਨਾ ਤੁਹਾਡੇ ਸਰੀਰ ਦੇ ਵਿੱਚੋਂ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਉਹ ਕਿਹੜੇ ਤਰੀਕੇ ਆ? ਤੁਹਾਡੇ ਸਰੀਰ ਦੇ ਵਿੱਚ ਤੁਸੀਂ ਖਾਜ ਕਰ ਲਾ ਪਾਓਗੇ, ਬਾਹਾਂ ਦੇ ਉੱਪਰ ਏਦਾਂ ਹੋ ਜਾਊਗੀ, ਜਾਂ ਤੁਹਾਨੂੰ ਗਰਮੀ ਆਉਣ ਲੱਗ ਪਏਗੀ, ਕੱਛਾਂ ਦੇ ਵਿੱਚ ਗਰਮੀ ਆ ਜਾਏਗੀ, ਹੋਰ ਤੁਹਾਨੂੰ ਪਿਸ਼ਾਬ ਜ਼ਿਆਦਾ ਆਉਣਾ ਸ਼ੁਰੂ ਹੋ ਜਾਏਗਾ। ਹਮੇ ਕੋਈ ਹੈ ਨਹੀਂ ਸੀ ਆ ਕੋਲ ਤੁਹਾਡੀ ਕਿੰਨੀਆਂ ਖਾਣੀ ਨਾ ਪਾਣੀ ਪਿਸ਼ਾਬ ਆਉਣ ਲੱਗ ਪਏਗਾ। ਹੋਰ ਵੀ ਕਈ ਥਾਂ ਹੈਗੇ ਆ, ਜੇ ਤੁਹਾਡੇ ਸਰੀਰ ਦੇ ਉੱਪਰ ਕੋਈ ਕੱਟਸ ਐਂਡ ਵੂੰਡਸ ਕੋਈ ਹੈਗਾ ਆ, ਉਹਦੇ ਵਿੱਚ ਵੀ ਗਲੂਕੋਸ ਉਹਦੇ ਵਿੱਚੋਂ ਊਜ਼ ਹੋਣ ਲੱਗ ਪੈਂਦੀ ਆ, ਤੁਹਾਨੂੰ ਦਿਸਣੀ ਤਾਂ ਹੈ ਨਹੀਂ ਉਹ। ਉਹਦਾ ਇਹੀ ਇੱਕ ਰੀਜ਼ਨ ਹੈਗਾ ਆ ਕਿ ਵੀ ਜਿਹੜੇ ਡਾਇਬੈਟਿਕ ਇਨਸਾਨ ਹੈਗੇ ਆ, ਆਦਮੀ ਆ ਟੀਮੀ ਆ, ਜੇ ਉਹਨਾਂ ਦੇ ਕੋਈ ਜ਼ਖਮ ਹੋ ਜਾਵੇ ਕਿ ਨਾ ਉਹ ਛੇਤੀ ਹੀਲ ਅਪ ਨਹੀਂ ਹੁੰਦਾ। ਉਹਦੇ ਮਲਮ ਪੱਟੀ ਜਿੰਨੀ ਮਰਜ਼ੀ ਕਰੀ ਜਾਓ ਨਾ ਉਹਦਾ ਥੋੜਾ ਪ੍ਰੋਬਲਮ ਰਹਿੰਦਾ। ਉਹਦਾ ਰੀਜ਼ਨ ਇਹੀ ਆ ਕਿ ਬੈਕਟੀਰੀਆ ਗਰੋ ਹੋਣ ਵਾਸਤੇ ਗਲੂਕੋਸ ਦੀ ਜ਼ਰੂਰ ਲੋੜ ਆ, ਇਸ ਲਈ ਉਹ ਗਲੂਕੋਸ ਤੁਹਾਡੀ ਵੂੰਡ ਦੇ ਵਿੱਚ ਹੀ ਨਿਕਲੀ ਜਾਂਦੀ ਆ ਤੇ ਜਿਹੜਾ ਜ਼ਖਮ ਹੈ ਨਾ ਉਹਨੂੰ ਹੀਲ ਅਪ ਨਹੀਂ ਹੋਣ ਦਿੰਦਾ। ਇਹ ਇੱਕ ਕੰਪਲੀਕੇਸ਼ਨ ਹੈ ਡਾਇਬੀਟਿਸ ਦੀ, ਜਿਹੜੀ ਮਤਲਬ ਗਾਹਾਂ ਡਿਸਕਸ ਕੀਤੀ ਜਾ ਸਕਦੀਆਂ ਆ ਗਾਹਾਂ ਦੀ ਸੈਸ਼ਨ ਆ, ਕਿਉਂਕਿ ਇਹ 6 ਹਫ਼ਤੇ ਦਾ ਕੋਰਸ ਆ, ਮਤਲਬ ਉਦਾਂ ਤੁਹਾਨੂੰ ਮੈਂ ਮਗਰੋਂ ਦੱਸ ਦਊਂਗਾ। ਸੋ ਇਸ ਤਰੀਕੇ ਨਾਲ ਨਾ 2 ਘੰਟੇ ਬਾਅਦ ਨਾ ਇਹ ਗਲੂਕੋਸ ਜੇ ਤੁਹਾਡੇ ਸਰੀਰ ਦੇ ਵਿੱਚ ਨਹੀਂ ਐਨਰਜੀ ਕਨਵਰਟ ਹੁੰਦੀ ਕਿ ਨਾ, ਤੇ ਇਹ ਤੁਹਾਡੇ ਸਰੀਰ ਦੇ ਵਿੱਚੋਂ ਕਿਸੇ ਨਾ ਕਿਸੇ ਤਰੀਕੇ ਬਾਹਰ ਨਿਕਲਣੀ ਸ਼ੁਰੂ ਹੋ ਜਾਏਗੀ। ਉਹ ਚੰਗੀ ਗੱਲ ਨਹੀਂ ਹੈ। ਆਮ ਜਿਹੜੇ ਬੰਦੇ ਕੋਈ ਜਿਹਨਾਂ ਟੈਸਟ ਕਰਦੇ ਆ, ਪਤਾ ਨਹੀਂ ਕੋਈ ਟੈਸਟ ਕਰਦਾ ਜਾਂ ਨਿਰੰਦਰ ਸਿੰਘ ਜੀ ਟੈਸਟ ਕਰਦੇ ਹੁਣ ਸ਼ਾਇਦ, ਪਹਿਲਾਂ ਰੋਟੀ ਖਾਣ ਤੋਂ ਪਹਿਲਾਂ ਕਿ ਨਾ ਤੁਹਾਡੀ ਗਲੂਕੋਸ ਜਿਹੜੀ ਲੈਵਲ ਹੈਗੇ ਆ ਕਿ ਨਾ ਉਹ 4 ਮਿਲੀਮੋਲ ਪਰ ਲੀਟਰ ਤੋਂ ਥੱਲੇ ਨਹੀਂ ਜਾਣੀ ਚਾਹੀਦੀ। ਉਹਦਾ ਮਤਲਬ ਇਹ ਆ ਕਿ ਵੀ ਇਹ ਮੀਟਰ ਤੋਂ ਵੀ ਉਹ ਸਟ੍ਰਿਪ ਪਾ ਕੇ ਦੇਖਦੇ ਆ ਵੀ 4 ਤੋਂ ਘੱਟ ਆ ਕਿ ਨਾ ਤੁਹਾਡੇ ਹੋਰ ਪ੍ਰੋਬਲਮ ਪੈ ਸਕਦੇ ਆ, ਯਾਨੀ ਉਹ ਘੱਟ ਆ, ਉਹਨੂੰ ਹਾਈਪੋਗਲਾਈਸੀਮੀਆ ਕਹਿੰਦੇ ਆ। ਰੋਟੀ ਖਾਣ ਤੋਂ ਬਾਅਦ ਬਹੁਤੀ ਨਹੀਂ ਜਾਨੀ 7 ਹੋਵੇ ਫਿਰ ਠੀਕ ਆ, ਯਾਨੀ 10 ਤੋਂ ਉੱਪਰ ਨਹੀਂ ਜਾਣੀ ਚਾਹੀਦੀ ਕਿਸੇ ਹਾਲਤ ਵੀ। ਬਹੁਤ ਲੋਕਾਂ ਦੀ 16, 17, 18 ਜ਼ਿਆਦੀ ਵੀ ਹੋ ਜਾਂਦੀ ਆ। ਉਹਦਾ ਫਿਰ ਇਹ ਰੀਜ਼ਨ ਆ, ਉਹ ਘੜੀ ਮੁੜੀ ਨਾ ਟਾਇਲਟ ਜਾਂਦਾ ਰਹੇਗਾ, ਪਿਸ਼ਾਬ ਕਰਦਾ ਰਹੇਗਾ, ਕਿਉਂਕਿ ਉਹ ਤੁਹਾਡੀ
ਐਨਰਜੀ ਜਿਹੜੀ ਇੱਥੇ ਗਲੂਕੋਸ ਆ ਹੈਗੀ ਆ ਨਾ, ਇਹ ਤੁਹਾਡੀ ਐਨਰਜੀ ਦੇ ਵਿੱਚ ਕਨਵਰਟ ਨਹੀਂ ਹੋ ਰਹੀ। ਜੇਕਰ ਰੈਗੂਲਰ ਤੌਰ ਤੇ ਗਲੂਕੋਸ ਤੁਹਾਡੀ ਜਿਹੜੀ ਹੈ ਨਾ ਸਦਾ ਹੀ 10 ਤੋਂ ਉੱਪਰ ਰਹਿੰਦੀ ਆ, ਫਿਰ ਆ ਜਿਹੜਾ ਪ੍ਰੋਸੈਸ ਹੈ ਨਾ, ਕਿੰਨੀਆਂ ਥਾਣੀ ਮਤਲਬ ਪਿਸ਼ਾਬ ਥਾਣੀ ਤੁਹਾਡਾ ਸ਼ੂਗਰ ਨਿਕਲਣੀ ਸ਼ੁਰੂ ਹੋ ਜਾਏਗੀ। ਉਹਦੇ ਨਾਲ ਕੀ ਹੁੰਦਾ, ਉਹ ਕੰਪਲਿਕੇਸ਼ਨ ਸਾਲ 2 ਸਾਲ ਬਾਅਦ ਕੋਈ ਨਾ ਕੋਈ ਕਿਡਨੀ ਦਾ ਪ੍ਰੋਬਲਮ ਪੈ ਜਾਏਗਾ। ਅਸੀਂ ਦੇਖਦੇ ਆ ਇਹ ਵਿੱਚ ਕਿੰਨੀਆਂ ਨਿੱਕੀ ਨਿੱਕੀਆਂ ਨਾੜੀਆਂ ਆ, ਤੇ ਇਹਨੂੰ ਸ਼ੂਗਰ ਗਲੂਕੋਸ ਲੱਗੀ ਹੋਊਗੀ ਕਿ ਨਾ, ਇਹ ਫੰਕਸ਼ਨ ਕਰਨੋਂ ਹਟ ਜਾਣਗੀਆਂ। ਇੱਕ ਇਹ 2 ਟਾਈਪ ਦੀ ਡਾਇਬੀਟਿਸ ਆ। ਟਾਈਪ 1 ਕੀ ਆ? ਟਾਈਪ 1 ਜਿਹੜੀ ਹੈ ਨਾ, ਸਾਡੀ ਜਿਹੜੀ ਪੈਂਕਰੀਅਸ ਆ, ਇਹ ਹੈ ਨਾ, ਇਹ ਕਈ ਤਰ੍ਹਾਂ ਦੀਆਂ ਦੂਜੀ ਸੈਲਸ ਪ੍ਰੋਡਿਊਸ ਕਰਦੀਆਂ। ਇਹਦੇ ਵਿੱਚ ਇੱਕ ਹੈਗੀਆਂ ਐਲਫਾ ਤੇ ਬੀਟਾ ਸੈਲਸ ਆ। ਜਿਹੜੀਆਂ ਬੀਟਾ ਸੈਲਸ ਹੈ ਨਾ, ਇਹ ਇਨਸੂਲਿਨ ਪੈਦਾ ਕਰਦੀਆਂ। ਜਿਹੜੀ ਟਾਈਪ 1 ਆ, ਉਹ ਤਕਰੀਬਨ 6 ਮਹੀਨਿਆਂ ਦੇ ਬੱਚੇ ਤੋਂ ਜਾਂ ਸਮਝ ਲਓ ਜਾਂ ਹੋ ਸਕਦੀ ਆ, ਉਹ ਤਕਰੀਬਨ 30 ਸਾਲ ਦੀ ਉਮਰ ਤੱਕ ਨਾ ਟਾਈਪ 1 ਹੋ ਸਕਦੀ ਆ। ਉਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਆ ਪੈਂਕਰੀਅਸ ਦੇ ਵਿੱਚ ਨਾ ਬੀਟਾ ਸੈਲਸ ਆ, ਇਹ ਤੁਹਾਡਾ ਇਮਿਊਨ ਸਿਸਟਮ ਨਾ, ਚਲੋ ਇਹ ਮਸ਼ੀਨਰੀ ਸਾਡੀ ਬੋਡੀ ਕਿੱਦਾਂ ਦੀ ਆ, ਸਾਡਾ ਇਮਿਊਨ ਸਿਸਟਮ ਇੱਕ ਨਾ ਉਹ ਬੀਟਾ ਸੈਲ ਨੂੰ ਡਿਸਟਰੋਏ ਕਰ ਦਿੰਦਾ। ਉਹ ਬੀਟਾ ਸੈਲਸ ਜਾਨੀਆਂ ਲੱਗਦੀਆਂ ਤੇ ਇਸ ਲਈ ਉਹ ਇਨਸੂਲਿਨ ਪੈਦਾ ਨਹੀਂ ਹੁੰਦੀ। ਟਾਈਪ 1 ਬਹੁਤ ਛੇਤੀ ਪਤਾ ਲੱਗ ਜਾਂਦਾ ਹੈ ਕਿਸੇ ਨੂੰ ਹੋਵੇ, ਕਿਉਂਕਿ ਉਹ ਲੜਕਾ ਜਾਂ ਲੜਕੀ ਬੇਹੋਸ਼ ਹੋ ਜਾਏਗੀ, ਬਹੁਤ ਛੇਤੀ ਉਲਟੀਆਂ ਆਉਣ ਲੱਗ ਪੈਣਗੀਆਂ, ਉਹ ਹਫਤੇ ਦੇ ਵਿੱਚ ਡਾਇਗਨੋਜ਼ ਹੋ ਜਾਊਗੀ ਤੇ ਉਹਨੂੰ ਗਾਹਾਂ ਚਲੋ ਜੋ ਵੀ ਉਹਦਾ ਇਲਾਜ ਕਰਨਾ, ਇਨਸੂਲਿਨ ਲਾਉਣਗੇ ਜਾਂ ਪੰਪ ਲਾਉਣਗੇ, ਤਾਂ ਉਹਦੇ ਥਰੂ ਇਹ ਹੋ ਜੂ। ਜਿਹੜੀ ਟਾਈਪ 2 ਆ, ਇਹ ਬੜੀ ਪ੍ਰੋਗਰੈਸਿਵ ਕੰਡੀਸ਼ਨ ਆ। ਇਹ ਡਿਜ਼ੀਜ਼ ਨਹੀਂ ਹੈਗੀ, ਇਹ ਕੰਡੀਸ਼ਨ ਆ। ਹੋ ਸਕਦਾ ਜਦੋਂ ਇਹ ਡਾਇਬੀਟਿਸ ਦਾ ਪਤਾ ਵੀ ਲੱਗੇਗਾ ਨਾ, ਉਦੋਂ ਹੋ ਸਕਦਾ ਵੀ ਇਨਸਾਨ ਨੂੰ 2-3 ਸਾਲ ਤੋਂ ਉਹਨੂੰ ਹੋਈ ਹੋਵੇ, ਪਰ ਉਹਨੂੰ ਸਾਈਨ ਸਿੰਪਟਮ ਦਾ ਨਹੀਂ ਪਤਾ ਹੁੰਦਾ। ਪਾਣੀ ਪੀ ਜਾਣਾ, ਪਿਸ਼ਾਬ ਨੂੰ ਤੁਰੇ ਰਹਿਣਾ ਜਾਂ ਇਦਾਂ ਦੇ ਕਰਨਾ, ਉਹ ਤੁਸੀਂ ਕਨੈਕਸ਼ਨ ਨਹੀਂ ਲਾਉਂਦੇ ਹੈਗੇ ਕਿ ਵੀ ਮੈਨੂੰ ਕੋਈ ਨੁਕਸ ਵੀ ਹੋਊਗਾ। ਜਾਂ ਅਸੀਂ ਬਜ ਵੇਲੇ ਸਾਡੀ ਇਦਾਂ ਦੇ ਅਸੀਂ ਹੈਗੇ ਆ ਕਿ ਵੀ ਅਸੀਂ ਉਸ ਚੀਜ਼ ਨੂੰ ਇਗਨੋਰ ਵੀ ਕਰ ਦਿੰਦੇ ਆ ਕਿ ਵੀ ਹਾਂ ਮੈਨੂੰ ਕੁਛ ਨਹੀਂ ਹੋਇਆ, ਮੈਂ ਠੀਕ ਆ। ਇਸ ਲਈ ਟਾਈਪ 2 ਆਖਣਾ ਕਈਆਂ ਸਾਲਾਂ ਬਾਅਦ ਪਤਾ ਲੱਗ ਸਕਦਾ ਕਿ ਵੀ ਇਹ ਹੋਈ ਹੋ। ਮੈਂ ਥੋੜਾ ਲੱਕੀ ਸੀਗਾ ਕਿ ਵੀ ਮੈਨੂੰ ਛੇਤੀ ਪਤਾ ਲੱਗ ਗਿਆ ਸੀਗਾ। ਉਹਦਾ ਰੀਜ਼ਨ ਇਹ ਸੀਗਾ ਕਿ ਮਦਰ 1 ਸਾਲ ਇੰਡੀਆ ਤੋਂ ਆਈ ਤਾਂ ਉਹ ਵੀ ਡਾਇਬੈਟਿਕ ਆ, ਤੇ ਉਹਦੇ ਜਦੋਂ ਮੈਂ ਹਸਪੀਟਲ ਲੈ ਗਿਆ ਤਾਂ ਗੋਲੀਆਂ ਮੈਟਫੋਰਮਿਨ ਖਾਂਦੀ ਸੀਗੀ, ਤਾਂ ਉਹ ਕੰਮ ਕਰਨੋਂ ਹਟ ਗਈਆਂ। ਉਹ ਕਹਿੰਦੇ ਜੀ ਕਿ ਸਟੇਸੀ ਤੂੰ ਜਾ, ਤੇਰੀ ਮਦਰ ਨੂੰ ਟੀਕਾ ਲਾਉਣਾ ਪਊਗਾ। ਮੈਂ ਕਿਹਾ ਦੱਸੋ ਜੀ ਕਿੱਦਾਂ ਲੱਗਦਾ ਹੈ? ਉਹ ਉਂਗਲੀ ਦੱਸਣ ਲੱਗੀ, ਟੈਸਟ ਕਰਨਾ ਸਭ ਕੁਛ। ਜੋ ਟੈਸਟ ਮੇਰੀ ਉਂਗਲੀ ਲਾਈ, ਕਹਿੰਦੀ ਗੁੱਡ ਗੋਡ ਕੇ ਜਾ ਕੇ ਡਾਕਟਰ ਨੂੰ ਮਿਲ। ਹੋ ਸਕਦਾ ਮੈਨੂੰ ਸਾਲ ਤੋਂ ਹੀ ਪਹਿਲਾਂ ਹੋਵੇ, 2 ਸਾਲ ਤੋਂ ਵੀ ਹੋ ਸਕਦੀ ਸੀ, ਪਰ ਉਹ ਲੱਕੀ ਮੈਂ ਸੀਗਾ ਕਿ ਮਾਤਾ ਕਰਕੇ ਨਾ ਮੇਰਾ ਛੇਤੀ ਪਤਾ ਲੱਗ ਗਿਆ। 2000 ਦੇ ਵਿੱਚ ਡਾਇਗਨੋਸ ਹੋਇਆ ਸੀ ਤੇ ਹੁਣ 20 ਸਾਲ ਹੋ ਗਏ ਆ। ਤਾਂ ਇਸ ਲਈ ਬਹੁਤੇ ਬੰਦਿਆਂ ਨੂੰ ਪਤਾ ਵੀ ਨਹੀਂ ਲੱਗਦਾ ਹੈਗਾ ਕਿ ਵੀ ਉਹ ਡਾਇਬੈਟਿਕ ਹੈਗੇ ਆ, ਜਿੰਨਾ ਚਿਰ ਕੋਈ ਕੰਪਲਿਕੇਸ਼ਨ ਨਾ ਹੋਵੇ। ਡਾਇਬੈਟਿਕ ਦੀਆਂ ਕੰਪਲਿਕੇਸ਼ਨਾਂ ਬੜੀਆਂ ਸੀਰੀਅਸ ਹੈ ਜੇਕਰ ਤੁਸੀਂ ਇਨਸਾਨ ਉਹਦਾ ਖਿਆਲ ਨਾ ਰੱਖੇ। ਆ ਜਿਹੜੀ ਹੈਗੀ, ਮੈਂ ਹੋਰ ਇੱਕ ਵੰਡਰਫੁਲ ਚੀਜ਼ ਹੈਗੀ ਆ ਪਿੱਛੇ ਤੇ ਲਿਵਰ ਆ। ਲਿਵਰ ਜਿਹੜਾ ਆ, ਕਿਉਂਕਿ ਜਿਹੜੀ ਆਪਣੀ ਗਲੂਕੋਸ ਆ, ਇਹਨੂੰ ਆਪਾਂ ਨੂੰ ਸੁੱਤੇ ਪਿਆਂ ਨੂੰ ਵੀ ਚਾਹੀਦੀ ਹੁੰਦੀ ਆ। ਆਪਾਂ ਨੂੰ ਸਾਹ ਆਉਣ ਵਾਸਤੇ ਇਹ ਮਦਦ ਕਰਦੀ ਆ। ਦਿਮਾਗ ਦੇ ਵਾਸਤੇ ਘੱਟੋ ਘੱਟ 4 ਗ੍ਰਾਮ ਦਾ ਤਕਰੀਬਨ ਗਲੂਕੋਸ ਜਿਹੜੀ ਆ ਨਾ, ਉਹ ਸਾਡਾ ਦਿਮਾਗ ਹੀ ਖਾ ਜਾਂਦਾ ਆ।
ਇਸ ਲਈ ਯਾਨੀ ਕਿ ਨਾ ਅਸੀਂ ਸੁੱਤੇ ਪਏ ਹੁੰਦੇ ਆ ਕਿ ਨਾ ਉਦੋਂ ਵੀ ਸਾਨੂੰ ਕਿ ਨਾ ਹਾਰਟ ਫੰਕਸ਼ਨ ਵਾਸਤੇ, ਬ੍ਰੇਨ ਫੰਕਸ਼ਨ ਵਾਸਤੇ ਉਸ ਵੇਲੇ ਲੋੜ ਹੈਗੀ ਆ। ਕਈ ਬੰਦੇ ਜਿਹੜੇ ਡਾਇਬੈਟਿਕ ਹੈਗੇ ਆ ਕਿ ਨਾ ਉਹ ਆਪਣਾ ਬੋਡੀ ਕਲੌਕ ਇਦਾਂ ਦਾ ਆ ਕਿ ਵੀ ਰਾਤ ਦੇ 2 ਵਜੇ ਕਿ ਨਾ 2 ਤੇ 3 ਦੇ ਵਿਚਕਾਰ ਸਾਡੀ ਜਿਹੜੀ ਸ਼ੂਗਰ ਹੈਗੀ ਆ ਜਾਂ ਗਲੂਕੋਸ ਲੈਵਲਸ ਹੈਗੇ ਆ ਕਿ ਨਾ HbA1c ਕਿ ਨਾ ਉਹ ਘਟਣੀ ਸ਼ੁਰੂ ਹੋ ਜਾਂਦੀ ਆ, ਘਟ ਜਾਂਦੀ ਆ। ਕਈ ਬੰਦਿਆਂ ਨੂੰ ਸਾਈਨ ਐਂਡ ਸਿੰਪਟਮਸ ਹੈਗੇ ਆ, ਉਹਨੂੰ ਗਰਮੀ ਆਏਗੀ ਜਾਂ ਉਹ ਉੱਠ ਖੜੇਗਾ, ਪਸੀਨਾ ਆਇਆ ਹੋਏਗਾ। ਉਹਦਾ ਮਤਲਬ ਇਹ ਹੀ ਆ ਕਿ ਵੀ ਉਹਨੂੰ ਨਾ ਉਹਦੀ ਗਲੂਕੋਸ ਜਿਹੜੀ ਆ ਨਾ ਉਹ ਘਟ ਗਈ ਆ। ਉਦੋਂ ਫਿਰ ਲਿਵਰ ਕੀ ਕਰਦਾ ਹੈ ਨਾ, ਲਿਵਰ ਆਲਸੋ ਇਹ ਲਿਵਰ ਦੀਆਂ ਫੰਕਸ਼ਨਾਂ ਤਾਂ ਬਹੁਤ ਆ ਕਿ ਜਿਹੜੀ ਆਪਣਾ ਖੂਨ, ਸਾਡਾ ਖੂਨ ਵੀ ਸਫਾਈ ਕਰਦੀ ਆ ਤੇ ਹੋਰ ਚੀਜ਼ਾਂ ਵੀ ਬਹੁਤ ਆ। ਪਰ ਇੱਕ ਇਹਦੀ ਹੋਰ ਬਹੁਤ ਚੰਗੀ ਗੱਲ ਹੈ ਕਿ ਵੀ ਇਹਦੇ ਵਿੱਚ ਨਾ ਜਿਹੜੀ ਸਪੇਅਰ ਗਲੂਕੋਸ ਆ ਨਾ ਉਹ ਸਟੋਰ ਹੋ ਜਾਂਦੀ ਆ, ਜਿਹੜੀ ਸਾਨੂੰ ਨਾ ਤੁਰਦੇ ਫਿਰਦਿਆਂ ਨੂੰ ਵੀ ਲੋੜ ਪੈਂਦੀ ਆ, ਉਦੋਂ ਲਿਵਰ ਰਿਲੀਜ਼ ਕਰਦਾ। ਸੁੱਤੇ ਪਿਆ ਤੇ ਬਾਈ ਵੇਲੇ ਹੁਣ ਜਿਹੜੇ ਕਈ ਬੰਦੇ ਟੈਸਟ ਕਰਦੇ ਆ, ਕਈ ਸਾਨੂੰ ਇਹਦਾ ਪੁੱਛਿਆ ਕਿ ਜੀ ਮੈਂ ਰਾਤ ਨੂੰ ਸੁੱਤਾ ਸੀ, ਮੇਰੀ 6 ਸੀਗੀ ਤੇ ਪਰ ਮੈਂ ਸਾਰੀ ਰਾਤ ਤਾਂ ਮੈਂ ਕੁਛ ਨਹੀਂ ਖਾਧਾ, ਪਰ ਜਦ ਮੈਂ ਸਵੇਰ ਨੂੰ ਉੱਠਿਆ ਮੇਰੀ 11 ਹੋਈ ਹੋ ਸੀ। ਇਹਦਾ ਕੀ ਮਤਲਬ? ਇਹਦਾ ਇਹੀ ਮਤਲਬ ਆ ਕਿ ਵੀ ਜਦ ਤੁਸੀਂ ਸੁੱਤੇ ਪਏ ਹੁੰਦੇ ਆ ਕਿ ਨਾ ਦਿਮਾਗ ਨੂੰ ਇਹ ਨਹੀਂ ਪਤਾ ਹੁੰਦਾ ਕਿ ਵੀ ਤੁਸੀਂ ਕੀ ਕਰ ਰਹੇ ਆ, ਇਸ ਲਈ ਉਹ ਫਿਰ ਕਿਹੜਾ ਮੈਸੇਜ ਭੇਜ ਦਿੰਦਾ ਲਿਵਰ ਦੀ ਨਾ, ਲਿਵਰ ਦਿਮਾਗ ਨੂੰ ਨਾ, ਲਿਵਰ ਕਿਹੜਾ ਬੜੇ ਬੜੇ ਚੰਕਸ ਦੇ ਵਿੱਚ ਕਿ ਨਾ ਗਲਾਈਕੋਜਨ ਕਹਿੰਦੇ ਉਹਨੂੰ, ਜਿਹੜੀ ਸਟੋਰ ਕੀਤੀ ਉਹ ਰਿਲੀਜ਼ ਕਰ ਦਿੰਦਾ। ਹੁਣ ਉਹ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੀ ਆ, ਇਸ ਲਈ ਉਸ ਵੇਲੇ ਤੁਹਾਡੀ ਜਿਹੜੀ ਗਲੂਕੋਸ ਹੈ ਨਾ ਉਹ ਹਾਈ ਸਵੇਰ ਨੂੰ ਹੋ ਜਾਂਦੀ ਆ। ਇਹ ਰੀਜ਼ਨ ਆ। ਬਹੁਤੇ ਬੰਦਿਆਂ ਨੂੰ ਨਹੀਂ ਵੀ ਏਦਾਂ ਹੁੰਦੀ ਹੈਗੀ, ਕਿਉਂਕਿ ਜਿਹੜੀ ਮੈਟਫੋਰਮਨ ਗੋਲੀ ਆ ਨਾ ਉਹ ਇਹ ਕੋਸ਼ਿਸ਼ ਕਰਦੀ ਆ ਕਿ ਵੀ ਏਦਾਂ ਨਾ ਹੋਵੇ, ਕਿ ਵਾਧੂ ਜਿਹੜੀ ਗਲੂਕੋਸ ਆ ਉਹ ਰਿਲੀਜ਼ ਨਾ ਕੀਤੀ ਜਾਵੇ। ਇੱਕ ਜਿਹੜੀ ਡਾਇਬੀਟਿਸ, ਅੱਛਾ ਇਹ ਹੈਗੀ ਟਾਈਪ 1। ਟਾਈਪ 2 ਜਿਹੜੀ ਹੈ ਨਾ ਜਿਹੜਾ ਆਪਾਂ ਗੱਲ ਕੀਤੀ ਸੀਗੀ, ਟਾਈਪ 2 ਦੀ ਕਿ ਨਾ ਆਪਾਂ ਥੋੜੀ ਬਹੁਤੀ ਕਿ ਨਾ ਇਨਸੂਲਿਨ ਪੈਦਾ ਕਰਦੇ ਆ, ਬਹੁਤੀ ਨਹੀਂ, ਪਰ ਬਾਜੀ ਵੇਲੇ ਕੀ ਹੁੰਦਾ ਕਿ ਅਸੀਂ ਲੋੜ ਤੋਂ ਵਾਧੂ ਖਾ ਲੈਂਦੇ ਆ, ਪਰ ਜਿਹੜੀ ਪੋਰ ਪੈਂਕਰੀਅਸ ਹੈ ਜਿਹੜੀ ਨਾ ਇਹਨੂੰ ਕੰਮ ਬਹੁਤ ਹਾਰਡ ਕਰਨਾ ਪੈਂਦਾ ਆ ਇਨਸੂਲਿਨ ਪੈਦਾ ਕਰਨ ਵਾਸਤੇ। ਉਹ ਇਨਫ ਨਹੀਂ ਪੈਦਾ ਕਰ ਸਕਦੀ ਕਿ ਵੀ ਜਿਹੜੀ ਨਾ ਤੁਸੀਂ ਖੁਰਾਕ ਖਾਧੀ ਆ ਕਿ ਆਹ ਜਿਹੜਾ ਗਲੂਕੋਸ ਇੱਥੇ ਖੂਨ ਦੇ ਵਿੱਚ ਹੈਗਾ ਆ ਇਹ ਤੁਹਾਡੇ ਸਰੀਰ ਦੇ ਵਿੱਚ ਬੋਡੀ ਸੈਲਸ ਦੇ ਵਿੱਚ ਆਵੇ। ਇਸ ਲਈ ਨਾ ਉਹਨਾਂ ਹੀ ਖਾਣਾ ਚਾਹੀਦਾ ਹੈ ਕਿ ਜਿੰਨਾ ਕੁ ਤੁਹਾਡੀ ਆ ਪੈਂਕਰੀਅਸ ਕੰਮ ਕਰਦੀ ਆ। ਉਹਦੇ ਵਿੱਚ ਨਾਲ ਕੀ ਮਦਰ ਡਾਕਟਰ ਕਰਦੇ ਆ, ਨਰਸਾਂ ਜਿਹੜੀਆਂ ਹੈਗੀਆਂ ਡਾਇਬੈਟਿਕ ਦੀਆਂ, ਉਹ ਤੁਹਾਨੂੰ ਗੋਲੀਆਂ ਦਿੰਦੇ ਆ ਜਿਹੜੀ ਤੁਹਾਡੀ ਨਾ ਪੈਂਕਰੀਅਸ ਨੂੰ ਨਾ ਸਕੁਈਜ਼ ਕਰੇ ਕਿ ਵੀ ਇਨਸੂਲਿਨ ਥੋੜੀ ਹੋਰ ਪੈਦਾ ਹੋਵੇ, ਕਿਵੇਂ ਤੁਹਾਨੂੰ ਹੈਲਪ ਕਰੇ। ਕਈ ਹੈਗੀਆਂ ਤੁਹਾਡੀ ਸ਼ੂਗਰ ਜਿਹੜੀ ਹੈਗੀ ਆ ਗਲੂਕੋਸ ਉਹ ਘਟਾਉਣੀਆਂ ਆ, ਜਿੱਦਾਂ ਗਲਾਈਕੋਸਾਈਡ ਹੋਈ, ਗਲੂਪਰਮਾਈਡ ਹੋਈ, ਇਹਦੇ ਨਾਲ ਤੁਹਾਨੂੰ ਟੈਸਟਿੰਗ ਕਰਨ ਦੀ ਬਹੁਤ ਜ਼ਰੂਰਤ ਆ, ਕਿਉਂਕਿ ਉਹ ਗੋਲੀ ਖਾਣ ਦੇ ਨਾਲ ਤੁਹਾਡੀ ਨਾ ਗਲੂਕੋਸ ਜਿਹੜੀ ਆ ਨਾ ਉਹ ਡਿੱਗ ਪੈਗੀ, ਕਿਉਂਕਿ ਫਿਰ ਤੁਸੀਂ ਕਾਰ ਨਹੀਂ ਚਲਾਉਣੀ ਚਾਹੀਦੀ ਤੁਹਾਨੂੰ। ਜੇ 5 ਤੋਂ ਉੱਪਰ ਹੈਗੀ ਆ ਸਾਨੂੰ ਕਾਰ ਚਲਾਉਣੀ ਚਾਹੀਦੀ ਆ ਤੁਰਨ ਲੱਗਿਆਂ, ਤੇ 5 ਤੋਂ ਉੱਪਰ ਹੀ ਹੋਣੀ ਚਾਹੀਦੀ, ਉਹ ਤੋਂ ਘੱਟ ਨਹੀਂ ਹੋਣੀ ਚਾਹੀਦੀ। ਨਹੀਂ ਤਾਂ ਜੇ DVA ਨੂੰ ਜੇ ਤੁਹਾਨੂੰ ਫਰਜ਼ ਕਰੋ ਤੁਹਾਨੂੰ ਕਿਸੇ ਲੋੜ ਪੈਂਦੀ ਆ ਡਾਇਬੈਟਿਕ ਪਰਸਨ ਨੂੰ ਨਾ ਮਦਦ ਦੀ, ਤੁਹਾਡੇ ਕੋਲ ਮੀਟਰ ਹੋਣਾ ਚਾਹੀਦਾ ਕਾਰ ਦੇ ਵਿੱਚ, ਤਾਂ ਪੁਲਿਸ ਵਾਲਿਆਂ ਨੇ ਜੇ ਫੜ ਲਿਆ ਨਾ ਤਾਂ ਉਹ ਟੈਸਟ ਕਰੂਗੇ, ਟੈਸਟ ਤੁਰਨ ਲੱਗੇ ਨੇ ਕੀਤੀ ਸੀ। ਜੇ ਤੁਸੀਂ ਨਹੀਂ ਕੀਤੀ ਕਿ ਨਾ ਉਹ ਤੁਹਾਨੂੰ ਚਾਰਜ ਕਰ ਲਏਗਾ। ਜੇ ਗਲੂਕੋਸ ਤੁਹਾਡੀ ਉਹ ਤੋਂ ਜ਼ਿਆਦਾ ਹੈਗੀ ਆ ਤਾਂ ਠੀਕ ਆ, ਫਿਰ ਵੀ ਕਾਰ ਦੇ ਵਿੱਚ ਤੁਹਾਨੂੰ ਕੁਛ ਨਾ ਕੁਛ ਜ਼ਰੂਰ ਰੱਖਣਾ ਚਾਹੀਦਾ ਆ। ਇਹ ਨਹੀਂ ਬਹੁਤੇ ਲੋਕਾਂ ਨੇ ਅਸੀਂ ਜੀ ਮੈਂ ਚੋਕਲੇਟਾਂ ਰੱਖੀਆਂ ਹੁੰਦੀਆਂ, ਪਰ ਚੋਕਲੇਟਾਂ ਨਾ ਬਹੁਤ ਚਿਰ ਕੰਮ ਨਹੀਂ ਕਰਦੀਆਂ ਹੈਗੀਆਂ ਛੇਤੀ। ਸਾਰਿਆਂ ਨੂੰ ਛੇਤੀ ਚੀਜ਼ ਕੰਮ ਕਰਦੀ ਕੀ ਆ ਜਿਹੜੀ ਆਪਾਂ ਖੁਰਾਕ ਤੋਂ ਮਿਲਦੀ ਆ, ਗਲੂਕੋਸ। ਜੇ ਬੋਤਲ ਹੈਗੀ ਗਲੂਕੋਸ ਦੀ ਉਹ ਰੱਖ ਲਓ, ਜਾਂ ਗਲੂਕੋਟੈਬ ਗੋਲੀਆਂ ਵੀ ਹੈਗੀਆਂ, ਲੁਕਜ਼ਿਡ ਦੀਆਂ ਗੋਲੀਆਂ ਵੀ ਮਿਲਦੀਆਂ,
ਉਹ ਬੰਦਾ 4 ਜਾਂ 5 ਕਨਾ ਮੂੰਹ 'ਚ ਫਟਾਫਟ ਸਿੱਟ ਲਵੇ ਤਾਂ ਤੁਹਾਡਾ ਲੈਵਲ ਰਾਈਜ਼ ਹੋ ਜਾਊ। ਇਹਦੇ ਸਾਈਨ ਸਿੰਪਟਮਸ ਕੀ ਆ ਡਾਇਬੀਟਿਸ ਟਾਈਪ 2 ਦੇ? ਤੁਹਾਨੂੰ ਥਿਆ ਬਹੁਤ ਲੱਗੂਗੀ, ਤੁਹਾਡੀ ਅੱਖਾਂ ਦੀ ਮੋਰੇ ਝੁੰਝਲਾ ਵੀ ਤੁਹਾਨੂੰ ਦਿਸੂਗਾ। ਇਹ ਨਹੀਂ ਕਿ ਵੀ ਹਰ ਇੱਕ ਬੰਦੇ ਨੂੰ ਉਹ ਫਾਈਨਲ ਸਿੰਪਟਮ ਆਉਣਗੇ, ਕਈਆਂ ਨੂੰ ਹੁੰਦੇ ਆ, ਕਈਆਂ ਨੂੰ ਨਹੀਂ ਹੁੰਦੇ ਹੈਗੇ, ਪਰ ਮੋਟੇ ਇਹ ਹੀ ਆ। ਤੁਹਾਡਾ ਸਰੀਰ ਕੰਬਣ ਲੱਗ ਪਊ, ਹੱਥ ਕੰਬਣ ਲੱਗ ਪਊ, ਜਾਂ ਤੁਹਾਡੀ ਜ਼ੁਬਾਨ ਥਥਲਾਉਣ ਲੱਗ ਪਏਗੀ ਕਿ ਵੀ ਜੋ ਤੁਸੀਂ ਕਹਿਣਾ ਚਾਹੁੰਦੇ ਆ ਉਹ ਤੁਹਾਡੇ ਜਿਹੜਾ ਦਿਮਾਗ ਆ ਉਹ ਦਿਮਾਗ ਦੇ ਵਿੱਚੋਂ ਗੱਲ ਨਿਕਲਦੀ ਨਹੀਂ ਹੈਗੀ ਸਹੀ, ਤੇ ਉਹ ਨਾ ਹੀ ਉਹ ਤੁਹਾਡੀ ਜ਼ੁਬਾਨ ਤੇ ਆਉਂਦੀ ਆ। ਇਸ ਲਈ ਉਦੋਂ ਤੁਹਾਡੀ ਗਲੂਕੋਸ ਮਤਲਬ ਘਟੀਓ ਹੁੰਦੀ ਆ। ਪਹਿਲੀਆਂ ਦੇ ਵਿੱਚ ਜਦ ਮੈਂ ਪੁਲਿਸ ਭਰਤੀ ਹੋਇਆ ਸੀਗਾ ਤੇ ਉਸ ਵੇਲੇ ਕੀ ਕਰਦੇ ਸੀ, ਜੇ ਕੋਈ ਬਾਹਰ ਬੰਦਾ ਏਦਾਂ ਕੋਈ ਡਿੱਗਿਆ ਪਿਆ ਕਹਿਣਾ ਸ਼ਰਾਬੀ ਆ, ਉਹਨੂੰ ਚੱਕ ਕੇ, ਕਿਉਂਕਿ ਉਹ ਜਿਹੜੇ ਸਾਇੰਸ ਸੀਗੇ ਉਹ ਸ਼ਰਾਬੀਆਂ ਦੇ ਹੁੰਦੇ ਸੀ, ਕਿਉਂਕਿ ਪੁਲਿਸ ਵਾਲੇ ਨੂੰ ਲਿਖਣਾ ਪੈਂਦਾ ਹੁੰਦਾ ਸੀ ਜੀ ਇਹਦੀ ਜੋ ਮੈਂ ਇਹਨੂੰ ਰੱਖਿਆ ਆਪਣੇ ਪੈਰਾਂ ਤੇ ਖੜ ਨਹੀਂ ਸਕਦਾ ਸੀਗਾ, ਜ਼ੁਬਾਨ ਥਰਥਰਾਉਂਦੀ ਸੀਗੀ, ਤੇ ਜੋ ਮੈਂ ਇਹਨੂੰ ਸਵਾਲ ਪੁੱਛਦਾ ਸੀ ਤਾਂ ਇਹ ਮੈਨੂੰ ਜਵਾਬ ਨਹੀਂ ਦੇ ਰਿਹਾ ਸੀ। ਇਹ ਚੀਜ਼ਾਂ ਲਿਖਦੇ ਹੁੰਦੇ ਸੀਗੇ। ਜਦੋਂ ਵੀ ਇਹਨੂੰ ਹਸਪਤਾਲ ਉੱਥੇ ਲੈ ਕੇ ਜਾਣਾ ਪੁਲਿਸ ਸਟੇਸ਼ਨ, ਉਹਨੂੰ ਪਾਉਣਾ, ਡਾਕਟਰ ਨੂੰ ਸੱਦਣਾ ਹੀ ਪੈਂਦਾ ਹੁੰਦਾ ਸੀਗਾ। ਉਹ ਡਾਕਟਰ ਨੇ ਕਹਿਣਾ ਉਹ ਕੋਲੇ ਲੋਕ ਹੋਏ ਤਾਂ ਡਾਇਬੈਟਿਕ ਆ, ਉਹਦੀ ਸ਼ੂਗਰ ਘਟੀ ਹੁੰਦੀ ਸੀ, ਉਹਨੂੰ ਟੀਕਾ ਲਾਉਣਾ ਗਲਾਈਕੋਜਨ ਦਾ ਤੇ ਉਹਨੂੰ ਤੋੜ ਦੇਣਾ। ਸੋ ਉਸ ਸਮੇਂ ਏਦਾਂ ਵੀ ਬਹੁਤ ਸੀਗੇ ਕਿ ਵੀ ਫਸਟ ਏਡ ਦਾ ਕੋਰਸ ਵੀ ਨਹੀਂ ਉਹ ਕਰਾਉਂਦੇ ਸੀ ਕਿ 25 ਸਾਲੀ ਕਰਾਤਾ ਠੀਕ ਆ, ਨਹੀਂ ਤਾਂ ਨਾ ਸਹੀ। ਤੇ ਚਲੋ ਹੁਣ ਤਾਂ ਸਦੀਆਂ ਬਦਲ ਗਈਆਂ ਵੀ ਹੁਣ ਤਾਂ ਹਰੇਕ 6 ਮਹੀਨੇ ਤੁਹਾਨੂੰ ਹੌਸਪੀਟਲ ਸੇਫਟੀ ਟ੍ਰੇਨਿੰਗ ਵੀ ਕਰਨੀ ਪੈਂਦੀ ਆ ਤੇ ਫਸਟ ਏਡ ਵੀ ਕਰਨੀ ਪੈਂਦੀ ਆ, ਤੇ ਹੁਣ ਨਹੀਂ ਏਦਾਂ ਦੇ ਚਾਂਸਿਸ ਬਹੁਤ ਘੱਟ ਹੁੰਦੇ। ਉੱਦਾਂ ਹੋਰ ਤਰੀਕਿਆਂ ਨਾਲ ਮੌਤਾਂ ਜ਼ਰੂਰ ਜੇਲ੍ਹਾਂ ਦੇ ਉਹਦੇ ਵਿੱਚ ਪੁਲਿਸ ਸਟੇਸ਼ਨ ਹੋ ਜਾਂਦੀਆਂ, ਉਹ ਵੱਖਰੀ ਗੱਲ ਆ। ਸੋ ਇਹ ਟਾਈਪ 2 ਨਾ ਬਹੁਤੀ ਇਹ ਨਹੀਂ ਕਿ ਵੀ ਸਾਰੇ ਇਹ ਪਤਲੇ ਬੰਦਿਆਂ ਦੇ ਵਿੱਚ ਹੋ ਜਾਂਦੀ ਆ। ਆਮ ਤੌਰ ਤੇ ਇਹ ਹੁਣ ਲਿੰਕ ਕੀਤੀ ਗਈ ਆ ਕਿ ਵੀ ਇਹ ਜੈਨੇਟਿਕਲੀ ਵੀ ਫੈਮਿਲੀ ਦੇ ਵਿੱਚ ਵੀ ਰਨ ਹੋ ਸਕਦੀ ਆ। ਜਿਸ ਤਰ੍ਹਾਂ ਮੈਂ ਆਪਣਾ ਐਗਜ਼ਾਮਪਲ ਦੇਣਾ ਕਿ ਮੇਰੇ ਨਾਨਾ ਜੀ ਨੂੰ ਸੀਗੀ, ਫਿਰ ਮੇਰੀ ਨਾਨੀ ਨੂੰ ਚਲੋ ਓਲਡ ਏਜ ਦੇ ਵਿੱਚ ਜਾ ਕੇ ਹੋਈ, ਉਹ 90 ਤੋਂ ਉੱਪਰ ਹੋ ਗਈ ਸੀ ਉਸ ਵੇਲੇ, ਤੇ ਉਦੋਂ ਹੋਈ, ਅੱਧੀ ਉਮਰ ਮੈਟਫੋਰਮਿਨ ਦਿਖਾਉਂਦੀ ਸੀ। ਫਿਰ ਮੇਰੀ ਮਦਰ ਨੂੰ ਹੋ ਗਈ। ਹੁਣ ਉਹ ਤੋਂ ਬਾਅਦ ਮੈਨੂੰ ਪਤਾ ਜ਼ਰੂਰ ਸੀਗਾ ਕਿ ਵੀ ਮੈਨੂੰ ਇੱਕ ਦਿਨ ਹੋ ਜਾਏਗੀ, ਪਰ ਜਦੋਂ ਏਦਾਂ ਉਦੋਂ ਹੋਈ ਕਿ ਨਾ ਮੈਨੂੰ ਇੰਨੀ ਸ਼ੌਕ ਲੱਗੀ ਕਿ ਨਾ ਕਿ ਵੀ ਮੈਂ 6 ਮਹੀਨੇ ਕਿ ਮੇਰਾ ਦਿਮਾਗ ਦਰੁਸਤ ਨਹੀਂ ਰਿਹਾ ਇੱਕ ਕਿਸਮ ਦਾ, ਯਾਨੀ ਕਹਿਣਾ ਹੈ ਮੈਨੂੰ ਹੋ ਗਈ। although I could not come to terms ਕਿ ਵੀ ਇਹ ਮੇਰੇ ਨਾਲ ਕਾਹਤੇ ਹੋ ਗਈ, ਤਾਂ ਉਹ ਲੋਕ ਮੈਨੂੰ ਪਤਾ ਸੀ ਕਿ ਵੀ ਸਾਡੀ ਫੈਮਿਲੀ 'ਚ ਰਨ ਹੋ ਰਹੀ ਆ। ਇਸ ਲਈ ਤੁਹਾਨੂੰ ਕਹਿੰਦਾ ਬਾਈ ਵੇਲੇ ਬੜਾ ਔਖਾ ਜਿਹਾ ਲੱਗਦਾ ਹੈ ਕਿ ਵੀ ਜਾਂ ਤੁਹਾਨੂੰ ਕੋਈ ਬਿਮਾਰੀ ਲੱਗ ਜਾਂਦੀ ਕਹਿਣਾ ਮੈਨੂੰ ਹੋਈ ਹੈ, ਮਗਰੋਂ ਫਿਰ ਤੁਸੀਂ ਕਹਿੰਦਾ ਉਹਦੇ ਨਾਲ ਅਕੋਮੋਡੇਟ ਕਰ ਲੈਂਦੇ ਆ ਕਿ ਵੀ ਕੋਈ ਪ੍ਰੋਬਲਮ ਨਹੀਂ। ਤੇ ਇੱਕ ਇਹ ਜਿਹੜਾ ਬੰਦਾ ਭਾਰਾ ਹੁੰਦਾ ਆ, ਕਿਉਂਕਿ ਉਧਰ ਮੈਂ ਤਾਂ ਹੀ ਪੁੱਛਿਆ ਸੀਗਾ ਆਪਣੇ ਗਿਆਨੀ ਜਰਮਨੀ ਤੋਂ ਜਿਹੜਾ ਸੀਗਾ ਕਿ ਉਹਨਾਂ ਦੀ ਮਾਸੀ ਓਵਰਵੇਟ ਤਾਂ ਨਹੀਂ ਸੀਗੀ, ਤਾਂ ਕਹਿੰਦਾ ਹਾਂ, ਕਹਿੰਦਾ ਓਵਰਵੇਟ ਸੀ, ਮਾਈ ਨੇ ਬਹੁਤ ਖਿਆਲ ਰੱਖਿਆ ਤੇ ਉਹ ਠੀਕ ਰਹੀ। ਇਸੇ ਕਰਕੇ ਕਹਿੰਦਾ ਕੀ ਆਖਣਾ ਮੋਟੇ ਜਿਹੜੇ ਬੰਦੇ ਓਵਰਵੇਟ ਆਖਣਾ ਆ ਜਿਹੜੀ ਮੈਂ ਥੱਲੇ ਆਹ ਸੈੱਲ ਦਿਖਾਲੀ ਆਖਣਾ ਛੋਟੀ ਨੋਰਮਲ ਸੈੱਲ ਓਵਰਵੇਟ ਬੰਦਿਆਂ ਦੇ ਕਹਿੰਦਾ ਆਹ ਆਖਣਾ ਓਵਰਵੇਟ ਸੈੱਲ ਹੋ ਜਾਂਦੀ ਆ, ਮਤਲਬ ਮੋਟੀ ਕਹਿ ਲਓ। ਹੁਣ ਇਹਦੇ ਵਿੱਚ ਕਹਿੰਦਾ ਤੁਸੀਂ ਦੇਖੋ ਕਿ ਵੀ ਚਾਬੀਆਂ ਜਿਹੜੀਆਂ ਹੈਗੀਆਂ ਇਨਸੁਲਿਨ ਦੀਆਂ ਕਹਿੰਦਾ ਜੇ ਇਹਦੇ ਵਿੱਚ ਸ਼ੂਗਰ ਜਾਏਗੀ ਕਹਿੰਦਾ ਗਲੂਕੋਸ ਜਾਏਗੀ ਐਨਰਜੀ ਵਾਸਤੇ, ਤੁਹਾਨੂੰ ਬਹੁਤ ਇਨਸੁਲਿਨ ਚਾਹੀਦੀ ਆ ਉਸ ਓਵਰਵੇਟ ਬੰਦੇ ਨੂੰ ਆਪਣੀ ਵਰਜਿਸ਼ ਕਰਨ ਲਈ ਜਾਂ ਕੋਈ ਕੰਮ ਕਰਨ ਲਈ। ਇਸ ਲਈ ਉਹਨੂੰ ਬਹੁਤ ਅਖਿਆਈ ਹੋਊਗੀ ਪੈਂਕਰੀਅਸ ਨੂੰ ਕੋਈ ਇਨਸੁਲਿਨ ਪੈਦਾ ਕਰਨ ਵਾਸਤੇ। ਪਰ ਜਦੋਂ ਇਹੀ ਐਮਫਸਾਈਜ਼ ਕਰਦੇ ਹੁੰਦੇ ਆ ਗਰੁੱਪ ਦੇ ਵਿੱਚ ਕਿ ਵੀ ਥੋੜਾ ਬਹੁਤਾ ਭਾਰ ਜਦੋਂ ਤੁਸੀਂ ਘਟਾਓਗੇ ਨਾ
ਆਟੋਮੈਟਿਕਲੀ ਜੇ ਇਹ ਜਿਹੜੀ ਓਵਰਵੇਟ ਸੈਲਸ ਆ ਉਹ ਛੋਟੀ ਹੋਣੀ ਸ਼ੁਰੂ ਹੋ ਜਾਏਗੀ, ਫਿਰ ਸਾਡੀ ਆਟੋਮੈਟਿਕਲੀ ਜਿਹੜੀ ਇੱਥੋਂ ਇਨਸੂਲਿਨ ਪੈਦਾ ਹੋ ਰਹੀ ਹੈ ਨਾ, ਤੁਹਾਡਾ ਜਿਹੜਾ ਆਹ ਰਿਜ਼ਲਟ ਹੈ ਨਾ 4 ਤੋਂ 10 ਤਰੀਕ ਨਾ ਬਹੁਤ ਮਚ ਬੈਟਰ ਆ ਜਾਏਗਾ। ਗਲੂਕੋਸ ਇਹਦੇ ਵਿੱਚ ਡਾਇਬੀਟਿਸ ਦੇ ਵਿੱਚ ਨਾ 3 ਚੀਜ਼ਾਂ ਬਹੁਤ ਜ਼ਰੂਰੀ ਆ। ਮੈਂ ਤੁਹਾਨੂੰ ਇਹ ਸਮਝਾਉਣਾ, ਦੇਖੋ ਜਿਹੜਾ ਆ ਜਿਹੜੀ ਆ ਦੱਸ ਰਹੀ ਆ ਹੈਗੀ ਸਾਡੀ ਬਲੱਡ ਵੈਸਲ ਆ, ਖੂਨ ਆ, ਠੀਕ ਹੈ ਜੀ, ਦਿਸ ਰਿਹਾ? ਹਾਂਜੀ ਦਿਸ ਰਿਹਾ। ਠੀਕ ਹੈ, ਆ ਜਿਹੜੇ ਲੱਗੇ ਹੋ ਨਾਲ ਘਣਾ ਮਣਕੇ ਜਾਏ ਇਹਦਾ ਬੀਜ ਹੀ ਆ 4 ਆ, ਇਹਨੂੰ 4 ਆ ਆ ਜਿਹੜੀ ਆ ਸੈਲਸ ਸੇਮ ਹੀ ਆ, ਪਰ ਇਹਨੂੰ 10 ਲੱਗੇ ਹੋ ਆ। ਕਿਹੜੀ ਚੀਜ਼ ਤੁਹਾਡੇ ਸਿਸਟਮ ਦੇ ਜਿਹੜੀਆਂ ਆਪਣੀਆਂ ਨਾੜੀਆਂ ਆ ਉਹ ਤਾਂ ਬਹੁਤ ਛੋਟੀਆਂ ਆ, ਕਿਹੜਾ ਖੂਨ ਕਨਾ ਅੱਛੀ ਤਰ੍ਹਾਂ ਤੁਹਾਡੇ ਨਾਲ ਪੰਪ ਰਾਉਂਡ ਕਰੂ ਬੋਡੀ ਦੇ, ਆਹ ਜਾਂ ਆ? ਓਬਵੀਅਸਲੀ ਆ ਜਿਹੜੇ 4 ਵਾਲਾ ਆ ਇਹ ਕਰੂਗਾ, ਕਿਉਂਕਿ 10 ਵਾਲਾ ਤਾਂ ਫਸ ਜਾਊਗਾ, ਕਿਉਂਕਿ ਜਿਹੜਾ ਸ਼ੂਗਰ ਆ ਗਲੂਕੋਸ ਆ ਨਾ ਤੁਹਾਡਾ ਖੂਨ ਸਟਿਕੀ ਹੋ ਜਾਏਗਾ, ਉਹ ਪੰਪ ਕਰਨਾ ਨਾ ਸਰੀਰ ਦੇ ਆਲੇ ਦੁਆਲੇ ਬਹੁਤ ਅਖਿਆਈ ਦੇ ਨਾਲ ਹੋਊ, ਉਨਾ ਹੀ ਤੁਹਾਡੇ ਨਾ ਹਾਰਟ ਨੂੰ ਨਾ ਜ਼ੋਰ ਲਾਉਣਾ ਪਊਗਾ ਉਹਨੂੰ ਪੰਪ ਰਾਉਂਡ ਕਰਨ ਨੂੰ। ਇਸ ਲਈ ਯਾਨੀ ਕਿ ਨਾ 3 ਚੀਜ਼ਾਂ ਜਿਹੜੀਆਂ ਕਿ ਨਾ ਬਹੁਤ ਜ਼ਰੂਰੀ ਆ। ਇੱਕ HA1C, ਜਿਹੜੀ HA ਆ ਨਾ ਉਹ ਤਾਂ ਹੈਗੀ ਆ ਬਲੱਡ ਵੈਸਲ, A1C ਜਿਹੜੀ ਆ ਉਹ ਕਰਦੀ ਆ ਟੈਸਟ ਕਿ ਸਾਡੀ ਗਲੂਕੋਸ ਕਿੰਨੀ ਆਲੇ ਦੁਆਲੇ ਖੂਨ ਦੇ ਨਾਲ ਜੰਮੀ ਹੋ ਆ, ਤਾਂ ਉਹ ਟੈਸਟ ਕਰਦੇ ਆ ਤੁਹਾਡਾ ਹਰੇਕ 3 ਮਹੀਨੇ ਜਾਂ 6 ਮਹੀਨੇ ਖੂਨ ਟੈਸਟ ਹੁੰਦਾ। ਉਹ ਖੂਨ ਜਿਹੜਾ ਇਹ ਲਿਆ ਜਾਂਦਾ ਕਿ ਨਾ ਜਿਹੜੀ ਘਰ ਅਸੀਂ ਕਰੀ ਦੀ ਹੈ ਕਿ ਨਾ ਉਹ ਰਿਜ਼ਲਟ ਜਿਹੜਾ ਹੈ ਕਿ ਨਾ ਉਹ ਤੁਹਾਡੀ ਗਾਈਡੈਂਸ ਵਾਸਤੇ ਆ, ਉਹ ਹੈਗਾ ਕਪਿਲਰੀ ਟੈਸਟ ਹੈ ਕਿਸਮ ਦਾ, ਕਿਉਂਕਿ ਉਂਗਲੀ ਤੋਂ ਟੈਸਟ ਕਰਦੇ ਆ ਤੇ ਉਹ ਹੈਗਾ ਤੁਹਾਡਾ ਉਦੋਂ ਕੀ ਉਸ ਵੇਲੇ ਸਾਡੀ ਗਲੂਕੋਸ ਰੀਡਿੰਗ ਕੀ ਆ। ਜਿਹੜੀ ਇੱਥੋਂ ਸਾਡੀ ਬਾਂਹ ਦੇ ਵਿੱਚੋਂ ਖੂਨ ਲਿਆ ਜਾਂਦਾ ਆ HbA1c ਵਾਸਤੇ, ਉਹ ਸਾਡਾ ਓਵਰਆਲ ਕਨਾ 3 ਮਹੀਨਿਆਂ ਦਾ ਕਨਾ ਖੂਨ ਟੈਸਟ ਕਰਕੇ ਦੱਸ ਦਿੰਦੇ ਆ ਕਿ ਵੀ ਸਾਡੀ ਐਵਰੇਜ ਜਿਹੜੀ ਆ ਉਹ ਇੰਨੀ ਆ। ਉਹ ਜਿਹੜੀ ਆ ਘੱਟੋ ਘੱਟ ਯਾਨੀ ਜਿਹੜੀ ਹੈਲਥੀ ਆ ਨਾ ਉਹ 6.5 ਰੱਖਣੀ ਚਾਹੀਦੀ ਆ। 6.5 ਅੱਛੀ ਆ, ਗੁੱਡ ਕੰਟਰੋਲ ਆ। ਇਹਦੇ ਨਾਲ ਹੀ ਕਿ ਨਾ ਗਲੂਕੋਸ ਦੇ ਨਾਲ HA1C ਜਿਹੜੀ ਆ ਇਹਦੇ ਨਾਲ ਹੀ ਤੁਹਾਡਾ ਕੋਲੈਸਟਰੋਲ ਅੱਛਾ ਹੋਣਾ ਚਾਹੀਦਾ, ਬਲੱਡ ਪ੍ਰੈਸ਼ਰ ਅੱਛਾ ਹੋਣਾ ਚਾਹੀਦਾ। ਜੇ 3 ਚੀਜ਼ਾਂ ਅੱਛੀਆਂ ਆ ਤੇ ਜਿਹੜੀਆਂ ਬਾਕੀ ਦੀ ਕੰਪਲੀਕੇਸ਼ਨਾਂ ਹੋ ਜਾਂਦੀਆਂ ਆ ਉਹ ਰੁਕ ਸਕਦੀਆਂ, ਕਿਉਂਕਿ ਬੜਾ ਸੋਹਣਾ ਸਮਝਾਉਣਾ ਔਖਾ। ਇਸ ਲਈ ਇਹ ਕੋਰਸ ਡਿਜ਼ਾਈਨ ਕੀਤਾ ਹੈ ਨਾ 6 ਹਫ਼ਤੇ ਦਾ। ਹੁਣ ਗ੍ਰੀਨਜ ਦੇ ਵਿੱਚੋਂ ਵੀ ਬੈਕਸਲੀ ਨੂੰ ਬੰਦੇ ਆ ਸਕਦੇ ਆ, ਪਹਿਲਾਂ ਨਹੀਂ ਸੀਗੇ ਇਸ ਕੋਰਸ ਤੇ, ਕਿਉਂਕਿ ਉਦੋਂ ਸਿਰਫ ਬੈਕਸਲੀ ਨੇ ਇਹ ਕੋਰਸ ਬਾਈ ਕੀਤਾ ਸੀਗਾ, ਤੇ ਹੁਣ ਉਹਨੇ ਕੋਈ ਆਪਸੀ ਡਿਸਾਈਡ ਕਰ ਲਿਆ ਕਿ ਵੀ ਬਰੋਮਲੀ ਤੇ ਗ੍ਰੀਨਜ ਸਾਰੇ ਇਕੱਠੇ ਰਲ ਸਕਦੇ ਆ। ਤੇ ਤੁਸੀਂ ਇਹ ਕੋਰਸ ਜੇ ਕਰਨਾ ਚਾਹੋ ਤਾਂ ਤੁਸੀਂ ਇਹ ਕਰ ਸਕਦੇ ਆ ਜੇ ਕੋਈ ਬੰਦਾ ਡਾਇਬੈਟਿਕ ਹੈਗਾ। ਆਮ ਤੌਰ ਤੇ ਡਾਕਟਰ ਜਾਂ ਨਰਸਾਂ ਹੀ ਤੁਹਾਨੂੰ ਇਹ ਰੈਫਰ ਕਰ ਦਿੰਦੀਆਂ ਆ ਇਸ ਕੋਰਸ ਵਾਸਤੇ। ਉਹਨੂੰ ਕਹਿੰਦੇ ਆ ਦੇਖੋ ਏਦਾਂ ਦੀ ਬੁੱਕ ਸ਼ਾਇਦ ਦੇਖੀ ਵੀ ਹੋਵੇ ਤੁਸੀਂ, ਐਕਸਪਰਟ ਲਿਖਿਆ ਆ ਇਹਦੇ ਉੱਪਰ, ਐਕਸਪਰਟ ਡਾਇਬੀਟਿਸ। ਇਹ ਬੁੱਕਾਂ ਤੁਹਾਨੂੰ ਕੋਰਸ ਦੇ ਵਿੱਚ ਅਸੀਂ ਉਹਨਾਂ ਪੇਸ਼ੈਂਟਾਂ ਨੂੰ ਦੇ ਦੇਣੀਆਂ। ਤੇ ਆਹ ਬਹੁਤ ਸੋਹਣੀ ਚੀਜ਼ ਆਈ ਹੈ। ਮੈਂ ਕੋਲੈਸਟਰੋਲ ਦੀ ਗੱਲ ਕਰਦਾ ਸੀਗਾ। ਦੇਖੋ ਜੀ ਦੀਦੀ ਆ ਤੁਹਾਡੀ ਨਾੜ ਜਾਂਦੀ ਆ,
ਖੂਨ ਜਾ ਰਿਹਾ, ਆ ਤੁਹਾਡੇ ਕੋਲੈਸਟਰੋਲ ਲੱਗਾ ਆ ਆਲੇ ਦੁਆਲੇ। ਹੁਣ ਹੌਲੀ ਹੌਲੀ ਜਿਹੜਾ ਕੋਲੈਸਟਰੋਲ ਹੈ ਨਾ, ਇਹਨੇ ਕਹਿਣਾ ਬਿਲਡਅਪ ਹੋਈ ਜਾਣਾ। ਇੱਥੇ ਮੋਰੋਂ ਕੀ ਹੋਊਗਾ ਕਿ ਨਾ, ਆ ਖੂਨ ਜਾਣਾ ਉਹ ਬੰਦ ਹੋ ਜਾਊ। ਉਦੋਂ ਕੀ ਹੋਏਗਾ, ਉਦੋਂ ਹਾਰਟ ਫੇਲੀਅਰ ਵੀ ਹੋ ਸਕਦਾ, ਉਦੋਂ ਦੂਸਰੀ ਕੀ ਕਹਿੰਦੇ ਸਟ੍ਰੋਕ ਹੋ ਸਕਦੀ ਆ, ਏਦਾਂ ਹੀ ਚੀਜ਼ਾਂ। ਸੋ ਅਸੀਂ ਕਹਿਣਾ ਜਿਹੜੇ ਡਾਇਬੈਟਿਕ ਵਾਲੇ ਆ, ਇਹਨਾਂ ਨੂੰ ਬਹੁਤ ਖਿਆਲ ਰੱਖਣਾ ਚਾਹੀਦਾ ਕਿ ਸਾਨੂੰ ਏਦਾਂ ਦੀ ਕੋਈ ਕੰਪਲੀਕੇਸ਼ਨ ਹੋ ਸਕੇ। ਗੁਰਚਰਨ ਸਿੰਘ, ਜਿਹੜੀ ਡਾਇਬੀਟੀ ਆ, ਇਹਦੇ ਨਾਲ ਜਿੱਦਾਂ ਕੋਲੈਸਟਰੋਲ ਲੋਅਰ ਹੋਣਾ ਵੀ ਜ਼ਰੂਰੀ ਆ। ਹਾਂਜੀ ਹਾਂਜੀ, ਕੋਲੈਸਟਰੋਲ ਲੋ ਹੋਣਾ ਵੀ ਬਹੁਤ ਜ਼ਰੂਰੀ ਆ। ਅੱਗੇ ਕਹਿੰਦੇ ਹੁੰਦੇ ਸੀ ਵੀ 2 ਤਰ੍ਹਾਂ ਦਾ ਕੋਲੈਸਟਰੋਲ ਆ, 3 ਤਰ੍ਹਾਂ ਦਾ, HDL, LDL। ਅੱਗੇ ਕਹਿੰਦੇ ਹੁੰਦੇ ਕਿ ਵੀ ਐਨੀਮਲ ਫੈਟ ਨਹੀਂ ਖਾਣਾ ਚਾਹੀਦਾ ਬਹੁਤਾ, ਜਾਂ ਜਿਹੜਾ ਘੇ ਆ। ਹੁਣ ਉਹ ਜਿਹੜੀ ਸਿਚੁਏਸ਼ਨ ਹੈਗੀ ਆ, ਉਹ ਕਹਿੰਦੇ ਵੀ ਘੇ ਦਾ ਕੋਈ ਵਿਗਾੜ ਨਹੀਂ, ਪਰ ਉਹਦੇ ਵਿੱਚ ਮੋਨੋਸੈਚੂਰੇਟਡ ਫੈਟ ਜਿਹੜਾ ਹੈ ਨਾ, ਜਿੱਦਾਂ ਓਲਿਵ ਆਇਲ ਆ, ਉਹ ਅੱਛਾ ਆ। ਪਰ ਓਲਿਵ ਆਇਲ ਦੇ ਨਾਲ ਕੁੱਕ ਨਹੀਂ ਕਰਨਾ ਚਾਹੀਦਾ, ਕਿਉਂਕਿ ਜਦ 220 ਡਿਗਰੀ ਤੇ ਉਹ ਚਲ ਜਾਂਦਾ ਹੈ ਨਾ, ਉਹ ਪੋਲੀ ਅਨਸੈਚੂਰੇਟਡ ਫੈਟ ਬਣ ਜਾਂਦਾ ਓਲਿਵ ਆਇਲ ਦਾ। ਸਾਡੇ ਉਹ ਗਰੁੱਪ ਦੇ ਵਿੱਚ ਕਈ ਆਉਂਦੇ ਹੋਏ ਗੋਰੇ ਜਾਣੀ ਕਿ ਨਾ, ਉਹ ਕਹਿੰਦੇ ਅਸੀਂ ਕੁੱਕ ਕਰਦੇ ਜੀ ਆਂਡੇ ਉਹਦੇ ਵਿੱਚ। ਉਹਦਾ ਕੋਈ ਫਾਇਦਾ ਹੀ ਨਹੀਂ ਹੈਗਾ ਕੁੱਕ ਕਰਨ ਦਾ, ਕਿਉਂਕਿ ਉਹ ਜਾਂ ਤਾਂ ਉਹਨੂੰ ਹੀਟ ਦੇਤੀ ਹੈ ਤੇਲ ਨੂੰ ਨਾ, ਉਹ ਖਰਾਬ ਹੋ ਜਾਂਦਾ। ਇਸ ਲਈ ਉਹ ਸਿਰਫ ਓਲਿਵ ਆਇਲ ਜਿਹੜਾ ਆ, ਠੰਡਾ ਨਾ ਸੈਲਡ ਦੇ ਉੱਪਰ ਉਹਨੂੰ ਜਾਂ ਉਹਦਾ ਚਮਚਾ ਪੀਣਾ ਤਾਂ ਪੀ ਲਓ, ਪਰ ਉਹ ਅੱਛਾ ਆ। ਇਸ ਲਈ ਕੋਲੈਸਟਰੋਲ ਜਿਹੜਾ ਹੈ ਨਾ, ਜਿਹੜਾ ਟੋਟਲ ਕੋਲੈਸਟਰੋਲ ਰੇਸ਼ੀਓ ਆ, ਹੁਣ ਰੇਸ਼ੀਓ ਦੇਖਦੇ ਆ ਬਹੁਤੇ, ਉਹ 4.5 ਹੋਣਾ ਚਾਹੀਦਾ ਰੇਸ਼ੀਓ। ਜਿਹੜਾ ਟ੍ਰਾਈਗਲਿਸਰਾਈਡ ਆ, ਜਿਹੜੇ ਆਮ ਬਹੁਤ ਲੋਕ ਆ ਜਿਹੜੇ ਸ਼ਰਾਬ ਪੀਂਦੇ ਆ ਜਾਂ ਹੈਗਾ, ਉਹਨਾਂ ਦਾ ਜਿਹੜਾ ਟ੍ਰਾਈਗਲਿਸਰਾਈਡਸ ਹੈ ਨਾ, ਉਹ ਕਾਫੀ ਹਾਈ ਹੋ ਜਾਂਦਾ। ਉਹਦੇ ਵਿੱਚ ਫਿਰ ਉਹ ਕੀ ਬਣ ਜਾਂਦਾ, ਜਿਹੜਾ ਲਿਵਰ ਹੈ ਨਾ, ਉਹ ਫੈਟੀ ਲਿਵਰ ਹੋ ਜਾਂਦਾ। ਉਹਦੇ ਵਿੱਚ ਫੈਟ ਜਮਾ ਹੋਣਾ ਸ਼ੁਰੂ ਹੋ ਜਾਂਦਾ ਲਿਵਰ ਦੇ ਵਿੱਚ। ਤੇ ਜਿਹੜਾ HDL ਹੈ ਨਾ, ਉਹ ਜਿਹੜੀ ਅੱਛਾ ਕੋਲੈਸਟਰੋਲ ਆ, ਉਹ 1 ਤੋਂ ਉੱਪਰ ਜ਼ਰੂਰ ਹੋਣਾ ਚਾਹੀਦਾ। ਜਨਾਨੀਆਂ ਦੇ ਵਿੱਚ 1.2 ਤੋਂ ਉੱਪਰ ਜ਼ਰੂਰ ਹੋਣਾ ਚਾਹੀਦਾ। ਸੋ ਇਹ ਚੀਜ਼ਾਂ ਜਿਹੜੀਆਂ, ਜਿਹੜਾ ਡਾਇਬੈਟਿਕ ਆ, ਉਹਦਾ ਬਲੱਡ ਪ੍ਰੈਸ਼ਰ ਜੇ 130 ਤੋਂ ਓਵਰ 80 ਹੋਵੇ ਨਾ, ਉਹ ਅੱਛੀ ਗੱਲ ਆ। ਹੁਣ ਬਲੱਡ ਪ੍ਰੈਸ਼ਰ ਬਹੁਤਿਆਂ ਨੂੰ ਸਮਝ ਨਹੀਂ ਆਉਣੀ ਕਿ ਕੀ ਹੁੰਦਾ ਆ। ਮੇਰੇ ਕੋਲ ਪਤਾ ਲੱਗਦਾ, ਤੁਹਾਨੂੰ ਮੈਂ ਦਿਖਾਣਾ। ਗੁਰਚਰਨ ਸਿੰਘ, ਬਲੱਡ ਪ੍ਰੈਸ਼ਰ ਵੀ ਇਹ ਪ੍ਰੋਬਲਮ ਦੇ ਸਕਦਾ ਆਪਣਾ, ਮਤਲਬ ਇਹਨੂੰ ਡਾਇਬੀਟੀਜ਼ ਨੂੰ ਹਾਂਜੀ ਇਨਕਰੀਜ਼ ਕਰ ਸਕਦਾ ਚਾਂਸਸ। ਹਾਂਜੀ ਹਾਂਜੀ। ਹੁਣ ਬਲੱਡ ਪ੍ਰੈਸ਼ਰ ਕੀ ਆ, ਜਿਹੜੀ ਦਿਲ ਜਦ ਕਹਿੰਦਾ ਪੰਪ ਕਰਦਾ, ਆ ਜਿਹੜੀ ਬਲੱਡ ਵੈਸਲਸ ਹੈਗੀ ਆ, ਇਹਦੇ ਉੱਪਰ ਕਹਿੰਦਾ ਜੋਰ ਜੋਰ ਏਦਾਂ ਵੱਜਦਾ ਬਲੱਡ। ਆ ਦੇਖੋ ਜੀ, ਹਾਰਟ ਕੀ ਆ ਮੈਂ ਪੰਪ ਕਰਦਾ, ਦਿਸ ਰਿਹਾ? ਹਾਂਜੀ, ਆ ਬਲੂਨ ਆ ਜਿਹੜਾ ਹੈ ਕਿ ਨਾ ਪੰਪ ਕੀਤਾ, ਉਹ ਇਹ ਕਿ ਨਾ ਹੈਗਾ ਉੱਪਰਲਾ ਪ੍ਰੈਸ਼ਰ, ਜਿਹੜਾ ਕਿ 130 ਜਿੱਦਾਂ ਕਹਿੰਦੇ ਆ। ਜਦੋਂ ਮੈਂ ਇਹਨੂੰ ਰਿਲੀਜ਼ ਕਰਨਾ ਕਿ ਨਾ, ਘਟ ਗਿਆ, ਉਹ ਹੈਗਾ ਥੱਲੇ ਦਾ। ਇਸ ਲਈ ਕਿ ਆ ਦੇਖੋ, ਆ ਬਲੂਨ ਪਾਇਆ ਕਿ ਨਾ, ਜੇ ਤਾਂ ਸੋਚੋ ਕਿ ਵੀ ਦਿਲ ਤੁਹਾਡਾ ਪੰਪ ਏਦਾਂ ਕਰੀ ਜਾਂਦਾ। ਹੁਣ ਜਿਹੜੀਆਂ ਨਾੜੀਆਂ ਆ ਕਿ ਨਾ, ਉਹ ਇੱਕ ਬਲੂਨ ਦੀ ਤਰ੍ਹਾਂ ਆ। ਜਿੱਥੇ ਤਾਂ ਉਹ ਪੰਪ ਜ਼ਿਆਦਾ ਕਰੀ ਜਾਂਦਾ ਆ, ਉੱਥੇ ਉਹ ਨਾੜੀ ਵੀ ਲਚਕਦਾਰ ਹੋ ਜਾਣੀ ਆ। ਜਿੱਥੇ ਤਾਈਂ ਉਹ ਪ੍ਰੈਸ਼ਰ ਗਿਆ ਹੀ ਨਹੀਂ ਹੈਗਾ, ਮੋਰਿਓ ਉਹ ਨਾੜ ਦੇ ਲੋ ਭੁੰਬੜਾ ਕੇ ਨਾ, ਜਿੱਥੇ ਮੈਂ ਬਹੁਤੀ ਅੱਗੇ ਹਵਾ ਨਹੀਂ ਭਰੀ ਤਾਂ ਉਹ ਸਾਫ਼ ਆ। ਜਿੱਥੇ ਹਵਾ ਭਰਦਾ ਰਿਹਾ, ਆ ਨਾੜ ਪਤਲੀ ਬਲੂਨ ਪਤਲਾ ਹੋ ਗਿਆ। ਏਦਾਂ ਹੀ ਸਾਡੇ ਸਰੀਰ ਦੇ ਵਿੱਚ ਨਾੜੀਆਂ ਦਾ ਆ ਕਿ ਵੀ ਜੇ ਅਸੀਂ ਇਹਨਾਂ ਦੀ ਦੇਖਭਾਲ ਨਹੀਂ ਕਰਦੇ, ਕੋਲੈਸਟਰੋਲ ਜੰਮਿਆ ਆ ਜਾਂ ਸ਼ੂਗਰ ਵਿੱਚ ਪ੍ਰੋਬਲਮ ਹੈਗੀ ਆ, ਇਸ ਲਈ ਇਹ ਜ਼ਰੂਰੀ ਆ ਕਿ ਵੀ ਸਾਡਾ ਸ਼ੂਗਰ ਦਾ ਲੈਵਲ ਥੱਲੇ ਰਵੇ, ਬਲੱਡ ਪ੍ਰੈਸ਼ਰ ਥੱਲੇ ਰਵੇ ਤੇ ਕੋਲੈਸਟਰੋਲ ਥੱਲੇ ਰਵੇ।
ਕਿਉਂਕਿ ਸ਼ੂਗਰ ਦੇ ਮਰੀਜ਼ਾਂ ਨੂੰ ਗਾਹਾਂ ਜਿਹੜੀ ਕੰਪਲਿਕੇਸ਼ਨਸ ਹੈ ਨਾ ਇਹ ਬਹੁਤ ਸੀਰੀਅਸ ਆ। ਉਹਦੇ ਵਿੱਚ ਕਿਡਨੀ ਵੀ ਇਫੈਕਟ ਹੋ ਜਾਂਦੀ ਆ, ਅੱਖਾਂ ਵੀ ਇਫੈਕਟ ਹੋ ਜਾਂਦੀਆਂ। ਆਹ ਦੇਖ ਲਓ ਕਿ ਵੀ ਅੱਖ ਦਾ ਪੀਸ ਆ ਜਿਹਦਾ ਅੱਖ ਆ ਕਿ ਨਾ ਉਹਦੇ ਪਿਛਲੇ ਵਾਰ ਤੁਹਾਡੀ ਆਪਟਿਕ ਨਰਵ ਵੀ ਆਉਂਦੀ ਆ, ਕਿੰਨੀਆਂ ਨਿੱਕੀਆਂ ਨਿੱਕੀਆਂ ਨਰਵਸ ਆ ਜਿਹੜੀ ਤੁਹਾਨੂੰ ਤੁਸੀਂ ਦੇਖੀਆਂ ਨਹੀਂ ਜਾ ਸਕਦੀਆਂ। ਹੁਣ ਜੇ ਇਹਦੇ ਨਾਲ ਗਲੂਕੋਸ ਲੱਗਿਓ ਹੋਵੇ, ਸ਼ੂਗਰ ਜਦੋਂ ਕਹਿ ਲੈਂਦੇ ਸਾਨੂੰ ਤੁਹਾਡੇ ਮੋਰ ਅੰਡਰਸਟੈਂਡਿੰਗ ਹੋਏਗੀ, ਸ਼ੂਗਰ ਲੱਗਿਓ ਹੋਵੇ ਤਾਂ ਉਹ ਪ੍ਰੈਸ਼ਰ ਪਿੱਛੋਂ ਜੋੜ ਨਹੀਂ ਪਵੇ ਖੂਨ ਦਾ ਤੇ ਉਹ ਫਟ ਜਾਵੇ ਤਾਂ ਕੀ ਹੋ ਜਾਊਗਾ? ਨਿਗਾਹ ਜਾਂਦੀ ਲੱਗੇਗੀ। ਤਾਂ ਹੀ ਜਿਹੜੇ ਡਾਇਬੈਟਿਕ ਬੰਦੇ ਹੈਗੇ ਆ ਨਾ ਉਹਨਾਂ ਦੇ ਨਾ ਹਰੇਕ ਸਾਲ ਨਾ ਅੱਖਾਂ ਟੈਸਟ ਕੀਤੀਆਂ ਜਾਂਦੀਆਂ ਆ, ਉਹਦੇ ਪਿਛਲੇ ਪਾਸੇ ਅੱਖਾਂ ਦੇ ਉਹਦੀ ਫੋਟੋ ਖਿੱਚਦੇ ਆ ਕਿ ਵੀ ਜੇ ਅੱਖਾਂ ਕੋਈ ਵੈਸਲ ਨਾ ਲੀਕ ਕਰਦੀ ਆ ਉਹਨੂੰ ਲੇਜ਼ਰ ਦੇ ਨਾਲ ਨਾ ਉਹ ਸੀਲ ਤਾਂ ਕਰ ਸਕਦੇ ਆ, ਪਰ ਤੁਹਾਡੀ ਜੇ ਅੱਖਾਂ ਦੀ ਨਿਗਾਹ ਕਮਜ਼ੋਰ ਹੋ ਗਈ ਆ ਉਹ ਲੀਕ ਕਰਕੇ, ਉਹ ਠੀਕ ਨਹੀਂ ਕਰੇ ਹੋ ਸਕਦੀ, ਪਰ ਉਹ ਗਾਹਾਂ ਵਾਸਤੇ ਹੋਰ ਵਰਸ ਹੋਣ ਤੋਂ ਰੋਕੀ ਜਾ ਸਕਦੀ ਆ। ਇਤਨੀ ਕਿਡਨੀਆਂ ਆ, ਕਿਡਨੀਆਂ ਜਿਹੜੀਆਂ ਸਾਡੀਆਂ ਨਾ ਇੱਕ ਪੂਣੀ ਦੀ ਤਰ੍ਹਾਂ ਆ, ਫਿਲਟਰ ਹੈ ਕਿਸਮ ਦੇ। ਇਹ ਤੁਹਾਨੂੰ ਮੈਂ ਸਮਝਾਵਾਂ ਮੋਟਾ ਮੋਟਾ ਕਿਉਂਕਿ ਉਦਾਂ ਇਹ ਵੀਕ 5 ਦੇ ਵਿੱਚ ਕਰਦੇ ਹੁੰਦੇ ਆ। ਆਹ ਦੇਖੋ ਜੀ ਪੂਣੀ ਆ, ਚਾਹ ਪੂਣੀ ਕਹਿ ਲਓ, ਆਹ ਬੜੀ ਫਸਟ ਕਲਾਸ ਆ। ਇਹਦੇ ਵਿੱਚ ਉਹ ਸਭ ਕੁਝ ਫਿਲਟਰ ਹੋ ਕੇ ਨਾ ਸਾਡਾ ਨਾ ਆਉਂਦਾ। ਉਹਦੇ ਵਿੱਚ ਕੀ ਆ, ਪ੍ਰੋਟੀਨ ਹੈ ਜਿਹੜੀ ਨਾ ਉਹ ਨਾ ਇਹ ਤਾਂ ਦੂਜੇ ਹੈਗੇ ਆ ਕੀ ਕਹਿੰਦੇ ਚਿਕਪੀਸ ਹੈ ਮੇਰੇ ਕੋ ਡੈਮੋਨਸਟ੍ਰੇਟ ਕਰਨ ਵਾਸਤੇ, ਵਿੱਚ ਹੀ ਨਹੀਂ ਨਿਕਲ ਰਿਹਾ। ਇਹ ਪ੍ਰੋਟੀਨ ਹੈ, ਪਰ ਪ੍ਰੋਟੀਨ ਏਦਾਂ ਨਹੀਂ ਲੱਗਦੀ ਹੈਗੀ। ਉਹ ਜੋ ਸਾਡਾ ਨਾ ਲੈਂਦੇ ਆ ਪਿਸ਼ਾਬ ਸਰਜਰੀ ਵਿੱਚ, ਉਦੋਂ ਪਤਾ ਲੱਗਦਾ ਆ ਕਿ ਵੀ ਸਾਡੀ ਕਿਡਨੀ ਕਿੰਨੀ ਫੰਕਸ਼ਨ ਕਰਦੀ ਆ। ਜੇਕਰ ਬਾਈ ਚਾਂਸ ਤੁਹਾਡਾ ਗਲੂਕੋਸ ਜਿਹੜੀ ਸ਼ੂਗਰ ਜਿਹੜਾ ਕੰਟਰੋਲ ਨਹੀਂ ਹੈਗਾ, ਬਲੱਡ ਪ੍ਰੈਸ਼ਰ ਦਾ ਕੰਟਰੋਲ ਨਹੀਂ ਹੈਗਾ, ਫਿਰ ਏਦਾਂ ਨਾ ਗਲੀਆਂ ਹੋ ਜਾਣਗੀਆਂ ਕਿਡਨੀ ਦੇ ਵਿੱਚ। ਫਿਰ ਕੀ ਹੁੰਦਾ ਨਾ, ਆਹ ਦੇਖੋ ਉਹ ਜਿਹੜੀ ਪ੍ਰੋਟੀਨ ਹੈ ਨਾ ਉਹ ਲੀਕ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਹਾਨੂੰ ਵੀ ਪਿਸ਼ਾਬ ਕਰਨਾ ਤਾਂ ਦਿਸਣੀ ਤਾਂ ਹੈ ਨਹੀਂ, ਉਹ ਜਿਹੜੀ ਦਾਣਿਆਂ ਆ ਗਿਆ ਜਿੱਦਾਂ ਮੈਂ ਪੀਸ ਖਾਲਦਾ ਆ, ਉਹ ਲੀਕ ਹੋ ਜਾਏਗੀ। ਉਹ ਸਿਰਫ ਨਾ ਉਦੋਂ ਹੀ ਪਤਾ ਲੱਗੇਗਾ ਜਦੋਂ ਨਾ ਪਿਸ਼ਾਬ ਟੈਸਟ ਕੀਤਾ ਜਾਊਗਾ ਲੈਬੋਰਟਰੀ ਦੇ ਵਿੱਚ। ਤੇ ਡਾਕਟਰ ਅੱਗੇ ਕੀ ਸੀ, ਸਰਜਰੀਆਂ ਬਹੁਤੀਆਂ ਨਾ ਕਹਿੰਦੀਆਂ ਹੋਣੀਆਂ ਸੀ ਆਪਣਾ ਜੀ ਪਿਸ਼ਾਬ ਲੈ ਆਓ। ਹੁਣ ਬਹੁਤੀਆਂ ਸਰਜਰੀਆਂ ਨਾ ਤੁਹਾਡਾ ਪਿਸ਼ਾਬ ਮੰਗਦੀਆਂ ਨਹੀਂ, ਤੁਹਾਨੂੰ ਆਪਣੇ ਆਪ ਹੀ ਨਾ ਕਹਿਣਾ ਪਊਗਾ ਕਿ ਮੇਰਾ ਪਿਸ਼ਾਬ ਵੀ ਟੈਸਟ ਕਰੋ, ਕਿਉਂਕਿ ਉਹ ਖਰਚਾ, ਕਿਉਂਕਿ ਹਰੇਕ ਪਾਸੇ ਉਹ ਪੈਸਾ ਕਢਾਈ ਜਾਂਦੇ ਆ, ਪੈਸੇ ਦਾ ਪ੍ਰੋਬਲਮ ਆ। ਏਦਾਂ ਹੀ ਹੈ, ਤਾਂ ਹੀ ਇਹ ਕੋਰਸ ਡਿਜ਼ਾਈਨ ਕੀਤੇ ਹੋਆ ਕਿ ਵੀ ਗੌਰਮੈਂਟ ਨੇ ਕਹਿਤਾ ਕਿ ਵੀ ਠੀਕ ਹੈ ਕੋਰਸ ਲਿਓ, ਮਰੀਜ਼ ਨੂੰ ਆਪਣਾ ਖਿਆਲ ਆਪ ਰੱਖਣਾ ਪਊਗਾ। ਡਾਕਟਰ ਨੇ ਤਾਂ ਦਵਾ ਲਿਖਣੀ ਆ, ਉਹ ਤੋਂ ਬਾਅਦ ਉਹਨੂੰ ਕੁਛ ਨਹੀਂ ਕਹਿਣਾ, ਜਾਂ ਤੁਹਾਨੂੰ ਕਹਿ ਦੂ ਆਹ ਚੀਜ਼ ਨਾ ਖਾ, ਉਹ ਨਾ ਖਾ, ਤੇ ਉਹਨੂੰ ਐਕਸਪਲੇਨ ਨਹੀਂ ਕਰਨਾ। ਇਸ ਲਈ ਉਹ ਕਹਿੰਦੇ ਕਿ ਵੀ ਤੁਸੀਂ ਕੋਰਸਾਂ ਤੇ ਜਾਓ ਤੇ ਕੁਛ ਸਿੱਖੋ। ਜੇਕਰ ਕਿਡਨੀ ਇਸ ਚੀਜ਼ ਤੋਂ ਨਾ ਆਹ ਚੀਜ਼ ਹੋ ਗਈ, ਫੇਰ ਦਾ ਇਲਾਜ ਹੈ ਨਹੀਂ। ਜਿਹੜੀ ਆ ਇਹ ਨਾ ਸਟੈਟਨ ਦੇ ਨਾਲ ਨਾ ਜਿਹੜੀਆਂ ਸਟੈਟਨ ਗੋਲੀਆਂ ਹੈਗੀਆਂ ਆ ਉਹਨਾਂ ਦੇ ਨਾਲ ਰਿਪੇਅਰ ਹੋ ਸਕਦੀ ਆ, ਮੁੜ ਕੇ ਫੇਰ ਇਦਾਂ ਦੀ ਹੋ ਜਾਏਗੀ। ਜਦੋਂ ਜੇ ਹਾਲਾਤ ਇੱਥੇ ਤੇ ਪਹੁੰਚ ਜਾਂਦੇ ਆ, ਗਲੀ ਏਦਾਂ ਹੋ ਜਾਂਦੀ, ਫਰਜ਼ ਕਰ ਲਓ, ਫੇਰ ਨਾ ਤਿੰਨ ਵਾਰ ਹਫ਼ਤੇ ਦੇ ਵਿੱਚ ਡਾਇਲਿਸਿਸ ਹੀ ਆ, ਜਾਂ ਫਿਰ ਕਿਡਨੀ ਰਿਪਲੇਸਮੈਂਟ ਆ। ਸੋ ਪ੍ਰਮਾਤਮਾ ਕਰੇ ਕਿ ਵੀ ਇਨਸਾਨ ਨੂੰ ਇੱਥੇ ਤੇ ਨਾ ਹੀ ਲਿਆਵੇ ਤਾਂ ਚੰਗੀ ਗੱਲ ਆ। ਇਹ ਜਾਨੀ ਵਰਸਟ ਕੇਸ ਸਿਨਾਰੀਓ ਜੇ ਤੁਸੀਂ ਕਹਿ ਲਓ, ਵਰਸਟ ਕੇਸ ਸਿਨਾਰੀਓ ਆ। ਹਾਂਜੀ। ਅੱਛਾ, ਜਿੰਨੀਆਂ ਆਪਾਂ ਗੱਲਾਂ ਕੀਤੀਆਂ ਗੁਰਚਰਨ ਸਿੰਘ ਜੀ, ਮੈਨੂੰ ਪਤਾ ਵੀ ਅੱਜ ਸਾਡੇ ਕੋਲ ਟਾਈਮ ਵੀ ਹੁਣ ਥੋੜਾ ਮੇਰਾ ਰਹਿ ਗਿਆ, 9 ਮਿੰਟ ਹੋ ਗਏ ਆ। ਉਹ ਤਾਂ ਕਈ ਵਾਰੀ ਲੱਗਦਾ ਨਹੀਂ ਟਾਈਮ, ਪਤਾ ਲੱਗਦਾ ਕਿੱਦਾਂ ਹੈ ਨਾ ਕਿੰਨਾ ਕੁ ਹੋ ਗਿਆ। ਤੇ ਆਪਾਂ ਜਿੰਨੀਆਂ ਗੱਲਾਂ ਕੀਤੀਆਂ ਨਾ ਉਹਨਾਂ ਦੇ ਵਿੱਚੋਂ ਇਹ ਵੀ ਪਤਾ ਲੱਗਦਾ ਵੀ ਜਿਹੜੀ ਡਾਇਬੀਟੀ ਆ, ਉਹ ਪਹਿਲੀ ਗੱਲ ਤਾਂ ਉਹਨੂੰ ਰੀਅਲਾਈਜ਼ ਕਰਨਾ, ਉਹਦੇ ਸਿੰਪਟਮ ਜਿਹੜੇ ਆ
ਹਾਂਜੀ ਉਹਨਾਂ ਦਾ ਸਾਨੂੰ ਪਤਾ ਹੋਣਾ ਚਾਹੀਦਾ। ਤੇ ਜੇ ਬਿਲਕੁਲ ਨਹੀਂ ਪਤਾ ਲੱਗਦਾ ਤਾਂ ਜਿੱਦਾਂ ਤੁਸੀਂ ਐਕਸੀਡੈਂਟਲੀ ਮਦਰ ਦਾ ਚੈੱਕ ਕਰਾਉਣ ਗਏ ਸੀਗੇ ਤਾਂ ਤੁਹਾਡਾ ਚੈੱਕ ਕੀਤਾ ਤਾਂ ਵੀ ਤੁਹਾਨੂੰ ਪਤਾ ਲੱਗਾ, ਅਦਰਵਾਈਜ਼ ਤੁਹਾਡੇ ਕੋਲ ਸਿੰਪਟਮ ਇਦਾਂ ਦਾ ਕੋਈ ਹੈ ਨਹੀਂ ਸੀਗਾ। ਬਿਲਕੁਲ ਮੇਰੀ ਅਵੇਅਰਨੈਸ ਵਾਸਤੇ ਤੁਸੀਂ ਇਦਾਂ ਮਾੜਾ ਜਿਹਾ ਬਰੀਫਲੀ ਦੱਸ ਦਿਓ ਹਾਂਜੀ ਵੀ ਜਿਹੜੀ ਡਾਇਬੀਟੀ 1 ਜਾਂ 2 ਜਿੱਦਾਂ ਵੀ ਹੈ, ਜਾਂ ਜੇ ਕਿਸੇ ਨੂੰ ਡਾਇਬੀਟੀ ਹੈਗੀ ਹੈ ਕਿੱਦਾਂ ਪਤਾ ਲੱਗੇ ਵੀ ਤੁਹਾਨੂੰ ਐਕਚੁਅਲੀ ਡਾਇਬੀਟੀ ਹੈ। ਬਹੁਤਾ ਤਾਂ ਇਹ ਹੀ ਆ ਕਿ ਵੀ ਤੁਸੀਂ ਕਹਿਣਾ ਜੇ ਤੁਹਾਨੂੰ ਪਿਸ਼ਾਬ ਬਹੁਤ ਆਉਂਦਾ ਆ, ਤੁਹਾਨੂੰ ਤੁਸੀਂ ਥੱਕਿਓ ਲੱਗਦੇ ਆ ਬਹੁਤ, ਥੱਕਿਆਂ ਦਾ ਮਤਲਬ ਅਨੀਮੀਆ ਵੀ ਹੋ ਸਕਦਾ। ਇਹ ਜ਼ਰੂਰੀ ਨਹੀਂ ਕਿ ਵੀ ਉਹ ਡਾਇਬੀਟਿਸ ਨਾਲ ਲਿੰਕ ਆ, ਉਹ ਟੈਸਟ ਕੀਤੇ ਤੇ ਪਤਾ ਲੱਗ ਸਕਦਾ ਤੇ ਜਾ ਕੇ ਡਾਕਟਰ ਨੂੰ ਬਲੱਡ ਟੈਸਟ ਹੋਈ। ਤੇ ਥਿਆਰ ਲੱਗਦੀ ਆ, ਤੁਸੀਂ ਮਿੱਠੀਆਂ ਚੀਜ਼ਾਂ ਜ਼ਿਆਦੀਆਂ ਖਾਂਦੇ ਆ। ਹੁਣ ਮੈਂ ਜਿੱਦਾਂ ਜੋ ਪਹਿਲਾਂ ਡਾਇਬੈਟਿਕ ਨਹੀਂ ਸੀਗਾ ਨਾ, ਮੈਂ ਮਿੱਠੀ ਚੀਜ਼ ਬਹੁਤ ਘੱਟ ਖਾਂਦਾ ਹੁੰਦਾ ਸੀ। ਮੈਨੂੰ ਮੇਰੇ ਖਿਆਲ ਮੈਂ 23-24 ਸਾਲ ਦਾ ਹੋਊਗਾ ਜਦ ਦੀ ਮੈਂ ਸ਼ੂਗਰ ਛੱਡੀ ਹੋਆ। ਮੈਂ ਨਾ ਚਾਹ ਦੇ ਵਿੱਚ ਵੀ ਪਾਉਂਦਾ ਸੀ, ਨਾ ਕੌਫੀ ਪਾਉਂਦਾ ਸੀਗਾ, ਉਹੀ ਗਿੱਜ ਹੋ ਗਿਆ। ਤੇ ਲੱਡੂ ਲੁੱਡੂ ਵੀ ਮੈਂ ਉਹ ਘੱਟ ਖਾਂਦਾ ਸੀ। ਜਦ ਦਾ ਮੈਂ ਡਾਇਬੈਟਿਕ ਹੋਇਆ ਮੈਂ ਮਿੱਠੀਆਂ ਚੀਜ਼ਾਂ ਜ਼ਿਆਦੀਆਂ ਖਾਂਦਾ, ਕਿਉਂਕਿ ਜਿਹੜਾ ਤੁਹਾਡਾ ਸਰੀਰ ਆ ਉਹ ਆਟੋਮੈਟਿਕਲੀ ਉਹ ਕਰੇਵ ਕਰਦਾ ਆ ਕਿ ਮੈਂ ਕੋਈ ਮਿੱਠੀ ਚੀਜ਼ ਖਾਵਾਂ। ਠੀਕ ਹੈ, ਉਹਦੇ ਬਾਰੇ ਤੁਹਾਨੂੰ ਚਲੋ ਅਵੇਅਰਨੈਸ ਹੋਣੀ ਚਾਹੀਦੀ ਆ ਵੀ ਕਿਹੜੀ ਚੀਜ਼ ਤੁਹਾਨੂੰ ਮਤਲਬ ਸੂਟ ਕਰਦੀ ਆ ਬੋਡੀ ਵਾਸਤੇ, ਕਿਹੜੀ ਨਹੀਂ ਸੂਟ ਕਰਦੀ। ਹਾਂ ਠੀਕ ਹੈ ਜੀ। ਬਹੁਤੇ ਸਾਈਨ ਸਿੰਪਟਮ ਇਹੀ ਆ ਕਿ ਵੀ ਤੁਹਾਡੀ ਵਿਜ਼ਨ ਬਲਰ ਹੋ ਜਾਂਦੀ ਆ, ਜਾਂ ਕਿ ਤੁਹਾਡੀਆਂ ਇੱਕ ਥਿਆ ਜਾਰੀ ਲੱਗਦੀ ਆ, ਕੰਬਣੀ ਆ ਜਾਂਦੀ ਆ, ਜੀਭ ਦੇ ਉੱਪਰ ਵੀ ਤੁਹਾਡੀਆਂ ਏਦਾਂ ਚਿਣਕਾਂ ਜਿਹੀਆਂ ਫੁੱਟਦੀਆਂ ਆ। ਇਦਾਂ ਦੇ ਸਾਈਨ ਸਿੰਪਟਮ ਹੈ। ਇਹ ਨਹੀਂ ਕਿ ਸਾਰਿਆਂ ਨੂੰ ਹੁੰਦੇ ਆ, ਇਹ ਤਾਂ ਬਲੱਡ ਟੈਸਟ ਹੈ। ਆਮ ਤੌਰ ਤੇ ਹੁਣ ਜਿਹੜੇ ਨਰਸਾਂ ਆ ਜਿਹੜੇ 40 ਸਾਲ ਤੋਂ ਉੱਪਰ ਆ ਨਾ, ਉਹ ਬਲੱਡ ਟੈਸਟ ਜਿਹੜਾ ਹੁਣ ਕਰਦੇ ਆ ਨਾ ਆਟੋਮੈਟਿਕਲੀ ਤੁਹਾਡਾ HbA1c ਜਿਹੜਾ ਡਾਇਬੈਟਿਕ ਵਾਸਤੇ ਆ ਨਾ ਉਹ ਚੈੱਕ ਕਰਦੇ ਆ। ਵੈਸੇ ਵੀ ਕਰਵਾ ਲੈਣਾ ਚਾਹੀਦਾ, 40 ਪਲੱਸ ਜੇ ਹੋਵੇ ਤਾਂ ਕਰਵਾ ਲੈਣਾ ਚਾਹੀਦਾ। 40 ਤੋਂ ਬਾਅਦ ਤੁਹਾਨੂੰ ਹਰ ਹਾਲ ਦਾ ਆਪਣਾ ਹੈਲਥ ਚੈੱਕ ਕਰਾ ਲੈਣਾ ਚਾਹੀਦਾ। ਇੱਕ ਹੋਰ ਸਵਾਲ ਹੈਗਾ ਆਪਣੇ ਜਸਰ ਸਾਹਿਬ, ਮੈਂ ਆਉਣਾ ਤੁਹਾਡੇ ਕੋਲ। ਇਦਾਂ ਸਵਾਲ ਇਹ ਹੈ ਕਿ ਜਿੱਦਾਂ ਸ਼ੂਗਰ ਵਾਸਤੇ ਕਹਿੰਦੇ ਨੇ ਸ਼ੂਗਰ ਘੱਟ ਪਾਓ, ਆਪਣੇ ਚਾਹ ਦੇ ਵਿੱਚ ਘੱਟ ਰੱਖੋ, ਜਾਂ ਕਿੱਦਾਂ ਹੋਰ ਸ਼ੂਗਰ ਵਾਲੀਆਂ ਚੀਜ਼ਾਂ ਘੱਟ ਖਾਓ। ਕਿਆ ਇਹ ਮਿਥਿਆ ਜਾਂ ਮਤਲਬ ਵਾਕਿਆ ਤੁਹਾਨੂੰ ਰਿਡਿਊਸ ਕਰਨੀਆਂ ਚਾਹੀਦੀਆਂ? ਇਹਦਾ ਥੋੜਾ ਨਹੀਂ, ਇਹ ਤੁਹਾਡਾ ਆਪਣਾ ਪਰਸਨਲ ਆ। ਪਰ ਕਿੰਨੀ ਸ਼ੂਗਰ ਮੈਂ ਉਹ ਦੱਸਿਆ ਕਿ ਨਾ, ਜਿੱਦਾਂ ਹੁਣ ਸ਼ੂਗਰ ਜਿਹੜੀ ਆ ਕਿ ਨਾ ਦੁੱਧ ਦੇ ਵਿੱਚ ਵੀ ਆ। ਹਾਂਜੀ, ਜਿਹੜਾ ਦੁੱਧ ਆ ਉਹਦੇ ਵਿੱਚ ਜਿਹੜੀ ਓਸ ਆ ਨਾ, ਜਿਹੜਾ ਖੰਡ ਆ ਨਾ, ਉਹ ਹੈਗੀ ਸੁਕਰੋਸ, OSE ਉਹਦੇ ਐਂਡ ਤੇ ਆਉਂਦਾ। ਦੁੱਧ ਦੇ ਵਿੱਚ ਹੈਗੀ ਆ ਲੈਕਟੋਸ ਆ। ਇਸ ਲਈ ਉਹ ਜੋ ਪੇਟ ਜਾਣੀ ਆ ਉਹ ਡਾਈਜੈਸਟ ਹੋਊਗੀ ਨਾ, ਤਾਂ ਹੀ ਤੁਹਾਡੇ ਖੂਨ ਦੇ ਵਿੱਚ ਹੋ ਜਾਏਗੀ। ਜਿਹੜੀ ਬਾਕੀ ਦੀ ਆ ਉਹ ਤੁਹਾਡੇ ਲਿਵਰ ਦੇ ਵਿੱਚ ਸਟੋਰ ਹੋ ਜਾਂਦੀ ਹੈ। ਜਿਹੜੀ ਤੁਹਾਨੂੰ ਨਹੀਂ ਚਾਹੀਦੀ ਹੈਗੀ ਨਾ ਐਨਰਜੀ ਵਾਸਤੇ, ਉਹ ਤੁਹਾਡੇ ਲਿਵਰ ਦੇ ਵਿੱਚ ਸਟੋਰ ਹੋ ਜਾਂਦੀ ਆ। ਜਾਨੀ ਕੱਲੀ ਸ਼ੂਗਰ ਤੋਂ ਨਹੀਂ, ਤੁਹਾਨੂੰ ਜਿਹੜੀਆਂ ਬਾਕੀ ਚੀਜ਼ਾਂ ਵੀ ਤੁਸੀਂ ਖਾਂਦੇ ਆ ਪੋਸੀਬਿਲਿਟੀ ਆ ਵੀ ਉਹਨਾਂ ਦੇ ਵਿੱਚ ਵੀ ਸ਼ੂਗਰ ਹੁੰਦੀ ਹੈ ਤੇ ਉਹ ਵੀ ਤੁਹਾਡੇ ਹੋ ਸਕਦੀ ਆ। ਪਰ ਜੇ ਕਿਸੇ ਨੂੰ ਪ੍ਰੋਬਲਮ ਹੋਵੇ ਤਾਂ ਉਹਨੇ ਸਾਰੀਆਂ ਬੋਡੀ ਨੇ ਸਾਰੀਆਂ ਚੀਜ਼ਾਂ ਉਹਨੂੰ ਸਟੋਰ ਕਰੀ ਜਾਣੀ। ਹਾਂਜੀ। ਪਰ ਜੇ ਉਹ ਸਟੋਰ ਮਤਲਬ ਜੇ ਲਿਵਰ ਤੁਹਾਡਾ ਭਰੀ ਗਿਆ ਫਰਕ ਕਰ ਲਓ ਖਾ ਕੇ ਨਾ, ਫਿਰ ਉਹ ਕੀ ਹੁੰਦਾ ਹੈ ਕਿ ਨਾ ਉਹ ਓਵਰ ਸਪਿਲ ਹੋ ਜਾਂਦਾ। ਜਿੱਦਾਂ ਹੁਣ ਪੋਟ ਜਿਹਾ ਭਰ ਜਾਣਾ ਕਿ ਨਾ, ਉਹਨੇ ਬਾਹਰ ਡੁੱਲਣਾ ਹੀ ਆ ਕਿ ਨਾ। ਉਹ ਚੀਜ਼ ਮਾੜੀ ਆ ਕਿ ਜੋ ਡੁੱਲਣ ਲੱਗ ਪੈਂਦਾ ਕਿ ਨਾ ਪੋਟ ਲਿਵਰ ਤੁਹਾਡਾ, ਉਹ ਫਿਰ ਫੈਟ ਬਣ ਕੇ ਕਿ ਨਾ ਤੁਹਾਡੇ ਖੂਨ ਦੇ ਵਿੱਚ ਆ ਜਾਂਦਾ ਫਿਰ ਉਹ। ਠੀਕ ਹੈ। ਇੱਕ ਹੋਰ ਕੁਐਸਚਨ ਹੈ ਵੀ ਜਿੱਦਾਂ ਜਿਹੜੀ ਟਾਈਪ 1 ਟਾਈਪ 2 ਜਦੋਂ ਸ਼ੁਰੂ ਹੁੰਦੀ ਹੈ, ਉਹ ਟਾਈਪ 1 ਹੁੰਦੀ ਹੈ ਜਾਂ ਟਾਈਪ 2 ਹੁੰਦੀ, ਕਿੱਦਾਂ? ਨਹੀਂ ਜੀ, ਇਹਦੀ ਕੋਈ ਗਾਰੰਟੀ ਨਹੀਂ ਹੈਗੀ। ਜਿਹੜੀ ਟਾਈਪ 1 ਹੈ ਕਿ ਨਾ, ਉਹ ਆਮ ਬੱਚੇ ਤੋਂ ਲੱਗ ਕੇ ਕਿ ਨਾ ਉਹ 30-40 ਸਾਲ ਤੋਂ ਉਮਰ ਤੱਕ ਨਾ ਉਹ ਤੁਹਾਨੂੰ ਹੋਏਗੀ। ਇਹ ਜਿਹੜੀ ਹੈ ਨਾ ਟਾਈਪ 2 ਹੈ ਕਿ ਨਾ, ਇਹ ਜਾਂ ਤਾਂ ਤੁਹਾਡੀ ਫੈਮਿਲੀ ਵਗੈਰਾ ਹੁੰਦੀ ਆ, ਉਹ ਵੀ ਸਿਆਣੇ ਹੋ ਕੇ ਤੁਹਾਨੂੰ ਮਤਲਬ ਆਊਗੀ। 40-50 ਹੋਈ ਹੋ ਕੇ ਸ਼ੁਰੂ ਹੁੰਦੀ ਆ। ਇਹਦੇ ਵਿੱਚ ਜਿਹੜੀ ਤੁਹਾਨੂੰ ਮਤਲਬ ਪ੍ਰੀਕਾਸ਼ਨ ਕੀ ਲੈਣੇ ਚਾਹੀਦੇ ਆ? ਜਿੱਦਾਂ ਹੁਣ ਐਕਸਰਸਾਈਜ਼ ਕਰੋ, ਤੁਸੀਂ ਓਵਰਵੇਟ ਆ ਤਾਂ ਥੋੜਾ weight ਘਟਾਓ, ਹੋਰ ਆਪਣੇ ਖਾਣ ਪੀਣ ਦਾ ਪਰਹੇਜ਼ ਰੱਖੋ। ਹਾਂਜੀ, ਰੈਗੂਲਰ ਐਕਸਰਸਾਈਜ਼ ਰੱਖੋ, ਬੈਲੈਂਸ ਡਾਈਟ ਰੱਖੋ। ਬੈਲੈਂਸ ਦਾ ਮਤਲਬ ਇਹ ਹੈ ਕਿ ਵੀ ਹੁਣ ਵੱਧ ਤੋਂ ਵੱਧ ਕਿਨਾ ਤੁਹਾਨੂੰ ਸਰੀਰ ਨੂੰ ਕਿਨਾ ਅਸੀਂ ਲੋੜ ਤੋਂ ਵੱਧ ਖਾਂਦੇ ਆ। ਹੁਣ ਜੇ ਆਪਾਂ ਇੰਡੀਆ ਲਈ ਆਪਾਂ ਦੇਖ ਲਈਏ ਕਿ ਨਾ, ਜਿਹੜੇ ਪੁਰਾਣੇ ਬਜ਼ੁਰਗ ਸੀਗੇ ਕਿ ਨਾ, ਉਹ ਖੇਤਾਂ 'ਚ ਕੰਮ ਕਰਦੇ ਹੁੰਦੇ ਸੀਗੇ, ਉਹ ਬਹੁਤ ਮਿੱਠਾ ਖਾ ਲੈਂਦੇ ਹੁੰਦੇ ਸੀ, ਘੇ ਬਹੁਤ ਖਾ ਲੈਂਦੇ ਹੁੰਦੇ ਸੀ।
ਉਹ ਕਿਉਂਕਿ ਉਹ ਯੂਜ਼ ਕਰਦੇ ਹੁੰਦੇ ਸੀ ਸਾਰੀ ਦਿਹਾੜੀ ਦਾ ਉਹਨੇ ਖੇਤਾਂ ਦੇ ਵਿੱਚ ਹਲ ਵਾਹੀ ਜਾਣਾ ਇਹ ਕੰਮ ਕਰਨਾ, ਉਹ ਯੂਜ਼ ਹੋ ਜਾਂਦਾ ਸੀ। ਅਸੀਂ ਇੱਥੇ ਕੀ ਆ, ਇੱਥੇ ਵੀ ਸਾਡਾ ਉਹੋ ਹੀ ਹਾਲ ਆ, ਕੰਮ ਸੌਖੇ ਹੋ ਗਏ, ਅਸੀਂ ਖੁਰਾਕ ਉਹੋ ਹੀ ਰੱਖੀ ਆ, ਉਹ ਵਰਤ ਨਹੀਂ ਹੋ ਰਹੀ। ਐਕਸਰਸਾਈਜ਼ ਬਹੁਤ ਜ਼ਰੂਰੀ ਜਾਨੀ ਐਕਸਰਸਾਈਜ਼ ਜਿਹੜੀ ਆ ਨਾ ਉਹ ਬਹੁਤ ਜ਼ਰੂਰੀ ਆ। ਜਿਹੜੀ ਇੱਕ ਇਹ ਬਹੁਤ ਅੱਛਾ ਪੁਆਇੰਟ ਤਾਂ ਰੇਜ਼ ਕੀਤਾ ਕਿ ਜਿਹੜੀ ਪੈਂਕਰੀਅਸ ਹੈ ਨਾ, ਇਨਸੂਲਿਨ ਆ, ਜਿਹੜਾ ਬੰਦਾ ਐਕਸਰਸਾਈਜ਼ ਕਰਦਾ ਨਾ, ਐਕਸਰਸਾਈਜ਼ ਕਰਨ ਤੋਂ ਬਾਅਦ ਨਾ ਆਟੋਮੈਟਿਕਲੀ ਸਾਡੀ ਜਿਹੜੀ ਪੈਂਕਰੀਅਸ ਹੈ ਇਨਸੂਲਿਨ ਪੈਦਾ ਹੁੰਦੀ ਰਹਿੰਦੀ ਹੈ। ਠੀਕ ਹੈ। ਅੱਛਾ, ਮੇਰੇ ਵੱਲੋਂ ਕੁਐਸਚਨ ਖਤਮ ਹੈ ਜੀ। ਹੁਣ ਆਪਾਂ ਇਦਾਂ ਕਰਦੇ ਹਾਂ, ਪਹਿਲਾਂ ਜਸਲ ਸਾਹਿਬ ਸਾਡੇ ਨਾਲ ਅਨਮਿਊਟ ਹੋਏ ਹੋ ਆ। ਮੈਂ ਹੁਣ ਸਾਰੀਆਂ ਕਿਸੇ ਨੇ ਵੀ ਕੋਈ ਕੁਐਸਚਨ ਪੁੱਛਣਾ ਹੋਵੇ ਨਾ, ਉਹਦਾ ਤਾਂ ਬਰੀਫਲੀ ਜਿਹੜੇ ਕੁਐਸਚਨ ਸੀਗੇ ਤਕਰੀਬਨ ਇਹ ਹੀ ਹੁੰਦੇ ਆ ਵੀ ਸਾਨੂੰ ਦੱਸੋ ਇਹਦੇ ਸਿੰਪਟਮ ਕੀ ਹੈ ਤੇ ਪਰਹੇਜ਼ ਕੀ ਹੈ ਤੇ ਸਾਨੂੰ ਕੀ ਖਾਣਾ ਚਾਹੀਦਾ। ਇੱਕ ਮੈਂ ਹੋਰ ਨਾਲ ਦਾ ਕਹਿ ਦਿਆਂ, ਉਹ ਸਾਡੇ ਨਾਲ ਹੈਗਾ ਸਾਰਿਆਂ ਨਾਲ ਰਿਲੇਟਡ, ਕਿਉਂਕਿ ਅਸੀਂ ਗੁਰਦੁਆਰੇ ਬਹੁਤ ਜਾਂਦੇ ਰਹਿੰਦੇ ਆ ਤੇ ਅਜੇ ਤਾਂ ਇਹਦੇ ਖੁੱਲੇ ਨਹੀਂ, ਜਦੋਂ ਖੁੱਲਣੇ ਆ ਤਾਂ ਉਹਦੇ ਵਿੱਚ ਆਪਾਂ ਕਿੱਦਾਂ ਪਰਹੇਜ਼ ਰੱਖਣੇ, ਕਿਉਂਕਿ ਮਠਿਆਈਆਂ ਉੱਥੇ 100 ਤਰ੍ਹਾਂ ਦੀਆਂ ਬਣਦੀਆਂ। ਉਹਦੇ ਬਾਰੇ ਥੋੜਾ ਜਿਹਾ ਦੱਸ ਦਿਓ ਵੀ ਸਾਨੂੰ ਕਿੱਦਾਂ, ਮਤਲਬ ਕੀ ਕੁਝ ਕਰਨਾ ਚਾਹੀਦਾ ਉੱਥੇ। ਬਈ ਮੈਂ ਇਹ ਕਹੂੰਗਾ ਕਿ ਨਾ ਜਿਹੜਾ ਪਰਹੇਜ਼ ਜਿਹੜਾ ਮੈਂ ਕਰਦਾ ਜਾਨੀ ਕਿ ਨਾ, ਹਾਂਜੀ, ਪਕੌੜੇ ਕਦੇ ਤਾਂ ਹੀ ਕੋਈ ਚੀਜ਼ ਖਾਣੀ ਮੋਡਰੇਸ਼ਨ ਦੇ ਵਿੱਚ ਨਾ ਕੋਈ ਨੁਕਸਾਨ ਨਹੀਂ ਕਰਦੀ। ਜੇ ਤੁਸੀਂ ਉਹੋ ਹੀ ਜਿੱਦਾਂ ਮੈਂ ਇੱਥੇ ਬਾਰੇ ਗੁਰਦੁਆਰੇ ਚੰਗਾ ਹਤਾ ਗੁਰਦੁਆਰੇ ਦੀ ਗੱਲ ਕਰ ਲਈ, ਮੈਂ ਪਹਿਲੇ ਘਰ ਜੋ ਮੈਂ ਜਾਂਦਾ ਹੁੰਦਾ ਆਪਣੇ ਸੀਗੇ, ਪਹਿਲੇ ਇੱਥੇ ਰਹਿੰਦੇ ਸੀਗੇ, ਓਵਰ ਦਾ ਰੋਡ ਕ੍ਰੋਸ ਕਰਕੇ ਚੱਲ ਜਾਣਾ ਘਰੋਂ, ਮੈਂ ਆਪਣੀ ਦੁਆ ਖਾ ਕੇ ਕੁਛ ਖਾ ਕੇ ਜਾਂਦਾ ਹੁੰਦਾ ਸੀ, ਕਿਉਂਕਿ ਦੁਆ ਦੀ ਉਦਾਂ ਤਾਂ ਖਾਣੀ ਨਹੀਂ ਹੈ, ਕੁਛ ਨਾ ਕੁਛ ਤਾਂ ਖਾਧਾ ਉਹ ਮੈਟਫੋਰਮਨ ਤਾਂ ਤੁਸੀਂ ਖਾਣੇ ਦੇ ਨਾਲ ਹੀ ਖਾਓਗੇ। ਅੰਦਰ ਵੜਦਿਆਂ ਹੀ ਨਾ ਰੋਡ ਹੀ ਕ੍ਰੋਸ ਕਰਨਾ, ਮੂਹਰੇ ਗੁਰਦੁਆਰਾ ਹੀ ਸਾਡੇ, ਆਓ ਜੀ ਆਓ ਟੈਸਟਾ ਵੀ ਆਓ ਖਾਓ ਪਕੌੜੇ ਖਾਓ। ਬਈ ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਮੱਥਾ ਟੇਕ ਕੇ ਆਉਣਾ। ਫਿਰ ਮੈਂ ਉਹ ਮੇਰਾ ਪੱਜ ਹੁੰਦਾ ਸੀਗਾ ਕਿ ਵੀ ਜਿਹੜਾ ਨਾ ਬੰਦਾ ਨਾ ਘਰੋਂ ਖਾ ਕੇ ਗਿਆ, ਉਹ ਗੁਰਦੁਆਰੇ ਜਾ ਕੇ ਉਸੇ ਵੇਲੇ ਕਿੱਦਾਂ ਖਾ ਲਊਗਾ। ਯਾਨੀ ਫॉर द ਸੇਕ ਹੀ ਆਪਾਂ ਕਈ ਵਾਰੀ ਖਾ ਜਾਂਦੇ ਫਰੈਂਡਸ਼ਿਪ ਦੇ ਵਿੱਚ ਜਾਂ ਕਹੇ ਕਹਾਏ ਤੇ। ਹਾਂਜੀ, ਕੰਟਰੋਲ ਰੱਖਣਾ। ਇਸ ਲਈ ਇਹ ਪਕੌੜੇ ਖਾਣੇ ਆ ਕਿ ਨਾ, ਮੈਂ ਇਹ ਕਹੂੰਗਾ ਸਮੋਸਾ ਖਾ ਲਓ, ਯਾਨੀ ਕਿ ਨਾ ਇਹ ਨਹੀਂ ਕਿ ਵੀ ਰੈਗੂਲਰ ਤੌਰ ਤੇ ਉਹੀ ਖੁਰਾਕ ਰੱਖੋ। ਸਪੈਸ਼ਲੀ ਜਿਹੜੇ ਓਵਰ 60, ਜਿੱਦਾਂ ਸਾਡਾ ਗਰੁੱਪ ਸਾਰਿਆਂ ਦੇ ਤਕਰੀਬਨ ਇਹੀ ਹੈ, ਬਾਕੀ ਅੰਡਰ ਵਾਲਿਆਂ ਦੀ ਮੈਂ ਗੱਲ ਨਹੀਂ ਕਰਦਾ, ਜਿਹੜੇ ਓਵਰ 60 ਆ ਉਹਨਾਂ ਨੂੰ ਥੋੜਾ ਜਿਹਾ ਪਰਹੇਜ਼ ਰੱਖਣਾ ਪੈਣਾ। ਇਹਦਾ ਮਤਲਬ ਕਿ ਆਪਣੇ ਜਲੇਬੀਆਂ, ਪਕੌੜੇ, ਸਮੋਸੇ, ਹੋਰ ਜਿਹੜੇ ਮਠਿਆਈਆਂ ਆ ਉਹਨਾਂ ਨੂੰ ਲਿਮਟ ਦੇ ਵਿੱਚ ਰੱਖੋ ਤਾਂ ਠੀਕ ਹੈ। ਹਾਂਜੀ, ਜਿੰਨਾ ਵੀ ਮੋਡਰੇਸ਼ਨ ਚੀਜ਼ ਹੈਗਾ ਆ, ਪਰ ਮੈਂ ਤੇ ਗੱਲ ਮੰਨਦਾ ਵੀ ਦੇਖ ਲੈਂਦੇ ਆ ਕਿ ਨਾ ਕਹਿਣਾ ਜਾਏ ਹੋਰ ਖਾ ਲਓ ਤੇ ਉਹ ਫਿਰ ਨੁਕਸਾਨ ਕਰਦਾ। ਠੀਕ ਹੈ, ਕਿਉਂਕਿ ਮੈਂ ਬੰਦੇ ਦੇਖੇ ਕਿ ਨਾ ਥਾਲ ਭਰਿਆ ਹੋਊਗਾ, ਪਹਿਲਾਂ ਤਾਂ ਉਹ 10 ਵਜੇ ਉਹ ਖਾ ਲੈਣਗੇ, ਪਕੌੜੇ ਸਮੋਸੇ ਹੋ ਜਾਣਗੇ, ਨਾਲ ਹੋਰ ਵੀ ਕੁਛ ਹੋ ਜਾਊ, ਚਾਹ ਹੋ ਜਾਊ, ਫਿਰ ਘੰਟੇ ਕੁ ਬਾਅਦ ਹੀ ਉਹ ਰੋਟੀ ਦਾ ਟਾਈਮ ਹੋ ਜਾਂਦਾ ਆ, ਉਦੋਂ ਹੀ ਥਾਲ ਭਰਿਆ ਹੁੰਦਾ। 260 ਗ੍ਰਾਮ ਘਣਾ ਐਵਰੇਜ ਬੰਦੇ ਨੂੰ ਘਣਾ 260 ਗ੍ਰਾਮ ਘਣਾ ਕਾਰਬੋਹਾਈਡਰੇਟ ਖਾਣਾ ਚਾਹੀਦਾ। ਮਤਲਬ 260 ਐਵਰੇਜ ਬੰਦਾ ਕੌਣ ਆ, ਇਹ ਵੀ ਇੱਕ ਕੁਐਸਚਨ ਆ। ਐਵਰੇਜ ਕੋਈ ਵੀ ਹੈ ਨਹੀਂ, ਉਹ ਹਰ ਇੱਕ ਬੰਦੇ ਦੀ ਟੋਲਰੈਂਸ ਡਿਫਰੈਂਟ ਆ। ਡਾਇਬੀਟਿਸ ਵਾਲੇ ਇਹ ਕਹਿੰਦੇ ਰეკਮੈਂਡ ਕਰਦੇ ਆ ਕਿ ਵੀ 150 ਗ੍ਰਾਮ ਘਣਾ ਤੁਸੀਂ ਮਤਲਬ ਏਮ ਰੱਖੋ ਕਿ ਵੀ ਰੀਜ਼ਨੇਬਲ ਡਾਇਟ ਆ 150 ਗ੍ਰਾਮ। ਹੁਣ ਪ੍ਰੋਬਲਮ ਇਹ ਹੈ ਗੁਰਚਰਨ ਸਿੰਘ ਵੀ ਜਿਹੜੇ ਹੁਣ ਕਾਰਬੋਹਾਈਡਰੇਟ ਜਾਂ ਕਿੱਦਾਂ ਤੁਸੀਂ ਕਹਿੰਦੇ ਆ, ਹੁਣ ਆਮ ਜਨਤਾ ਹੋ ਸਕਦਾ ਉਹਨੂੰ ਸਮਝ ਨਾ ਆਵੇ ਉਹ ਕਿੱਥੋਂ ਮਿਲਦੇ ਆ, ਕਿ ਕਿਹੜੀ ਚੀਜ਼ ਤੋਂ ਮਿਲਦੇ, ਜਿਹੜੀ ਖਾਂਦੇ ਆ ਤੁਸੀਂ? ਜਿਹੜੀ ਸਿੰਪਲ ਕਾਰਬੋਹਾਈਡਰੇਟ ਹੈ ਨਾ, ਇਹ ਤਕਰੀਬਨ ਆਮ ਲਿਟਰੇਚਰ ਤੋਂ ਸਾਨੂੰ ਲੱਗ ਜਾਊ, ਜਾਂ ਕੋਈ ਜਿਹੜੀਆਂ ਆਲਰੇਡੀ ਲੈਂਦੇ ਆ ਰੈਡੀਮੇਡ ਮੀਲਸ ਆ, ਉਹਦੇ ਜਿਹੜਾ ਪਿੱਛੇ ਨਾ ਇੰਗਰੀਡੀਐਂਟਸ ਲਿਸਟ ਹੁੰਦੀ ਆ, ਪੈਕਿੰਗ ਦੇ ਪਿਛਲੇ ਪਾਸੇ ਲੇਬਲ ਲੱਗੇ ਹੁੰਦੇ ਆ, ਉਹਦੇ ਉੱਪਰ ਲੇਬਲਸ ਉਹ ਪੜ੍ਹ ਕੇ ਦੇਖੋ ਤੇ ਹਰ ਇੱਕ ਚੀਜ਼ ਲਿਖੀ ਹੋਊ ਜੋ ਵੀ ਫੈਕਟਰੀ ਵਾਲਿਆਂ ਦੇ ਵਿੱਚ ਉਹ ਪਾਇਆ ਹੋਊਗਾ ਨਾ, ਤੁਸੀਂ ਉਹਦੇ ਵਿੱਚ ਕਾਰਬੋਹਾਈਡਰੇਟ ਦਾ ਨਾ ਦੇਖੋ ਵੀ ਕਿੰਨਾ ਆ। ਉਹ ਠੀਕ ਹੈ ਜੀ, ਪਰ ਮੈਂ ਆਪਣੇ ਘਰਾਂ ਦੀ ਗੱਲ ਕਰਦਾ, ਜਿੱਦਾਂ ਆਪਣੇ ਘਰਾਂ ਦੇ ਵਿੱਚ ਸਬਜ਼ੀ ਭਾਜੀ ਬਣਦੀ ਆ, ਉਹਦੇ ਵਿੱਚ ਆਪਾਂ ਨੂੰ ਕਿਹੜੀ ਚੀਜ਼ ਦਾ ਘੱਟ ਪਰਹੇਜ਼ ਜਾਂ ਵੱਧ ਪਰਹੇਜ਼ ਕਰਨਾ ਚਾਹੀਦਾ? ਰੋਟੀਆਂ ਪਾਣੀ ਜਿੱਦਾਂ ਵੀ ਹੈਗੀ ਉਹਦਾ ਮਾੜਾ ਜਿਹਾ ਦੱਸ। ਦੇਖੋ ਜੀ, ਹਰੀਆਂ ਸਬਜ਼ੀਆਂ ਜਿਹੜੀਆਂ ਨਾ ਉਹ ਸਾਰਿਆਂ ਨੂੰ ਅੱਛੀਆਂ। ਠੀਕ ਹੈ, ਇੰਨਾ ਖਿਆਲ ਰੱਖਣਾ ਚਾਹੀਦਾ ਕਿ ਜਿਹੜੀਆਂ ਦਾਲਾਂ ਆ, ਜਿਹੜੀ ਦੇਖੋ ਪ੍ਰੋਟੀਨ ਤੇ ਫੈਟ ਨਾ
ਇਹ ਤੁਹਾਡਾ ਖੂਨ ਸੌਰੀ ਗਲੂਕੋਸ ਨਹੀਂ ਵਧਾਉਣੀਆਂ ਕਿਸੇ ਵੀ ਤਰੀਕੇ ਨਾਲ। ਪਰ ਉਹਨਾਂ ਪ੍ਰੋਟੀਨ ਦੇ ਵਿੱਚ ਕਿ ਨਾ ਜਿਹੜੀ ਪ੍ਰੋਟੀਨ ਹੈਗੀ ਆ ਕਿ ਨਾ ਇਹਦੇ ਵਿੱਚ ਜਿਹਦਾ ਮਸਰਾਂ ਦੀ ਦਾਲ ਹੋਈ, ਦਿਸ ਰਿਹਾ ਜੀ? ਹਾਂਜੀ ਹਾਂਜੀ ਅੱਛਾ ਜਿਹਦਾ ਬਹੁਤ ਸੋਹਣਾ। ਅੱਛਾ ਜਿਹਦਾ ਮਸਰਾਂ ਦੀ ਦਾਲ ਹੋਈ, ਛੋਲਿਆਂ ਦੀ ਹੋਈ, ਇਹ ਹੈ ਤਾਂ ਇਹ ਪ੍ਰੋਟੀਨ ਆ, ਪਰ ਤੁਹਾਨੂੰ ਇਹ ਚੇਤਾ ਰੱਖਣਾ ਚਾਹੀਦਾ ਹੈ ਕਿ ਜੇ ਮੈਂ ਇੱਕ ਰੋਟੀ ਖਾਧੀ ਆ ਨਾ, ਜਿਹੜੀ ਦਾਲ ਵੀ ਲਈ ਆ ਨਾ, ਉਹ ਵੀ 2 ਰੋਟੀਆਂ ਦੇ ਬਰਾਬਰ ਹੋ ਜਾਣੀ ਆ। ਦਾਲ ਦੇ ਵਿੱਚੋਂ ਵੀ ਸ਼ੂਗਰ ਆ ਸਕਦੀ ਹੈ? ਹਾਂਜੀ, ਦਾਲ ਦੇ ਵਿੱਚੋਂ ਕੋਈ ਵੀ, ਕਿਉਂਕਿ ਜਿਹੜੀ ਬੇਸ਼ੱਕ ਉਹ ਪ੍ਰੋਟੀਨ ਹੀ ਆ, ਮਸਰਾਂ ਦੀ ਦਾਲ ਜਾਂ ਛੋਲਿਆਂ ਦੀ ਜਾਂ ਹੋਰ ਮਾਹਾਂ ਦੀ, ਉਹਦੇ ਵਿੱਚ ਅੱਧੀ ਦਾ ਫਰਕ ਆ। ਅੱਧੀ ਪ੍ਰੋਟੀਨ ਆ, ਅੱਧੀ ਕਾਰਬੋਹਾਈਡਰੇਟ ਆ। ਓਕੇ, ਠੀਕ ਹੈ ਜੀ। ਅੱਛਾ ਜਸਰ ਸਾਹਿਬ, ਹੁਣ ਤੁਸੀਂ ਆ ਜਾਓ ਤੇ ਜੇ ਕੋਈ ਕੁਐਸਚਨ ਪੁੱਛਣਾ ਜੀ, ਤੇ ਉਹਦੇ ਬਾਅਦ ਦੇ ਵਿੱਚ ਮੈਂ ਬਾਕੀਆਂ ਨੂੰ ਵੀ ਕਹਿਣਾ ਜੇ ਕਿਸੇ ਨੇ ਹੋਰ ਨੇ ਕੋਈ ਕੁਐਸਚਨ ਪੁੱਛਣਾ ਹੋਵੇ ਅਨਮਿਊਟ ਕਰ ਲਓ ਤਾਂ ਕਿ ਮੈਂ ਦੇਖ ਸਕਾਂ ਕੌਣ ਕਿਹਨੇ ਕੁਐਸਚਨ ਪੁੱਛਣਾ, ਤੇ ਉਹਦੇ ਬਾਅਦ ਚ ਆਪਾਂ ਅਗਲੀ ਕਾਰਵਾਈ ਕਰਦੇ ਹਾਂ। ਅੱਛਾ, ਮੈਂ ਇੱਕ ਚੀਜ਼ ਥੋੜੀ ਜਿਹੀ ਉਹ ਸਮਝਾ ਦਵਾਂ ਕਿ ਨਾ, ਜੇ ਸੌਖਾ ਤਰੀਕਾ ਕਿੱਦਾਂ ਤੁਹਾਨੂੰ ਮਤਲਬ ਅੰਡਰਸਟੈਂਡੇਬਲ ਹੋਊ, ਉਦੋਂ ਇਹ ਵੀਕ ਤੀਏ ਹਫ਼ਤੇ ਮੈਂ ਐਕਸਪਲੇਨ ਕਰਦਾ ਹੁੰਦਾ। ਇੱਕ ਬ੍ਰੈਡ ਦਾ ਪੀਸ, 3 ਚਮਚੇ 3 ਟੀਸਪੂਨ ਸ਼ੂਗਰ ਦੇ, 1 ਐਪਲ। ਹੁਣ ਮੈਨੂੰ ਇਹ ਦੱਸੋ ਕਿ ਵੀ ਉਹਦੇ ਵਿੱਚੋਂ ਕਿ ਨਾ ਕਿਹੜਾ ਤੁਹਾਡੇ ਛੇਤੀ ਖੂਨ ਦੇ ਵਿੱਚ ਜਾਊਗਾ, ਗਲੂਕੋਸ ਪੈਦਾ ਕਰੂਗਾ? 3 ਚਮਚੇ ਸ਼ੂਗਰ ਦੇ, ਜਾਂ 1 ਸਲਾਈਸ ਬ੍ਰੈਡ ਦਾ, ਜਾਂ 1 ਐਪਲ? ਸ਼ੂਗਰ ਜਿਹੜੀ ਮਿੱਥ ਆ ਉਹਦੇ ਦੇ ਮੁਤਾਬਕ ਤਾਂ ਸ਼ੂਗਰ ਹੀ ਜਾਊਗੀ ਜੀ ਪਹਿਲਾਂ। ਬਸ ਮੈਨੂੰ ਪਤਾ ਸੀਗਾ ਵੀ ਤੁਸੀਂ ਇਹੀ ਕਹਿਣਾ। ਐਪਲ ਨਹੀਂ ਨਹੀਂ ਹੈਗਾ ਅਦਰ ਵੇ ਰਾਉਂਡ ਆਨਸਰ। ਹਾਂਜੀ ਨਹੀਂ, ਅੱਛਾ ਇਹ ਗੱਲ ਨਹੀਂ ਹੈ। ਮੈਂ ਤੁਹਾਨੂੰ ਸੌਖਾ ਸੁਣਾਇਆ, ਤੁਸੀਂ ਕਹਿੰਦਾ ਕੋਈ ਚੀਜ਼ ਖਾਂਦੇ ਆ ਉਹਦੇ ਨਾਲ ਦੇਖੋ। ਜਿਹੜੀ ਬ੍ਰੈਡ ਹੈ ਨਾ, ਉਹ ਤਾਂ ਆਲਰੇਡੀ ਬੜੇ ਫਾਈਨ ਆਟੇ ਤੋਂ ਬਣਾਈ ਹੋ ਫੈਕਟਰੀ ਦੇ ਵਿੱਚ ਹੀ ਉਹਨੂੰ ਗ੍ਰਾਈਂਡ ਕਰਕੇ ਬਣਾਇਆ। ਤੁਸੀਂ ਬ੍ਰੈਡ ਦਾ ਪੀਸ ਚੱਕ ਲਓ, ਹੁਣ ਟਰਾਈ ਕਰ ਲਿਓ, ਏਦਾਂ ਹੱਥੇ ਵਿੱਚ ਕੁੱਟ ਲਓ, ਕੀ ਹੋਊਗਾ? ਤੁਹਾਡੇ ਹੱਥ ਨੂੰ ਸਾਰੀ ਗਲੂਕੋਸ ਤੁਹਾਡੇ ਹੱਥ ਦੇ ਵਿੱਚ ਸਟਿੱਕੀ ਹੋ ਜਾਣੀ ਹੈ, ਸਟਿੱਕੀ ਹੋ ਜਾਊਗਾ। ਗਲੂਕੋਸ ਆ, ਹੁਣ ਪੇਟ ਦੇ ਵਿੱਚ ਚਲ ਜਾਣਾ। ਜਿਹੜੀ ਗਲੂਕੋਸ ਹੈਗੀ, ਦੂਜੀ ਹੈਗੀ ਆ ਸ਼ੂਗਰ ਆ, ਸੋ ਉਹ ਹੈਗੀ ਕੁਇਕ ਰਿਲੀਜ਼। ਸ਼ੂਗਰ ਹੈਗੀ ਮੀਡੀਅਮ ਰਿਲੀਜ਼। ਕਿਉਂਕਿ ਜਿੱਦਾਂ ਮੈਂ ਆਹ ਐਕਸਪਲੇਨ ਕੀਤਾ ਸੀ ਕਿ ਨਾ, ਜਿੰਨਾ ਚਿਰ ਆਹ ਪ੍ਰੋਸੈਸ ਨਹੀਂ ਹੁੰਦਾ ਜਾ ਕੇ ਪੇਟ ਦੇ ਵਿੱਚ, ਆਹ ਟੁੱਟਦਾ ਨਹੀਂ ਹੈਗਾ, ਉਹਨਾਂ ਚਿਰ ਉਹ ਤੁਹਾਡੇ ਖੂਨ ਦੇ ਵਿੱਚ ਨਹੀਂ ਜਾਣੀ। ਸੋ ਮੀਡੀਅਮ ਰਿਲੀਜ਼ ਆ। ਤੋ ਇਹ ਜੇ ਬ੍ਰੈਡ ਵੀ ਅਸੀਂ ਖਾਣੀ ਆ ਤਾਂ ਫਿਰ ਮਤਲਬ ਜੇ ਬਰਾਊਨ ਖਾ ਲਵੇ ਤਾਂ ਬੈਟਰ ਆ, ਕਿਉਂਕਿ ਬਰਾਊਨ ਬ੍ਰੈਡ ਤਾਂ ਵਾਈਟ ਬ੍ਰੈਡ। ਨਹੀਂ ਜੀ, ਵਾਈਟ ਤੇ ਬਰਾਊਨ ਚ ਕੋਈ ਫਰਕ ਨਹੀਂ। ਉਹ ਮੇਰਾ ਲੜਕਾ ਉੱਥੇ ਕੰਮ ਕਰਦਾ ਹੈ ਬੇਕਰੀ ਚ, ਉਹਦੇ ਵਿੱਚ ਕੋਈ ਫਰਕ ਨਹੀਂ। ਇਹ ਫਰਕਾ ਹੈ ਜਿਹਦੇ ਵਿੱਚ ਤੇਲ ਆ ਜਾਂ ਸੀਡਡ ਬ੍ਰੈਡ ਜਿਹੜੀ ਆ ਕਿੰਨੇ ਆ ਜੇ ਸੀਡਸ ਆ, ਉਹ ਅੱਛੀ ਆ ਸਾਰਿਆਂ ਨਾਲੋਂ, ਕਿਉਂਕਿ ਉਹ ਕਿਉਂਕਿ ਉਹਦੇ ਵਿੱਚੋਂ ਨਿਕਲਣਾ ਫੈਟ ਜਿਹੜਾ ਆ ਉਹ ਤੁਹਾਡੇ ਅਬਜ਼ੋਰਪਸ਼ਨ ਤੱਕ ਅਬਜ਼ੋਰਬ ਕਰਨ ਲਈ ਉਹ ਪ੍ਰੋਸੈਸ ਘਟਾਉਂਦੀ ਆ। ਚੀਜ਼ ਵਾਲੀ ਠੀਕ ਹੈ ਨਰਿੰਦਰ ਸਿੰਘ, ਤੁਸੀਂ ਕੋਈ ਕੁਐਸਚਨ ਪੁੱਛ ਲਓ ਪਲੀਜ਼, ਤੁਸੀਂ ਅਨਮਿਊਟ ਹੋ। ਹਾਂਜੀ, ਮੈਂ ਸਿਰਫ ਇਹੀ ਐਡ ਕਰਨਾ ਸੀਗਾ ਜੀ, ਜਦੋਂ ਮੈਨੂੰ ਹੋਈ ਸੀ ਡਾਇਬੀਟੀਜ਼ ਆਇਡੈਂਟੀਫਾਈ, ਮੇਰਾ ਭਾਰ ਬਹੁਤ ਘਟ ਗਿਆ ਸੀ ਇੱਕੋ ਦਮ। ਹਾਂਜੀ, ਭਾਰ ਘਟਣ ਲੱਗ ਪੈਂਦਾ। ਤੇ ਦੂਸਰੀ ਮਤਲਬ ਜਿਹੜੀ ਮੇਰਾ ਕਾਰਨ ਸੀਗਾ, ਕਿਉਂਕਿ ਮੇਰੀ ਜੋ ਬੈਠਣ ਵਾਲੀ ਜੌਬ ਸੀਗੀ, ਸਾਰਾ ਦਿਨ ਦਫ਼ਤਰ ਦੇ ਵਿੱਚ ਬੈਠੇ ਰਹਿਣਾ ਤੇ ਮਤਲਬ ਵਰੀ ਕਰੀ ਜਾਣਾ ਕੰਪਿਊਟਰ ਤੇ, ਇਹ these are the main ingredients in causing my disease, ਹਨਾ, ਮੇਰੀ ਇਹ ਬਿਮਾਰੀ ਸ਼ੁਰੂ ਕਰਨ ਦੇ ਵਿੱਚ। ਤੇ ਇਹ ਐਕਸਰਸਾਈਜ਼ ਕਿਉਂਕਿ ਘਟ ਗਈ, ਹਾਂਜੀ, ਬੈਠਣਾ ਹੋ ਗਿਆ ਜ਼ਿਆਦੇ, ਤੇ ਬਸ ਉਸਨੇ ਇਹ ਮੇਰੀ ਹੋ ਗਈ ਬਿਮਾਰੀ ਹੋ ਗਈ। ਮੈਨੂੰ ਵੀ ਤੁਹਾਡੇ ਵਾਂਗੂ ਪਹਿਲਾਂ ਬਹੁਤ ਅਚੰਭਾ ਹੋਇਆ ਵੀ ਮੈਂ ਤਾਂ ਮਤਲਬ ਮੇਰਾ ਤਾਂ ਓਵਰਵੇਟ ਵੀ ਨਹੀਂ ਗਾ, ਤੇ ਮੈਨੂੰ ਹੋ ਕਿਵੇਂ ਗਈ। ਮੈਂ ਤਾਂ ਡਾਕਟਰ ਨਾਲ ਮੈਂ ਕਿਹਾ ਵੀ ਮੈਨੂੰ, ਕਿਉਂਕਿ ਜਿਹੜਾ ਮੇਰਾ ਬੈਕਗਰਾਉਂਡ ਸੀਗੀ, ਮੈਂ ਇੰਡੀਆ ਚ ਆਈ ਵਾਜ ਏ ਫਾਰਮਾਸਿਸਟ, ਹਾਂਜੀ, ਤੇ ਉਹਨੂੰ ਮੈਂ ਕਿਹਾ ਵੀ ਮੈਨੂੰ ਆਹ ਹੋ ਸਕਦਾ, ਡਾਇਬੀਟੀਜ਼ ਨਹੀਂ ਹੋ ਸਕਦੀ। ਉਹ ਕਹਿੰਦਾ ਜਸਟ ਟੇਕ ਦਿਸ, ਸਟਾਰਟ ਟੇਕਿੰਗ। ਜੇ ਤੂੰ ਕਹਿੰਦਾ ਹੁਣ ਲੈਣ ਲੱਗ ਗਿਆ ਨਾ, ਤਾਂ 20 ਸਾਲਾਂ ਨੂੰ ਕਹਿੰਦਾ ਤੂੰ ਮੇਰਾ ਸ਼ੁਕਰਗੁਜ਼ਾਰ ਹੋਵੇਂਗਾ ਵੀ ਤੂੰ ਆਹ ਪ੍ਰਿਸਕ੍ਰਾਈਬ ਕਰਤੀ ਸੀਗੀ।
ਤੇ ਸੋ ਮੈਡੀਸਨ ਜਿਹੜੀ ਰੈਗੂਲਰਲੀ ਲੈਣੀ ਹੈ ਨਾ ਤੇ ਐਕਸਰਸਾਈਜ਼ ਕਰਨੀ ਹੈਗੀ ਆ, ਤੁਰਾ ਫਿਰਾ ਖਾਣ ਤੋਂ ਬਾਅਦ, ਇਹ ਬਹੁਤ ਜ਼ਰੂਰੀ ਹੈਗਾ। ਇਸੇ ਕਰਕੇ ਥਿੰਕ ਮੈਂ ਵੀ ਇਹੀ ਕਹਿੰਦਾ ਸੀਗਾ ਵੀ ਜਿਹੜੇ ਆਪਣੇ ਲੰਗਰ ਦੇ ਕਾਰਬੋਹਾਈਡਰੇਟਸ ਦੇ ਮੇਨ ਕੋਰਸ ਇਨ ਆਵਰ ਡਾਇਟ, ਹਨਾ। ਆਪਾਂ ਕਹਿੰਦੇ ਵੀ ਹਰੇਕ ਚੀਜ਼ ਨਾਲ ਰੋਟੀ ਖਾ ਲਓ, ਹੈ ਲੰਗਰ ਸਾਹਿਬ ਲੰਗਰ ਦੇ ਵਿੱਚ ਵੀ ਆਪਾਂ 2-2 ਰੋਟੀਆਂ ਖਾ ਲੈਂਦੇ ਆ, ਹਾਂਜੀ। ਤੇ ਫਿਰ ਉੱਥੇ ਫਿਰ ਮਿੱਠੀਆਂ ਜਾਂ 1-2 ਚੌਲ, ਮਿੱਠੇ ਚੌਲ ਜਾਂ ਮਿੱਠੀ ਖੀਰ, ਤੇ ਉਹ ਨਾਲ ਉਹ ਵੀ, ਤੇ ਫਿਰ ਉਹ ਮਤਲਬ ਬਿਮਾਰ ਕਰਨ ਦਾ ਸੌਦਾ ਹੀ ਲੈਣੇ ਤੁਸੀਂ, ਮਤਲਬ ਇਲਾਜ ਦਾ ਜਿਹੜਾ ਉਹ ਬਿਮਾਰੀ ਦਾ ਘਰ ਹੁੰਦਾ ਹੈ। ਜਿਵੇਂ ਉਹ ਕਹਿੰਦੇ ਹੁੰਦੇ ਆ, ਗੁਰਬਾਣੀ 'ਚ ਵੀ ਲਿਖਿਆ ਹੀ ਹੋਇਆ ਹੈਗਾ, ਦੁੱਖ ਦਾਰੂ ਸੁੱਖ ਰੋਗ ਭਇਆ। ਹੁਣ ਜਦੋਂ ਤੁਸੀਂ ਸਵਾਦ ਮੂੰਹ ਦੇ ਸਵਾਦ ਪਿੱਛੇ, ਸੁੱਖ ਪਿੱਛੇ, ਉਹ ਸਾਰੇ ਉਮਰ ਦੀ ਬਿਮਾਰੀ ਫਿਰ ਉਹ ਦੁੱਖ ਆਪੀ ਤੁਸੀਂ ਪ੍ਰੋਡਿਊਸ ਕਰਨੇ। ਹਾਂਜੀ, ਬਸ ਮੈਂ ਇਹੀ ਕਹਿਣਾ ਸੀਗਾ। ਥੈਂਕ ਯੂ ਨਰਿੰਦਰ ਸਿੰਘ ਜੀ। ਹਾਂਜੀ, ਆਪਣੇ ਕੁਲਦੀਪ ਕੌਰ ਜੀ, ਤੁਸੀਂ ਇੱਕ ਕੰਪਲੀਮੈਂਟ ਇਹ ਦੇਣਾ ਸੀਗਾ, ਸੌਰੀ ਜੀ, ਇੱਕ ਕੰਪਲੀਮੈਂਟ ਇਹ ਦੇਣਾ ਸੀ ਵੀ ਇਹਨਾਂ ਨੇ ਗੁਰਚਰਨ ਸਿੰਘ ਜੀ ਨੇ ਬਹੁਤ ਹੀ ਸੌਖੇ ਤੇ ਸੁਚੱਜੇ ਢੰਗ ਨਾਲ ਇਹ ਐਕਸਪਲੇਨ ਕੀਤਾ ਹੈਗਾ ਡਾਇਬੀਟੀਜ਼ ਦਾ। ਮੈਂ ਪਹਿਲੀ ਵਾਰ ਕੀਤੀ ਪੰਜਾਬੀ ਦੇ ਵਿੱਚ। ਕਈ ਵਾਰੀ ਤਾਂ ਮੈਨੂੰ ਵੀ ਇਹਨਾਂ ਗੱਲਾਂ ਦਾ ਪਤਾ ਨਹੀਂ ਸੀਗਾ। ਦੇਖੋ, ਮੇਰੀ ਬੈਕਗ੍ਰਾਉਂਡ ਭਾਵੇਂ ਉਹੋ ਜਿਹੀ ਸੀਗੀ, ਪਰ ਮੈਨੂੰ ਇਸ ਤਰ੍ਹਾਂ ਮੈਂ ਐਨਾਲਾਈਜ਼ ਕਰਨ ਦਾ ਸੋਚਿਆ ਹੈਗਾ। ਜਸਟ ਕੀ ਲਖੀਰ ਦੇ ਫਕੀਰ ਬਣ ਕੇ ਵੀ ਮਤਲਬ ਦਵਾਈ ਦੇ ਚਲੋ ਜੀ। ਸਾਡੇ ਕੋਲ ਡਾਕਟਰ ਵੀ ਜਿਹੜੇ ਹੈ ਨਾ, ਮਤਲਬ ਇਹ ਕੋਰਸ ਦੇ ਮੇਰੇ ਖਿਆਲ ਸਾਡੇ ਗਰੁੱਪ ਦੇ ਵਿੱਚ 3 ਡਾਕਟਰ ਆਏ ਆ, ਉਹ ਸਰਪ੍ਰਾਈਜ਼ ਹੋ ਗਏ ਕਿ ਵੀ ਸਾਨੂੰ ਵੀ ਇਹ ਚੀਜ਼ ਦਾ ਨਹੀਂ ਪਤਾ। ਬਿਲਕੁਲ ਸਹੀ ਗੱਲ ਹੈ ਜੀ। ਸਾਡਾ ਕੰਮ ਤਾਂ ਕੋਈ ਦੁਆ ਲਿਖਣਾ ਆ ਕਿ ਵੀ ਇਹ ਚੀਜ਼ਾਂ ਸਮਝਣੀ ਜ਼ਰੂਰੀ ਹੈ। No, I want them to hear me. ਠੀਕ ਹੈ ਜੀ। ਇੱਕ ਪਲੀਜ਼ ਥੋੜਾ ਚੁੱਪ ਰਹੋ ਸਾਰੇ ਜਣੇ। ਮੈਨੂੰ ਪਤਾ 3-4 ਜਣੇ ਅਨਮਿਊਟ ਹੋਏ ਹੋ ਆ। ਪਲੀਜ਼ ਜਿਹਦੇ ਨਾਲ ਗੱਲ ਹੋ ਰਹੀ ਹੈ ਉਹੀ ਗੱਲ ਕਰਨ ਪਲੀਜ਼। ਤੇ ਹੁਣ ਕੁਲਦੀਪ ਕੌਰ ਜੀ, ਤੁਸੀਂ ਕੁਝ ਪੁੱਛਣਾ ਤਾਂ ਤੁਸੀਂ ਅਨਮਿਊਟ ਹੋਏ ਹੋ ਆ। ਹਾਂਜੀ, ਢੇਸੀ ਸਾਹਿਬ ਮੈਂ ਪੁੱਛਣਾ ਸੀ, ਜਿਹੜਾ ਤੁਸੀਂ ਕਹਿੰਦੇ ਓਲਿਵ ਆਇਲ ਕੁੱਕ ਨਹੀਂ ਕਰਨਾ ਚਾਹੀਦਾ, ਤੇ ਕੁਕਿੰਗ ਵਾਲਾ ਵੀ ਤੇ ਮਿਲਦਾ ਹੈ ਨਾ? ਮੇਰਾ ਖਿਆਲ ਹੈ ਕਿ ਓਲਿਵ ਆਇਲ ਜਿਹੜਾ ਕੁਕਿੰਗ ਵਾਲਾ ਵੀ ਹੈ ਨਾ, ਉਹ ਨਾ ਯੂਜ਼ ਓਲਿਵ ਆਇਲ ਹੋਏਗਾ ਕਿ ਨਾ, ਉਹਦੇ ਵਿੱਚ ਥੋੜੀ ਜਿਹੀ ਉਹਦੀ ਜਿਹੜੀ ਸਟਰੈਂਥ ਦਾ ਫਰਕਾ ਹੋਏਗਾ, ਕੁਆਲਿਟੀ ਦਾ। ਕਿਉਂਕਿ ਮੈਂ ਕੁਕਿੰਗ ਲਈ ਜੇ ਤੁਸੀਂ ਚਾਹੁੰਦੇ ਆ ਕਿ ਨਾ ਓਲਿਵ ਆਇਲ ਤੋਂ ਬਗੈਰ ਕਿ ਨਾ, ਜਿਹੜਾ ਰੇਪ ਸੀਡ ਆਇਲ ਹੈ ਕਿ ਨਾ, ਰੇਪ ਸੀਡ ਮੇਰੇ ਖਿਆਲ ਬਹੁਤ ਆ, ਇੱਥੇ ਇੰਗਲੈਂਡ ਦੇ ਵਿੱਚ ਤਾਂ ਉਹੀ ਬਹੁਤ ਆ। ਰੇਪ ਸੀਡ ਆਇਲ 100% ਕਿ ਨਾ, ਜਿਹੜਾ ਜੇ ਫਰਜ਼ ਕਰੋ ਸਸਤੇ ਜੇ ਸ਼ੋਪ ਰਾਊਂਡ ਨਾ ਕਰਿਓ ਕਿ ਵੀ ਰੇਪ ਸੀਡ ਆਇਲ ਚਾਹੀਦਾ, ਤੁਸੀਂ ਜਿਹੜਾ ਵੈਜੀਟੇਬਲ ਆਇਲ ਹੈ ਨਾ, ਉੱਤੇ ਤੇ ਰੇਪ ਸੀਡ ਲਿਖਿਆ, ਵੈਜੀਟੇਬਲ ਆਇਲ ਤੇ ਰੇਪ ਸੀਡ ਲਿਖਿਆ ਹੋਊਗਾ ਨਾ, ਉਹ ਲੈ ਲਿਓ। ਜਿਹੜਾ ਬ੍ਰਾਂਡ ਹੈਗਾ ਕਿ ਨਾ ਕੰਪਨੀ ਦਾ, ਜਿੱਦਾਂ ਮੋਰਿਸਨ ਹੋਈ, ਐਸਰਾ ਹੋਈ, ਉਹ ਸਸਤਾ ਪੈਂਦਾ ਤੇ ਉਹ ਹੈ ਵੀ ਅੱਛਾ, ਤੇ ਉਹਨਾਂ ਕੁਕਿੰਗ ਕੀਤੀ ਜਾ ਸਕਦੀ ਹੈ, ਉਹ ਬਹੁਤ ਅੱਛਾ। ਅੱਛਾ, ਮੈਂ ਤਾਂ ਓਲਿਵ ਆਇਲ ਲੈ ਕੇ ਆਣੀ ਕੁਕਿੰਗ ਵਾਸਤੇ, ਉਹ ਤੇ ਲਿਖਿਆ ਤੁਹਾਡੀ ਮਰਜ਼ੀ ਆ ਉਹ, ਪਰ ਕੁਕਿੰਗ ਵਾਲਾ ਅੱਛਾ, ਓਕੇ, ਡਰੈਸਿੰਗ ਵਾਸਤੇ ਵਰਤੋ। ਠੀਕ ਹੈ ਜੀ, ਥੈਂਕ ਯੂ ਕੁਲਦੀਪ ਕੌਰ ਜੀ, ਥੈਂਕ ਯੂ। ਨੀਨਾ ਜੀ, ਤੁਸੀਂ ਵੀ ਅਨਮਿਊਟ ਹੋਏ ਹੋ ਤਾਂ ਤੁਸੀਂ ਵੀ ਜੇ ਕੁਝ ਸਵਾਲ ਪੁੱਛਣਾ ਤਾਂ। ਮੈਂ ਕਹਿ ਰਹੀ ਸੀ ਕਿ ਇਟ ਇਜ਼ ਰੀਅਲੀ ਸਿੰਪਲ ਜੀ। ਇਨਸੂਲਿਨ ਜਿਹੜੀ ਡਾਇਬੀਟੀਜ਼ ਹੈਗੀ ਹੈ, 2 ਤਰ੍ਹਾਂ ਦੀ ਡਾਇਬੀਟੀਜ਼ ਹੈਗੀ ਹੈ। ਮੈਚੁਰਿਟੀ ਔਨਸੈਟ, ਜਿਹੜੀ ਕਿ ਵੱਡੀ ਉਮਰ ਵਿੱਚ ਹੋ ਕੇ ਹੁੰਦੀ ਹੈ। ਜੁਵਨਾਈਲ ਡਾਇਬੀਟੀਜ਼ ਹੁੰਦੀ ਹੈ। ਇਨਫੈਂਟਾਈਲ ਡਾਇਬੀਟੀਜ਼, ਜਿਹੜੀ ਕਿ ਬੱਚਿਆਂ ਨੂੰ ਹੁੰਦੀ ਹੈਗੀ ਹੈ। ਜੀ। Family history is very important. If it runs in your family, you are more likely to get diabetes than an ordinary person. Okay? Now, the juvenile diabetes, ਬੱਚਿਆਂ ਨੂੰ ਹੁੰਦੀ ਹੈ, it does not respond to tablets. They've got to go on injections. And the senior persons, when they get diabetes, they can start with tablets. And if it does not work, they can combine with insulin. If it does not work, then they can go on insulin. So ਇਹਦੇ ਜਿਹੜੀ ਹੈਗੀ ਹੈ ਖਾਣ ਦੇ ਵਿੱਚ ਥੋੜਾ ਬਹੁਤਾ ਤੁਸੀਂ ਜੋ ਮਰਜ਼ੀ ਖਾ ਸਕਦੇ ਹੋ। ਤੇ olive oil ਦਾ ਜਿਹੜਾ ਮਿਥ ਹੈਗਾ, olive oil, if you use it as such, it is useful. Once you cook in it, it's lost its protective effect. ਠੀਕ ਹੈ ਜੀ। olive oil ਤੁਸੀਂ ਆਪਣੇ ਸੈਲਡ ਦੇ ਉੱਤੇ ਪਾ ਲਓ। ਮਿਹਰਬਾਨੀ ਜੀ। ਹੋਰ ਕਿਸੇ ਨੇ ਕੋਈ ਕੁਐਸਚਨ ਖਾਸ ਪੁੱਛਣਾ ਹੋਵੇ ਮੇਰੇ ਤੋਂ ਡਾਇਬੀਟੀਜ਼ ਬਾਰੇ, ਤੇ ਮੇਰੇ ਕੋਲ ਪੁੱਛ ਸਕਦੇ ਆ। ਠੀਕ ਹੈ ਜੀ, ਠੀਕ ਹੈ, ਨੋ ਪ੍ਰੋਬਲਮ। ਅਸੀਂ ਤੁਹਾਡੇ ਕੋਲ ਵੀ ਆਉਣਾ ਆ,
ਉਹ ਦੇਖ ਲੈਣੇ ਟਾਈਮ ਦੇ ਮੁਤਾਬਕ ਕਿੱਦਾਂ ਕਰਦੇ। ਸਾਡੇ ਨਾਲ ਹੋਰ ਵੀ ਇੱਕ ਦੋ ਹੈਗੇ ਜੁੜੇ ਹੋ ਆ ਜੀ, ਉਹਨਾਂ ਦੇ ਨਾਲ ਵੀ ਅਸੀਂ ਪੁੱਛ ਲਈਏ। ਤੇ ਇੱਕ ਮਿੰਟ ਠਹਿਰੋ ਜੀ, ਸਾਡੇ ਨਾਲ ਪਹਿਲਾਂ ਆਪਣੇ ਹੈਗੇ ਜੀ ਸਤਿੰਦਰ ਸਿੰਘ ਜੀ। ਮੈਂ ਪੁੱਛਣਾ ਸੀਗਾ ਕਿ ਐਪਲ ਸੀਡਰ ਵਿਨੇਗਰ, ਹਾਂਜੀ, ਉਹ ਕਿੰਨਾ ਕੁ ਅੱਛਾ ਹੈ ਆਪਣੀ ਡਾइट ਦੇ ਵਾਸਤੇ ਫॉर डायबिटीज, और दूसरा कि खुराक के नाल ਅਸੀਂ ਆਪਣੀ डायबिटीज कंट्रोल कर सकते ਹਾਂ। ਇੱਕ ਤਾਂ ਐਪਲ ਸਾਈਡਰ ਵਿਨੀਗਰ ਤੁਸੀਂ ਪੁੱਛਿਆ ਜੀ? ਹਾਂਜੀ। ਇੱਕ ਹਾਂਜੀ ਆਪਣੇ ਗੁਰਚਰਨ ਸਿੰਘ ਜੀ, ਐਪਲ ਸਾਈਡਰ ਵਿਨੀਗਰ ਜਿਹੜਾ ਹੈਗਾ ਉਹ ਸਾਡੇ ਲਈ ਕਿੱਦਾਂ ਚੰਗਾ ਜਾਂ ਨਹੀਂ ਚੰਗਾ? ਹਾਂਜੀ, ਮੈਂ ਕੁਛ ਨਹੀਂ ਕਹਿ ਸਕਦਾ ਤੁਲਸੀ ਸਿੰਘ ਜੀ ਇਸ ਚੀਜ਼ ਬਾਰੇ ਕਿ ਵੀ ਨਾ ਹੀ ਸਾਡੀ ਮੈਨੂਅਲ ਦੇ ਵਿੱਚ ਲਿਖਿਆ ਹੈ ਇਸ ਚੀਜ਼ ਬਾਰੇ ਕੋਈ ਵੀ, ਤੇ ਇਹਨਾਂ ਜੂ ਹੈਗਾ ਵੀ ਫਰੂਟ ਖਾਓ ਬਸ, ਕਿ ਵੀ ਐਪਲ ਜਿਹੜਾ ਹੈਗਾ। ਠੀਕ ਹੈ ਜੀ, ਚਲੋ ਇਹ ਅਸੀਂ ਮਿਸਗਾਈਡ ਨਹੀਂ ਕਿਸੇ ਪਾਸੇ ਵੀ ਕਰਨਾ। ਚੀਜ਼ਾਂ ਬਹੁਤ YouTube ਦੇ ਉੱਪਰ ਬਹੁਤ ਆਉਂਦੀਆਂ, ਮੈਨੂੰ ਪਤਾ ਇੰਡੀਆ ਦੇ ਵਿੱਚ ਕਿ ਨਾ ਕਿ ਵੀ ਆਹ ਲਓ ਆਹ ਕਰੋ ਹੈਗਾ, ਪਰ ਨੀਨਾ ਉਹਨਾਂ ਨੂੰ ਸ਼ਾਇਦ, ਹਾਂਜੀ ਸ਼ਾਇਦ ਉਹਨਾਂ ਨੂੰ ਪਤਾ ਹੋਊਗਾ। ਉਹਨਾਂ ਨੂੰ ਨੀਨਾ ਜੀ, ਜੇ ਤੁਹਾਨੂੰ ਇਹਦੇ ਬਾਰੇ ਪਤਾ ਜੀ ਕੁਛ ਆਪਣੇ ਐਪਲ ਸਾਈਡਰ ਵਾਸਤੇ? ਨਹੀਂ, ਉਹ ਚਲੋ ਕੋਈ ਨਹੀਂ, ਅਨਮਿਊਟ। ਅੱਛਾ, ਦੂਸਰਾ ਜੀ ਮੈਨੂੰ ਇੱਕ ਹੋਰ ਪੁੱਛਣਾ ਸੀਗਾ ਕਿ ਸਾਡੀ ਡਾਈਟ ਦੇ ਵਿੱਚ ਅਸੀਂ ਕੰਟਰੋਲ ਕਰ ਸਕਦੇ ਹਾਂ ਆਪਣੀ ਸ਼ੂਗਰ ਨੂੰ ਡਾਈਟ ਦੇ ਵਿੱਚ? ਬਿਲਕੁਲ ਹੋ ਸਕਦੀ ਆ। ਜਿਹੜੀ ਕਹਿੰਦੇ ਆ ਕਿ ਡਾਇਬੀਟਿਸ ਟਾਈਪ 2 ਰਿਵਰਸ ਹੋ ਜਾਂਦੀ ਆ, ਉਹ ਬੰਦੇ ਏਦਾਂ ਹੀ ਕਰਦੇ ਆ, ਉਹ ਆਪਣੀ ਡਾਈਟ ਹੀ ਕੰਟਰੋਲ ਕਰਕੇ ਨਾਲ ਪ੍ਰੀ ਡਾਇਬੀਟਿਕ ਰੇਂਜ ਦੇ ਵਿੱਚ ਆ ਜਾਂਦੇ ਆ। ਤੁਹਾਨੂੰ ਆਪਣੇ ਜਿਹੜੇ ਕਾਰਬੋਹਾਈਡਰੇਟ ਦਾ ਹੈਗਾ ਆ ਟੋਲਰੈਂਸ, ਉਹ ਘਟਾਉਣਾ ਪਏਗਾ। ਯਾਨੀ ਇਨਸਾਨ ਨੂੰ ਇਹ ਸੋਚਣਾ ਚਾਹੀਦਾ ਕਿ ਵੀ ਮੈਂ ਇੰਨਾ ਕੁਝ ਕਰ ਰਿਹਾ ਆਪਣੀ, ਪਰ ਮੈਂ ਕਰ ਕੀ ਰਿਹਾ? ਮੈਂ ਸਾਰੀ ਦਿਹਾੜੀ ਦੇਖੀ ਜਾਣਾ ਕਿ ਨਾ, ਫਿਰ ਮੈਨੂੰ ਉਹਨਾਂ ਖਾਦੇ ਦਾ ਕੋਈ ਫਾਇਦਾ ਨਹੀਂ ਹੈ। ਠੀਕ ਹੈ ਜੀ, ਲੋੜ ਅਨੁਸਾਰ ਖਾਓ। ਓਕੇ ਜੀ। ਸਤਨਾਮ ਸਿੰਘ ਨਾਗਰਾ। ਹਾਂਜੀ ਢੇਸੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਢੇਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਜਿੱਦਾਂ ਆਪਣਾ ਗੁੜ ਤਾਂ ਜਾਂ ਸ਼ੱਕਰ ਜਾਂ ਜਿਹੜੀ ਸ਼ੂਗਰ ਆ, ਇਹਦੇ ਵਿੱਚ ਕੋਈ ਕਿੱਦਾਂ ਕੋਈ ਬੈਸਟ ਜਿਹੜੀ ਹੈਗੀ ਆ? ਜੇ ਤੁਸੀਂ ਆਪਣਾ ਗੁੜ ਦੀ ਚਾਹ ਪੀਣੀ ਆ, ਇਹਦੇ ਵਿੱਚ ਮੈਨੂੰ ਤਾਂ ਕੋਈ ਦਿੱਕਤ ਨਹੀਂ ਦੀਦੀ। ਮੈਂ ਖੁਦ ਪੀਣਾ ਵਾਲੀ ਵੇਲੇ ਘਰ ਬਣਾ ਕੇ ਸ਼ੱਕਰ ਪਾਈ ਹੁੰਦੀ ਆ, ਤੇ ਮੇਰਾ ਮਤਲਬ ਇਹ ਚ ਸ਼ੂਗਰ ਸ਼ਾਗਰ ਜ਼ਿਆਦਾ ਹੈ ਜਾਂ ਕਿੱਦਾਂ ਉਹਦੇ ਵਿੱਚ? ਨਹੀਂ ਆ, ਇਹ ਵੀ ਮਿੱਥ ਆ। ਢੇਸੀ ਸਾਹਿਬ, ਜਿਹੜੀ ਰਿਫਾਈਨਡ ਸ਼ੂਗਰ ਹੈਗੀ ਆ, ਇੱਕ ਜਿੱਦਾਂ ਆਪਣੇ ਗੁੜ ਆ ਤੇ ਸ਼ੂਗਰ ਆ, ਉਹਨਾਂ ਦਾ ਜੇ ਤੁਸੀਂ ਬੈਲੈਂਸ ਕਰਕੇ ਦੇਖੋ, ਲੈਵਲ ਕਰਕੇ ਦੇਖੋ, ਤਾਂ ਕਿਹੜੀ ਵਰਸਟ ਆ? ਹੁਣ ਇਹਦਾ ਟੈਸਟਿੰਗ ਤੋਂ ਮੈਂ ਚੈੱਕ ਕਰ ਲੂੰ ਕਿ ਜੇ ਹੋਇਆ ਜਾਂ ਫਿਗਰ ਕੋਈ, ਪਰ ਮੈਂ ਤੁਹਾਨੂੰ ਜਿਹੜੀ ਹੋਈ ਸੁਕਰੋਸ ਮਤਲਬ ਹੋਈ ਸ਼ੂਗਰ, ਉਹ ਚਾਹੇ ਉਹ ਬਰਾਊਨ ਆ, ਚਾਹੇ ਉਹ ਚਿੱਟੀ ਆ, ਚਾਹੇ ਉਹ ਰੀਫਾਈਨ ਕੀਤੀ ਉਹ ਆ, ਤੇ ਉਹਨਾਂ ਦੇ ਵਿੱਚ ਤਾਂ ਨਹੀਂ ਬੜਾ ਫਰਕ ਹੋਏਗਾ। ਉਨੀ ਕਿ ਉਹੀ 100% ਸ਼ੂਗਰ ਹੋਏਗੀ। ਠੀਕ, ਮੇਰਾ ਖਿਆਲ ਜਿੱਦਾਂ ਮੈਂ ਮਕਸਦ ਇਹ ਵੀ ਜਿੱਦਾਂ ਸ਼ੂਗਰ ਜਿਹੜੀ ਆ ਕੈਮੀਕਲ ਨਾਲ ਤਿਆਰ ਹੁੰਦੀ ਆ, ਤੇ ਜਿਹੜਾ ਗੁੜ ਆ ਉਹ ਨੈਚੁਰਲ ਥੋੜਾ ਜਿਹਾ ਹੁੰਦਾ। ਇਹ ਸੀਗਾ ਮੇਰਾ ਮਤਲਬ ਵੀ। ਹਾਂਜੀ, ਇਹੀ ਸੋਚਦੀ ਸੀ। ਹਾਂਜੀ, ਹੈ ਤਾਂ ਉਹ ਨੈਚੁਰਲੀ ਹੈ, ਵੈਸੇ ਉਹ ਅੱਛਾ ਹੋਏਗਾ, ਪਰ ਉਹ ਲੇਬਲ ਪੜ੍ਹ ਕੇ ਦੇਖ ਲਿਓ, ਉਹਦੇ ਵਿੱਚ ਇਹੀ ਲਿਖਿਆ ਹੋਊਗਾ 100% ਗਲੂਕੋਸ। ਠੀਕ ਹੈ ਜੀ। ਵੈਸੇ ਸਾਨੂੰ ਜਿਹੜਾ ਗਲੂਕੋਜ਼ ਦਾ ਮੇਨ ਮਕਸਦ ਤਾਂ ਇਹੀ ਹੈ, ਜਿਹੜਾ ਗਲੂਕੋਜ਼ ਘਟਾਓ ਜਾਂ ਉਹਨਾਂ ਹਾਂਜੀ ਮੇਨ ਇਹੀ ਆ, ਯਾਨੀ ਸ਼ੂਗਰ ਕਹਿਣਾ ਕੋ ਹਟ ਜਾਓਗੇ ਵੀ ਸਾਨੂੰ ਸ਼ੂਗਰ ਹੋਈ ਹੋਆ। ਠੀਕ ਹੈ। ਥੋੜਾ ਜਿਹਾ ਪਰਹੇਜ਼ ਕਰੋ, ਸਾਰੇ ਤਰ੍ਹਾਂ ਆਪਣੀ ਐਕਸਰਸਾਈਜ਼ ਕਰੋ, ਤਾਂ ਬਹੁਤੀਆਂ ਜਲੇਬੀਆਂ ਨਾ ਛਕੋ। ਅੱਛਾ, ਜਲੇਬੀਆਂ ਦੀ ਗੱਲ ਕੀਤੀ ਆ। ਹਾਂਜੀ, ਬੋਕਿਆ ਜੇ ਨਾ ਤੁਸੀਂ ਕਿਸੇ ਨੇ ਲੈਣੀ ਹੋਵੇ ਨਾ, ਇਹ ਐਮਾਜ਼ਨ ਤੋਂ ਮਿਲ ਜਾਂਦੀ ਆ। ਸੌਰੀ, ਕਾਰਬਸ ਕਾਊਂਟਰ ਆ, ਵਰਲਡ ਫੂਡ ਵਾਲੀ ਆ, ਬੜੀ ਅੱਛੀ ਕਿਤਾਬ ਆ, ਤੇ ਇਹਦੇ ਵਿੱਚ ਸਾਰੇ ਦੁਨੀਆ ਦੇ ਖਾਣਿਆਂ ਬਾਰੇ ਲਿਖਿਆ ਆ। ਇਹ ਰੋਟੀਆਂ ਦੇ ਦਾਲ ਦੇ ਵਰਕੇ ਹੈਗੇ ਆ ਜਿਹੜੀ ਸਾਡੀ ਗੁੜ ਦੀ ਆ ਨਾ, ਇੱਕ ਮਿੰਟ ਮੈਂ ਤੁਹਾਨੂੰ ਉਹ ਵੀ ਦੱਸੇ।
ਲਓ ਜੀ, ਆ ਤੁਹਾਨੂੰ ਦਿਖਾ ਦੇਣਾ, ਆ ਗੋੜਿਆ ਠੀਕ ਹੈ 3 ਟੁਕੜੇ ਛੋਟੇ ਛੋਟੇ 12 ਗ੍ਰਾਮ ਆ ਕਾਰਬ। ਉਹਦਾ ਖੂਨ ਤੇ ਜਿਹੜਾ ਇਫੈਕਟ ਆ ਉਹ ਆ ਜਲੇਬੀ ਆ, ਉਹ ਇੱਕ ਜਲੇਬੀ ਆ ਜਿਹੜੀ 30 ਗ੍ਰਾਮ ਭਾਰ ਆ ਤੇ ਉਹਦੇ ਵਿੱਚ 17 ਗ੍ਰਾਮ ਕਾਰਬੋਹਾਈਡਰੇਟ ਆ। 17 ਠੀਕ ਹੈ ਇੱਕ ਜਲੇਬੀ ਚ। ਜਿਹੜਾ ਪੋਰਸ਼ਨ ਹੁੰਦਾ ਉਹ 15 ਗ੍ਰਾਮ ਦਾ ਹੁੰਦਾ ਆ। ਇਹ ਪੋਰਸ਼ਨ ਤੋਂ ਨਾ ਥੋੜਾ ਜਿਹਾ ਉੱਪਰ ਹੋ ਗਿਆ, ਉਹਦਾ ਇਫੈਕਟ ਸਾਡੇ ਗਲੂਕੋਸ ਤੇ ਆਇਆ 3 ਗੁਣਾ। ਜਲੇਬੀ ਦਾ ਜ਼ਿਆਦਾ ਗੁੜ ਦੇ ਨਾਲੋਂ। ਗੁੜ ਦਾ ਘੱਟ ਆ, ਜਲੇਬੀ ਦਾ ਜ਼ਿਆਦਾ ਆ। ਹਾਂ, ਕਿਉਂਕਿ ਸਾਨੂੰ ਆਪਣੇ ਟਰਮਸ ਦੇ ਵਿੱਚ ਹੀ ਪਤਾ ਲੱਗ ਜਾਵੇ ਤਾਂ ਫਿਰ ਆਪਾਂ ਥੋੜਾ ਜਿਹਾ ਉਹਦਾ ਧਿਆਨ ਰੱਖ ਸਕਦੇ ਹਾਂ। ਜਿਹਨੂੰ ਮਾੜੇ ਹੈਗੀ ਆ, ਜਿਹਨੂੰ ਨਹੀਂ ਵੀ ਹੈਗੀ ਤਾਂ ਵੀ ਉਹ ਧਿਆਨ ਰੱਖ ਸਕਦੇ ਹਾਂ। ਹਾਂਜੀ, ਰਸ ਮਲਾਈ ਖਾਣੀ ਆ, ਜੇ 100 ਗ੍ਰਾਮ ਵਾਲੀ ਹੈਗੀ ਭਾਰ ਹੈਗਾ ਆ ਤੇ ਉਹ ਇੱਕ ਪੋਰਸ਼ਨ ਆ ਤੇ 14 ਗ੍ਰਾਮ ਉਹਦੇ 14 ਗ੍ਰਾਮ ਕਾਰਬੋਹਾਈਡਰੇਟ ਆ। ਠੀਕ ਹੈ। ਕਾਰਬੋਹਾਈਡਰੇਟ ਕਿੰਨਾ ਲੈਣਾ ਚਾਹੀਦਾ ਹੈ? 15 ਗ੍ਰਾਮ। 15 ਗ੍ਰਾਮ ਜਿਹੜਾ ਪੋਰਸ਼ਨ ਆ ਉਹ 15 ਗ੍ਰਾਮ ਦਾ ਨਾ ਬਣਦਾ ਆ। ਪਰ ਜੇ ਕਾਰਬੋਹਾਈਡਰੇਟ 14 ਆ ਤਾਂ ਫਿਰ ਉਹ ਕਿੰਨਾ ਲੈਣਾ ਚਾਹੀਦਾ ਹੈ? ਉਹਦੇ ਵਿੱਚ ਠੀਕ ਆ ਉਹ 14 ਗ੍ਰਾਮ? ਹਾਂਜੀ 14 ਠੀਕ ਹੈ, ਬਿਲਕੁਲ ਤੁਸੀਂ ਬਿਲਕੁਲ। ਹਾਂ, ਜਿੰਨਾ ਘੱਟ ਹੋਵੇ ਉਹ ਚੰਗਾ। ਹੁਣ ਦੀ ਸੈਲਡ ਦੇ ਵਿੱਚ ਕਾਰਬੋਹਾਈਡਰੇਟ ਹੈ ਨਹੀਂ। ਉਹ ਜਿਹੜੀ ਪ੍ਰੋਟੀਨ ਆ ਜਾਂ ਅੰਡੇ ਪ੍ਰੋਟੀਨ ਆ, ਮੱਛੀ ਆ, ਉਹਦੇ ਵਿੱਚ ਕੋਈ ਕਾਰਬੋਹਾਈਡਰੇਟ ਨਹੀਂ। ਉਹਨਾਂ ਤੁਹਾਡੀ ਸ਼ੂਗਰ ਬਿਲਕੁਲ ਨਹੀਂ ਉੱਪਰ ਜਾਏਗੀ। ਬਾਕੀ ਜਿਹੜੀ ਤੁਸੀਂ ਭਾਜੀ ਚਾਹ ਬਾਰੇ ਵੀ ਕਿਹਾ ਆ, ਹਾਂਜੀ, ਕਿ ਚਾਹ ਦੇ ਵਿੱਚ ਆਪਾਂ ਕਹਿੰਦੇ ਸ਼ੂਗਰ ਨਹੀਂ ਪਾਉਣੀ ਚਾਹੀਦੀ ਜਾਂ ਪਾਉਣੀ ਚਾਹੀਦੀ ਆ, ਪਰ ਫਿਰ ਜੇ ਸਪੋਜ਼ ਕਰੋ ਬੰਦੇ ਦੀ ਸ਼ੂਗਰ ਆਲਰੇਡੀ ਹੈਗੀ ਆ ਤੇ ਉਹ ਹੋਰ ਸ਼ੂਗਰ ਪਾ ਕੇ ਪੀਊਗਾ, ਫਿਰ ਉਹ ਠੀਕ ਆ ਜੀ? ਜਿੰਨੀ ਕੁ ਵਜੇ ਪਾਈਓ ਹੁੰਦੀ ਆ ਉਹਦੇ ਨਾਲ ਬਹੁਤਾ ਇਫੈਕਟ ਨਹੀਂ ਪੈਂਦਾ ਹੈਗਾ, ਕਿਉਂਕਿ ਉਹ ਥੋੜਾ ਬਹੁਤਾ ਜਾ ਕੇ ਡਾਈਜੈਸਟ ਹੋਊ ਪੇਟ ਦੇ ਵਿੱਚ ਨਾ, ਬ੍ਰੇਕਡਾਊਨ ਹੋਏਗੀ, ਫੇਰ ਹੀ ਖੂਨ ਦੇ ਵਿੱਚ ਜਾਏਗੀ। ਪਰ ਫਿਰ ਓਵਰਆਲ ਤਾਂ ਜਿੱਦਾਂ ਥੋੜੇ ਟਾਈਮ ਦੇ ਬਾਅਦ ਓਵਰ ਦ ਟਾਈਮ ਐਕਿਊਮੂਲੇਟ ਤਾਂ ਹੋਊਗੀ ਨਾ ਤਾਂ ਫਿਰ ਉਹ। ਹਾਂਜੀ ਚਲੋ ਥੋੜੀ ਵੇ ਪਾ ਲਓ ਜੇ ਤੁਹਾਨੂੰ, ਯਾਨੀ ਜਿਹੜੀ ਸ਼ੂਗਰ ਹੈ ਨਾ ਉਹਦਾ ਨਿਊਟ੍ਰੀਸ਼ਨਲ ਵੈਲਿਊ ਕੋਈ ਨਹੀਂ ਹੈ। ਸਿਰਫ ਉਹਦਾ ਨਿਊਟ੍ਰੀਸ਼ਨਲ ਵੈਲਿਊ ਕੋਈ ਨਹੀਂ। ਇਟਸ ਅ ਮੈਟਰ ਆਫ ਟੇਸਟ। ਹੁਣ ਮੈਨੂੰ ਹੋ ਗਿਆ 40 ਸਾਲ ਹੋ ਗਏ ਆ ਕਿ ਵੀ ਮੈਂ ਸ਼ੂਗਰ ਪਾਈ ਨਹੀਂ ਕਰੇ ਕਾਫੀ ਚ ਨਾ ਚਾਹ ਦੇ ਵਿੱਚ। ਨਹੀਂ, ਮੈਂ ਇਹਦਾ ਬਹੁਤ ਇਫੈਕਟ ਦੇਖਿਆ। ਵੈਸੇ ਹੁਣ ਤਾਂ ਮੈਂ 1 ਟੀਸਪੂਨ ਲੈਣੀ ਹੁੰਦੀ ਆ ਇੱਕ ਵੱਡੇ ਕੱਪ ਦੇ ਵਿੱਚ, ਪਰ ਉਹਦੇ ਨਾਲ ਇਹ ਦੇਖਿਆ ਕਿ ਤੁਹਾਡੇ ਦੰਦ ਵਗੈਰਾ ਠੀਕ ਰਹਿੰਦੇ ਆ, ਜਿੱਦਾਂ ਤੁਹਾਡੀ ਐਨੈਮਲ ਆ ਉਹ ਡੈਮੇਜ ਨਹੀਂ ਹੁੰਦੀ, ਹਨਾ। ਮਤਲਬ ਸ਼ੂਗਰ ਏਦਾਂ ਦੀਆਂ ਵੀ ਚੀਜ਼ਾਂ ਕਰਦੀ ਆ, ਕਿਉਂਕਿ ਸਪੈਸ਼ਲੀ ਜਿੱਦਾਂ ਆਪਾਂ ਰਿੰਨ ਕੇ ਪੀਂਦੇ ਸ਼ੂਗਰ, ਉਹ ਕੈਰਮਲਾਈਜ਼ਡ ਹੋ ਜਾਂਦੀ, ਜਿੱਦਾਂ ਜ਼ਿਆਦਾ ਸੰਘਣੀ ਹੋ ਜਾਂਦੀ ਆ, ਹੋਰ ਵੀ ਜਿੱਦਾਂ ਜਲੇਬੀ ਦੇ ਵਿੱਚ ਚਾਸਣੀ ਆ ਜੀ। ਹਾਂਜੀ। ਇਸ ਕਰਕੇ ਲੱਗਦਾ ਆ ਕਿ ਸ਼ੂਗਰ ਨਹੀਂ ਇਫੈਕਟ ਕਰਦੀ। ਮੈਂ ਵੀ ਏਦਾਂ ਹੀ ਪੀਂਦੀ ਸੀ ਭਰ ਕੇ ਜੀ 3 ਟੀਸਪੂਨ ਬੜੀ ਘਟਾਤਾ ਆ। ਚਲੋ ਆਪਣੀ ਮਰਜ਼ੀ ਹੈ, ਜਿਹੜੀ ਬਹੁਤਾ ਟੇਸਟ ਮੈਟਰ ਆਫ ਟੇਸਟ ਆ, ਜਾਨੀ ਕਿ ਨਾ ਟੇਸਟ ਹੀ ਆ ਜੀ, ਯਾਨੀ ਨਿਊਟ੍ਰੀਸ਼ਨਲ ਵੈਲਿਊ ਉਹਦਾ ਕੋਈ ਨਹੀਂ ਹੈਗਾ। ਠੀਕ ਹੈ ਜੀ। ਹਰਵਿੰਦਰ ਕੌਰ ਸੈਣੀ, ਇਹਨਾਂ ਨੇ ਵੀ ਅਨਮਿਊਟ ਕੀਤਾ ਹੈ, ਤੁਸੀਂ ਗੱਲ ਕਰਨੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਨਾ ਇੱਕ ਕੁਐਸਚਨ ਪੁੱਛਣਾ ਸੀਗਾ। ਜਿਹੜੀ ਤੁਸੀਂ ਸ਼ੂਗਰ ਕਹਿੰਦੇ ਆ ਪਈ 6 ਜਿੱਦਾਂ 6 ਤੋਂ 10 ਦੇ ਵਿੱਚ ਠੀਕ ਆ ਉਹ ਜਿਹੜੀ ਆ? ਹਾਂਜੀ, ਮਤਲਬ ਉਹ ਵੈਲ ਕੰਟਰੋਲ ਆ। ਜੇ 10 ਤੋਂ ਥੱਲੇ ਰਹੇਗਾ ਨਾ। ਓਕੇ ਜੀ। ਯਾਨੀ ਜੇ ਤੁਸੀਂ ਟੈਸਟ ਕਰਦੇ ਆ? ਨਹੀਂ ਮੈਂ ਕਰਦੀ ਨਹੀਂ। ਮੈਂ ਇੱਕ ਹੋਰ ਇਹਦੇ ਰਿਲੇਟਿਡ ਇੱਕ ਹੋਰ ਕੁਐਸਚਨ ਪੁੱਛਣਾ ਸੀ। ਲਾਸਟ ਟਾਈਮ ਜਦੋਂ ਡਾਕਟਰ ਨੇ ਮੇਰੀ ਸ਼ੂਗਰ ਉਹ ਹੋਰ ਤਰ੍ਹਾਂ ਕਾਊਂਟ ਕਰਦੇ, ਉਹ ਕਹਿੰਦੇ 48 ਸੀਗੀ। ਆਹ ਠੀਕ ਹੈ। ਮੈਂ ਤੁਹਾਨੂੰ ਇਹ ਚੀਜ਼, ਚਲੋ ਇਹ ਵੀ ਚੰਗਾ ਹੋਇਆ ਕਿ ਹਾਂਜੀ 48 ਦਾ ਉਹਦਾ ਸਮਝ ਨਹੀਂ ਲੱਗੀ ਮੈਨੂੰ, ਉਹਦਾ ਕੀ ਮਤਲਬ? ਮੈਂ ਤੁਹਾਨੂੰ ਸਮਝਾਉਣਾ। 2011 ਤੋਂ ਪਹਿਲਾਂ ਕਹਣਾ। ਹਾਂਜੀ। ਐਂਡ ਸਦਾ ਹੀ ਕਹਣਾ ਬਹੁਤੀਆਂ ਗੱਲਾਂ ਦੀ ਪਿੱਛੇ ਰਿਹਾ। ਉਹ ਜਿਹੜੀ ਹੈਗੀ ਪਹਿਲਾਂ ਹੁੰਦੀ ਸੀ, ਜਿੱਦਾਂ ਹੁਣ ਆਪਾਂ ਕਹਤਾ ਵੀ 4.5 ਹੈ ਜਾਂ 5.5 ਆ। ਹਾਂਜੀ। ਇਹ ਹੁੰਦੀ ਸੀ, ਇਹਨੂੰ ਕਹਿੰਦੇ ਸੀ
CCT measurement ਓਕੇ ਜੀ ਇਹ ਸੀ ਇਦਾਂ ਪਰਸੈਂਟੇਜ ਦੇ ਵਿੱਚ। ਓਕੇ ਜੀ 2011 ਤੋਂ ਬਾਅਦ ਕਿ ਨਾ ਕਿਉਂਕਿ ਫਿਰ ਯੂਰਪ ਦੇ ਵਿੱਚ ਕੀ ਵਰਤਦੇ ਸੀਗੇ ਨਾ ਉਹ ਮਿਲੀ ਮੋ ਪਰ ਮੋਲ ਸੀਗੇ। ਉਹਦੀ ਯੂਨਿਟ ਹੈਗੀ ਆ ICCF। ਉਹ ਜਿਹੜੇ ਫਿਗਰ ਹੈ ਨਾ ਵਰਤਦੇ ਆ। ਇੰਗਲੈਂਡ ਲਾਸਟ ਕੰਟਰੀ ਸੀਗੀ ਜਿਹੜੀ ਇਹ ਫਿਗਰ ਵਰਤਣ ਲੱਗੀ ਆ। ਓਕੇ ਜਿਹੜੀ ਜੇ ਉਹ 48 ਕਹਿੰਦਾ ਆ ਕਿ ਨਾ ਉਹ ਪੁਰਾਣੀ ਪੈਸਿਆਂ ਦੇ ਵਿੱਚ 6.5 ਆ। ਓਕੇ ਜੀ ਓਕੇ ਓਕੇ ਇਸ ਲਈ ਜਿਹੜੀ ਨਾਈਸ ਗਾਈਡ ਹੈ ਨਾ ਗਾਈਡਲਾਈਨ ਆ ਉਹਦੇ ਹਿਸਾਬ ਨਾਲ ਬਹੁਤ ਅੱਛਾ ਕੰਟਰੋਲ ਆ। ਓਕੇ ਜੀ ਓਕੇ ਹਾਂਜੀ ਇਹੋ ਮੈਨੂੰ ਸਮਝ ਨਹੀਂ ਲੱਗੀ ਉਹਨਾਂ ਨੇ ਪਿੱਛੇ ਦਾ ਕਰਾਇਆ ਸੀ ਤਾਂ ਉਹ ਕਹਿੰਦੇ ਸੀ ਸਰਜੀ ਜੀ ਮੈਂ ਹਾਂਜੀ ਕਹਿੰਦੇ 48 ਆ ਸਾਹਮਣੇ ਪਿਆ 48 ਜਿਹੜਾ ਹੈ ਨਾ 6.5 ਆ। ਓਕੇ ਠੀਕ ਹੈ ਜੀ ਮਿਹਰਬਾਨੀ। ਤੇ ਹੁਣ ਇੱਕ ਮਿੰਟ ਠਹਿਰੋ ਜੀ। ਨਿਰਮਲ ਸਿੰਘ ਜੀ ਤੁਸੀਂ ਵੀ ਕੋਈ ਕੁਐਸਚਨ ਪੁੱਛਣਾ ਤਾਂ ਤੁਸੀਂ ਫਿਰ ਅਨਮਿਊਟ ਹੈ। ਹਾਂਜੀ ਨਹੀਂ ਕੋਈ ਪੁੱਛਦਾ ਨਹੀਂ ਜੀ ਬਹੁਤ ਵਧੀਆ ਜੀ ਆਪਾਂ ਬਾਕੀ ਮੇਰਾ ਵਾਂਡੀ ਨੂੰ ਪੁੱਛਣਾ ਸੀ ਕੁਝ ਨਾ ਕੁਝ। ਥੈਂਕ ਯੂ ਜੀ। ਤੇ ਆਪਣੇ ਹਰਨੇਕ ਸਿੰਘ ਜੀ ਤੁਸੀਂ ਕੁਝ ਪੁੱਛਣਾ ਤੁਸੀਂ ਵੀ ਅਨਮਿਊਟ ਹੈ। ਸਤਿ ਸ੍ਰੀ ਅਕਾਲ ਗੁਰਚਰਨ ਸਿੰਘ ਜੀ। ਸਤਿ ਸ੍ਰੀ ਅਕਾਲ ਜੀ ਭਾਜੀ ਤੁਸੀਂ ਇਹ ਦੱਸੋ ਜਿਹੜੀ ਸਵੀਟ ਐਕਸ ਆ ਉਹ ਠੀਕ ਆ ਚਾਹ ਚ ਪਾਉਣੀ ਜਾਂ ਕਿਸੇ ਚੀਜ਼ ਪਾਉਣੀ ਜਾਂ ਕਿ ਉਹ ਵੀ ਹਾਨੀਕਾਰਕ ਆ? ਦੂਜੀ ਗੱਲ ਹਾਂਜੀ ਦੋਨੋਂ ਹੀ ਸੀ। ਹਾਂਜੀ ਜਿਹੜੀ ਸਵੀਟ ਟੈਕਸ ਹੈ ਜਾਂ ਕੋਈ ਵੀ ਹੈ ਇਦਾਂ ਦੇ ਐਡਿਟਿਵ ਹੈਗੇ ਕਿ ਨਾ ਕੋਈ ਨੁਕਸਾਨ ਨਹੀਂ ਹੈ ਕਿਉਂਕਿ ਤੁਸੀਂ ਉਹ ਬਹੁਤ ਥੋੜੀ ਮਾਤਰਾ ਦੇ ਨਾਲ ਹੀ ਉਹ ਵਰਤਦੇ ਆ। ਇੱਕ ਪਾਲੀ ਤੁਹਾਡੇ ਚਾਹ ਕੱਪ ਦੇ ਵਿੱਚ ਉਹਦਾ ਕੋਈ ਨੁਕਸਾਨ ਨਹੀਂ। ਬਸ ਇਹੀ ਪੁੱਛਣਾ ਸੀ ਬਾਕੀ ਦੂਜੀਆਂ ਗੱਲਾਂ ਤਾਂ ਬਾਕੀ ਹੋਰ ਪੁੱਛਾਂਗੇ ਹੁਣ ਜਿੱਦਣ ਪਕੌੜੇ ਖਾਣਾ ਇੱਕਦਮ ਫਿਰ ਉੱਥੇ ਹੀ ਸਾਰਾ ਕੁਝ ਪੁੱਛਾਂਗੇ। ਹਾਂ ਠੀਕ ਹੈ ਠੀਕ ਹੈ ਠੀਕ ਹੈ ਨਾਲ ਗੋਲ ਗੱਪੇ ਵੀ ਮਿਲ ਜਾਣਗੇ। ਠੀਕ ਸਾਰੀਆਂ ਚੀਜ਼ਾਂ ਅੱਜ ਨਾ ਦੱਸੋ ਕਿਉਂਕਿ ਫਿਰ ਤੁਹਾਡੇ ਤੇ ਮੁੜ ਕੇ ਪੈ ਜਾਣੀਆਂ ਇਹ। ਤਾਂ ਹੀ ਮੈਂ ਕਿਹਾ ਵੀ ਅੱਜ ਨਹੀਂ ਸਾਰਾ ਕੁਝ ਪੁੱਛਣਾ। ਹਾਂਜੀ ਅੱਛਾ ਇੱਕ ਕਹਿ ਰਹੀ ਸੀ ਕਿ ਅੱਜ ਕੱਲ ਤਾਂ ਟਰੀ ਤੋਂ ਵੀ ਸ਼ੂਗਰ ਹੋਰ ਵੀ ਕਈ ਤਰ੍ਹਾਂ ਦੀਆਂ ਸ਼ੂਗਰਸ ਆ ਗਈਆਂ ਹੈਗੀਆਂ। ਦੇਸੇ ਕਿ ਹਾਂ ਕਹਿੰਦੇ ਉਹ ਹਾਰਮਫੁਲ ਨਹੀਂ ਹੈ। ਕਾਰੀ ਸ਼ੂਗਰ ਦੱਸਿਆ ਤੁਸੀਂ ਟਰੀ ਜੀ? ਸ਼ੂਗਰ ਮੇਡ ਆਊਟ ਆਫ ਟਰੀ। ਮੈਨੂੰ ਵੀ ਕਿਸੇ ਨੇ ਮੰਗਵਾ ਕੇ ਦਿੱਤੀ ਉਹ ਯੂਜ਼ ਕਰਦੇ ਹੈਗੇ ਆ। ਉਹਦਾ ਲੇਬਲ ਤਾਂ ਮੇਰੇ ਕੋਲ ਹੁਣ ਸ਼ਾਇਦ ਨਹੀਂ ਹੋਣਾ। ਸਟੀਵੀਆ ਕਹਿੰਦੇ ਸਟੀਵੀਆ ਹੁੰਦੀ ਹੈ। ਸਟੀਵੀਆ ਆ ਹਾਂ ਇਹ XYLITOL ਐਕਸਟ੍ਰੀਓਲ। ਅੱਛਾ ਅੱਛਾ ਹਾਂ ਇਹ ਕਹਿੰਦੇ ਕਿ ਮੇਡ ਆਫ ਟਰੀਜ਼ ਇਹਦੇ made from 100% birch tree extract grade ਬਹੁਤ ਇਦਾਂ ਦੇ ਚੀਜ਼ਾਂ ਨਿਕਲੀਆਂ ਆ ਮਾਰਕੀਟ ਦੇ ਵਿੱਚ ਤਾਂ ਬਹੁਤ ਗਾਹਾਂ ਤੇ ਗਾਹਾਂ ਆਈ ਜਾਂਦੀਆਂ। ਚਲੋ ਆਪਣਾ ਧਿਆਨ ਰੱਖੋ ਜੀ ਜਿਹੜਾ ਪੜ੍ਹ ਕੇ ਦੇਖ ਲਿਓ। ਹਾਂਜੀ ਇਹ ਗੁੱਡ ਆ। ਤੇ ਆਪਣੇ ਸਤਿੰਦਰ ਸਿੰਘ ਜੀ ਤੁਸੀਂ ਮੁੜ ਕੇ ਅਨਮਿਊਟ ਹੋਏ ਆ ਤੁਸੀਂ ਕੁਝ ਕਹਿਣਾ? ਤੁਹਾਡੀ ਆਵਾਜ਼ ਨਹੀਂ ਚੰਗੀ ਤਰ੍ਹਾਂ ਆ ਰਹੀ। ਇੱਕ ਵਾਰੀ ਥੋੜਾ ਜਿਹਾ ਕਲੋਜ਼ ਕਰੋ ਮਾਈਕ੍ਰੋਫੋਨ। ਠੀਕ ਹੈ ਹੁਣ? ਹਾਂਜੀ ਹੁਣ ਠੀਕ ਹੈ। ਹਾਂਜੀ ਮੈਨੂੰ ਪੁੱਛਣਾ ਸੀ ਜਿਹੜਾ ਅੰਕਲ ਜੀ ਨੇ ਪ੍ਰੋਟੀਨ ਦੀ ਗੱਲ ਕੀਤੀ ਉਹਦੇ ਚ ਐਗ ਯੈਲੋ ਅੰਡਾ ਸੀ ਵਿਦ ਯੈਲੋ ਖਾ ਸਕਦੇ ਹਾਂ ਇੱਕ ਚੀਜ਼। ਔਰ ਦੂਸਰਾ ਰਾਈਸ ਜਿਹੜੀ ਅਸੀਂ ਇੰਡੀਆ ਚ ਯੂਜੂਅਲੀ ਪੋਲਿਸ਼ਡ ਰਾਈਸ ਹੀ ਮਿਲਦੀ ਹੈ ਵਾਈਟ ਰਾਈਸ ਜਿਹਨੂੰ ਕਹਿੰਦੇ ਹਾਂ ਅਸੀਂ ਉਹ ਕਿੰਨੇ ਪੋਰਸ਼ਨ ਵਿੱਚ ਖਾ ਸਕਦੇ ਹਾਂ? ਜਿਹੜੇ ਦੇ ਅੰਡੇ ਦੀ ਗੱਲ ਹੈ ਕਿ ਨਾ ਅੰਡੇ ਦਾ ਅੰਡੇ ਦਾ ਇਹ ਯੈਲੋ ਦੀ ਬੇਟੇ ਹੈ ਕਿ ਨਾ ਕੋਈ ਨੁਕਸਾਨ ਨਹੀਂ। ਮੈਂ ਸਮਝਦਾ ਤੁਸੀਂ ਕਿੱਥੋਂ ਗੱਲ ਕਰਦੇ ਆ ਕਿ ਵੀ ਉਹਦੇ ਵਿੱਚ ਕੋਲੇਸਟ੍ਰੋਲ ਆ। ਹਾਂਜੀ ਹਾਂਜੀ ਉਹਦੀ ਤਾਂ ਤੁਸੀਂ ਇੱਕ ਕੁਐਸਚਨ ਪੁੱਛਿਆ। ਇਹ ਜਿਹੜਾ ਹੈ ਕਿ ਨਾ ਉਹ ਯੈਲੋ ਬੇਟੇ ਹੈ ਕਿ ਨਾ ਉਹਦਾ ਕੋਈ ਨੁਕਸਾਨ ਨਹੀਂ ਕਿਉਂਕਿ ਉਹ ਬੇਸ਼ੱਕ ਕੋਲੇਸਟ੍ਰੋਲ ਹੀ ਆ। ਉਹ ਹਾਂਜੀ ਐਨੀਮਲ ਫੈਟ ਤੋਂ ਨਹੀਂ ਬਣਿਆ ਆ। ਠੀਕ ਹੈ ਉਹ ਨੈਚੁਰਲ ਆ। ਏਦਾਂ ਹੀ ਪ੍ਰੋਨਸ ਆ ਉਹ ਵੀ ਤੁਸੀਂ ਖਾ ਸਕਦੇ ਆ ਤੇ ਉਹ ਵੀ ਨੈਚੁਰਲ ਫੈਟ ਆ ਉਹਨਾਂ ਵਿੱਚ। ਜਿਹੜਾ ਐਨੀਮਲ ਫੈਟ ਆ ਨਾ ਉਹ ਹਾਰਮਫੁਲ ਆ। ਤੇ ਦੂਸਰਾ ਕੁਐਸਚਨ ਕੀ ਸੀ ਤੁਹਾਡਾ? ਪੋਲਿਸ਼ਡ ਰਾਈਸ ਜਿਹੜੀ ਸਾਡੇ ਇੰਡੀਆ ਵਿੱਚ ਤੁਹਾਨੂੰ ਪਤਾ ਕਿਸ ਤਰ੍ਹਾਂ ਦੀ ਹਾਂਜੀ ਚਾਵਲ ਜਿਹੜੇ ਆਪ ਮੈਨੂੰ ਪਤਾ ਕਿ ਸਾਊਥ ਦੇ ਵਿੱਚ ਤਾਂ ਚੌਲ ਬਥੇਰੇ ਖਾਰੇ। ਮੈਂ ਕੰਨਿਆ ਕੁਮਾਰੀ ਤੇ ਜਾਇਆ ਬਿਲਕੁਲ ਭਰ ਕੇ ਬਹੁਤ ਇੱਥੇ ਵੀ ਇੰਗਲੈਂਡ ਦੇ ਵਿੱਚ ਵੀ ਉਹ ਬਹੁਤ ਚੌਲ ਪਾਉਂਦੇ ਆ। ਪਰ ਜਿਹੜੀ ਅਸੀਂ ਡਾਈਟ ਰეკਮੈਂਡ ਕਰਦੇ ਆ ਕਿ ਨਾ ਉਹ ਤੁਸੀਂ ਕਿਤਾਬ ਦੇ ਵਿੱਚ ਹੈਗਾ ਜਿਹੜੀਆਂ ਕਿੰਨਾ ਪੋਸ਼ਣ ਮਤਲਬ ਹੋਣਾ ਚਾਹੀਦਾ ਵੱਧ ਤੋਂ ਵੱਧ ਤੁਸੀਂ ਇੱਕ ਕੜਛੀ ਕੁ ਨਾ ਤੁਹਾਨੂੰ ਕਿਸੇ ਚੌਲਾਂ ਦੀ ਵਰਤੋਂ
ਬਾਕੀ ਨਾਲ ਤੁਸੀਂ ਵੈਜੀਟੇਬਲ ਵਗੈਰਾ ਲਓ। ਪਰ ਮੈਂ ਕਈ ਵਾਰ ਦੇਖਿਆ ਕਿ ਵੀ ਪਲੇਟ ਚੌਲਾਂ ਦੀ ਭਰੀ ਹੁੰਦੀ ਆ ਤੇ ਗੱਬੇ 3-4 ਚਮਚੇ ਦਾਲ ਦੇ ਪਾਏ ਹੁੰਦੇ ਆ, ਉਹ ਠੀਕ ਨਹੀਂ ਹੈ। ਸਬਜ਼ੀ ਜ਼ਿਆਦਾ, ਦਾਲ ਜ਼ਿਆਦਾ, ਚਾਵਲ ਘੱਟ। ਹਾਂਜੀ, ਜੇ ਹੋ ਸਕੇ ਕਿ ਨਾ ਜਿਹੜੇ ਬਾਸਮਤੀ ਚੌਲ ਆ ਕਿ ਨਾ ਇਹ ਟੈਸਟ ਕੀਤੇ ਗਏ ਆ, ਮਤਲਬ ਕਿ ਨਾ ਇਹਦੀ ਜਿਹੜੀ GI ਆ ਕਿ ਨਾ ਗਲਾਈਸੀਮਿਕ ਇੰਡੈਕਸ ਆ, ਉਹ ਬਹੁਤ ਬੈਟਰ ਆ ਬਾਕੀ ਦੇ ਚੌਲਾਂ ਨਾਲੋਂ। ਓਕੇ ਠੀਕ ਹੈ ਜੀ, ਠੀਕ ਹੈ। ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਮਿਹਰਬਾਨੀ ਜੀ ਸਤਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਤੇ ਅੱਛਾ, ਹੋਰ ਤਾਂ ਹੁਣ ਸਾਡੇ ਨਾਲ ਹੋ ਕੋਈ ਵੀ ਅਨਮਿਊਟ। ਗੁਰਚਰਨ ਸਿੰਘ ਜੀ, ਤੁਸੀਂ ਪਹਿਲਾਂ ਅਨਮਿਊਟ ਸੀਗੇ, ਜੇ ਤੁਸੀਂ ਕੋਈ ਗੱਲ ਕਰਨੀ ਆ ਤਾਂ ਤੁਸੀਂ ਅਨਮਿਊਟ ਹੋ ਕੇ ਕਰ ਲਓ। ਗੁਰਮੁਖ ਸਿੰਘ ਜੀ। ਹਾਂਜੀ, ਹਰੀ ਫਤਿਹ ਜੀ। ਹਾਂਜੀ, ਮੈਂ ਤਾਂ ਜੀ ਮੈਂ ਜਿੰਨੀ ਕਿ ਮੈਂ ਸਮਝਿਆ ਆਪਣੇ ਗੁਰਚਰਨ ਸਿੰਘ ਨੇ ਬਹੁਤ ਧੰਨਵਾਦ ਜੀ। ਤੁਸੀਂ ਇਹੀ ਆ ਵੀ ਨਾ ਕੋਈ ਚੀਜ਼ ਛੱਡੋ, ਨਾ ਕੋਈ ਚੀਜ਼ ਜ਼ਿਆਦਾ ਖਾਵੋ। ਹਾਂ ਬਿਲਕੁਲ। ਤੇ ਨਾਲ ਐਕਸਰਸਾਈਜ਼। ਹਾਂਜੀ, ਐਕਸਰਸਾਈਜ਼ ਹਾਂਜੀ, ਤਾਂ ਹੀ ਮੈਂ ਅਲੋਟਮੈਂਟ ਹੀ ਜਾਣਾ ਆ ਕਰਨ। ਠੀਕ ਹੈ। ਦੇਖੋ ਜੀ, ਤੁਸੀਂ ਨਾਲ ਦੀ ਨਾਲ ਖੇਤੀ ਵੀ ਕਰੀ ਜਾਂਦੇ ਆ, ਜਿਹੜੀ ਤੁਸੀਂ ਗੱਲ ਕੀਤੀ ਸੀ ਜਿਹੜੇ ਖੇਤੀ ਕਰਦੇ ਉਹਨੂੰ ਸਭ ਕੁਝ ਪਚ ਜਾਂਦਾ। ਮੇਰੇ ਕੋਲ ਹੁਣ ਰਿਟਾਇਰ ਹੋਏ ਤੋਂ ਬਾਅਦ ਹੁਣ ਕੋਈ ਤਰੀਕਾ ਨਿਕਲਣਾ ਕੋਈ ਹੋਰ ਹੈਗਾ। ਹਾਂਜੀ, ਪਰ ਇਹਦੇ ਵਿੱਚ ਮੈਂ ਖੁਦ ਕਰੂੰਗਾ, ਜੇ ਆਪਾਂ ਸੰਗਤਾਂ ਦੀ ਫਾਇਦੇ ਲਈ, ਹਾਂਜੀ, ਜਿੱਦਾਂ ਆਪਣੇ ਤਲੋਲ ਸਿੰਘ ਆਪਾਂ ਪਰਸੋਂ ਚੌਥ ਗੁਰਦੁਆਰੇ ਜਾ ਗੇੜਾ ਮਾਰ ਕੇ ਆਏ ਆ ਵੀ ਜਦੋਂ ਕੋਵਿਡ ਆਪਣੇ ਜਦੋਂ ਗੁਰਦੁਆਰੇ ਖੋਲਣੇ ਆ ਵੀ ਕਿੱਧਰ ਦੀ ਅੰਦਰ ਵੜਨਾ। ਹਾਂਜੀ, ਜੇ ਆਪਾਂ ਸੰਗਤਾਂ ਦਾ ਜ਼ਿਆਦਾ ਫਾਇਦਾ ਕਰਨਾ ਹੈ ਵੀ ਆਪਾਂ ਜਿਹੜੇ ਸਾਈਨ ਲਾਉਣੇ ਆ, ਸਾਈਨ ਏਦਾਂ ਹੋਣੇ ਆ ਵੀ ਪਹਿਲਾਂ ਪੂਰੀ ਬਿਲਡਿੰਗ ਦੀ 5 ਵਾਰੀ ਪਰਿਕਰਮਾ ਕੋਈ ਕਰੇ ਤਾਂ ਅੰਦਰ ਵੜਨ ਦੇਣਾ ਆ। ਹਾਂਜੀ, ਤੇ ਲੰਗਰ ਹਾਲ ਨੂੰ ਰਾਹ ਬੰਦੇ ਰੱਖਣਾ। ਘਰੋਂ ਖਾਦਾ ਪਚਾ ਲਓ, ਪ੍ਰਸ਼ਾਦ ਖਾਦਾ 2 ਗੇੜੇ ਹੋਰ ਕੱਢ ਲਓ। ਹਾਂਜੀ, ਤਾਂ ਇਹ ਫਿਰ ਆਪਾਂ ਸੰਗਤ ਜੇ ਕੋਈ ਪੁੱਛੂਗਾ ਭਾਈ ਇਹੀ ਕਹਿਣਾ ਵੀ ਸਾਨੂੰ ਗੁਰਚਰਨ ਸਿੰਘ ਨੇ ਜਿੱਦਾਂ ਦੱਸਿਆ ਵੀ ਸੰਗਤਾਂ ਦੇ ਫਾਇਦੇ ਲਈ ਅਸੀਂ ਇਹ ਸਾਈਨ ਲਾਏ ਹੋਏ ਆ, ਹੁਣ ਤੁਸੀਂ 5 ਵਾਰੀ ਇੱਧਰ ਦੀ ਲੰਘਿਓ ਤੇ ਫਿਰ ਅੰਦਰ ਵੜਨਾ ਜੀ। ਸਹੀ ਗੱਲ ਹੈ, ਸਹੀ ਗੱਲ ਜੀ। ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਖਿਆਲ ਹੁਣ ਆਪਾਂ ਇੱਥੇ ਸਮਾਪਤੀ ਕਰਦੇ ਹਾਂ, ਕਿਉਂਕਿ 3:45 ਦਾ ਹੋ ਗਿਆ ਜੀ। ਅਸੀਂ ਜਿੱਦਾਂ ਮਤਲਬ ਏਦਾਂ ਐਕਸਪੈਕਟ ਨਹੀਂ ਸੀ ਕੀਤਾ ਵੀ ਸ਼ਾਇਦ ਇੰਨਾ ਲੰਮਾ ਟਾਈਮ ਹੋ ਜਾਊਗਾ। ਅਸੀਂ ਤਾਂ ਏਦਾਂ ਸੋਚਿਆ ਸ਼ਾਇਦ ਵੀ ਤੁਹਾਨੂੰ ਵੀ ਤੇ ਨੀਨਾ ਜੀ ਨੂੰ ਵੀ ਆਪਾਂ ਟਰਾਈ ਕਰਾਂਗੇ ਦੋਹਾਂ ਨੂੰ। ਮੈਂ ਕੋਸ਼ਿਸ਼ ਕੀਤੀ ਤਲੋਜ ਸਿੰਘ ਜੀ ਥੋੜਾ ਜਿਹਾ ਬਾਕੀ ਵੀਕਾਂ ਕਿ ਨਾ ਜਿਹੜਾ ਕੋਰਸ ਜਿੱਦਾਂ ਡਿਜ਼ਾਈਨ ਕੀਤਾ ਹੈ ਕਿ ਨਾ week 1 week 2 week 3 4 5 6 ਹਫ਼ਤਿਆਂ ਦਾ ਹੁੰਦਾ ਹੈ। ਤੇ ਉਹਦੇ ਵਿੱਚੋਂ ਮੈਂ ਥੋੜਾ ਜਿਹੜਾ ਐਪਲ ਤੇ ਦੂਸਰਾ ਹੈਗਾ ਇਹ ਵੀਕ 10 ਦੇ ਵਿੱਚ ਆਉਂਦਾ ਹੈ ਕਿ ਵੀ ਕਿਦਾਂ ਨੈਕਸਟ ਵੀਕ ਜਿਹੜੀ ਹੁੰਦੀ ਆ ਉਹ ਡਾਇਟ ਦੇ ਉੱਪਰ ਆਉਂਦੀ ਆ, ਫਿਰ ਵੀਕ 4 ਕੰਪਲਿਕੇਸ਼ਨ ਦੇ ਉੱਪਰ ਆਉਂਦੀ ਆ। ਹੁਣ ਅੱਜ ਯਾਨੀ ਇਹਦੇ ਵਿੱਚ ਘੰਟੇ ਦੇ ਵਿੱਚ ਆਪਾਂ ਕਈ ਕੁਝ ਕਵਰ ਕਰ ਲਿਆ। ਠੀਕ ਹੈ ਜੀ। I hopefully ਯਾਨੀ ਕਿ ਤੁਹਾਨੂੰ ਕੋਈ ਨਾ ਕੋਈ ਬੈਨੀਫਿਟ ਮਿਲਿਆ ਹੋਵੇ ਇਹਦੇ ਵਿੱਚੋਂ। ਮੈਂ ਤਾਂ ਬਹੁਤ ਹੈ ਜੀ, ਜਿੱਦਾਂ ਤੁਸੀਂ ਐਕਸਪਲੇਨ ਕੀਤਾ ਉਹਦੇ ਮੁਤਾਬਕ ਕਈਆਂ ਚੀਜ਼ਾਂ ਦਾ ਪਤਾ ਲੱਗਾ ਵੀ ਕੀ ਕੁਝ ਕਰਨਾ ਚਾਹੀਦਾ, ਕੀ ਕੁਝ ਨਹੀਂ ਕਰਨਾ ਚਾਹੀਦਾ। ਠੀਕ ਹੈ ਜੀ। ਤੇ ਬਾਕੀ ਮੈਂ ਇਹ ਜਿੱਦਾਂ ਬੇਨਤੀ ਪਹਿਲਾਂ ਕੀਤੀ ਸੀਗੀ ਵੀ ਆਪਣੇ ਡਾਕਟਰ ਦੇ ਕੋਲੋਂ ਤੁਸੀਂ ਜ਼ਰੂਰ ਚੈੱਕ ਕਰਵਾਓ। ਮੇਕ ਸ਼ੋਰ ਕਿ ਜੇ ਥੋੜੀ ਬਹੁਤੀ ਸਿੰਪਟਮ ਜੇ ਤੁਹਾਨੂੰ ਇਦਾਂ ਨਜ਼ਰ ਆਉਂਦੇ ਆ ਤਾਂ ਤੁਸੀਂ ਆਪਣੇ ਡਾਕਟਰ ਦੇ ਕੋਲੋਂ ਤੁਸੀਂ ਜਾ ਕੇ ਜ਼ਰੂਰ ਚੈੱਕ ਕਰਾਓ। ਕਈ ਵਾਰੀ ਨਹੀਂ ਪਤਾ ਲੱਗਦਾ, ਜਿੱਦਾਂ ਗੁਰਚਰਨ ਸਿੰਘ ਜੀ ਨੇ ਵੀ ਕਿਹਾ ਕਿ ਮਮ ਨੂੰ ਚੈੱਕ ਕਰਾਉਣ ਗਏ ਤਾਂ ਇਹਨਾਂ ਦੇ ਵੀ ਚੈੱਕ ਹੋ ਗਿਆ ਤਾਂ ਪਤਾ ਲੱਗਾ ਵੀ ਇਹਨਾਂ ਦੇ ਹੋਏ ਸੀ। ਇਹਦਾ ਮਤਲਬ ਨਹੀਂ ਪਤਾ ਲੱਗਦਾ ਵੀ ਤੁਹਾਨੂੰ ਹੈ ਜਾਂ ਨਹੀਂ ਹੈ। ਵੀ ਓਵਰ 40 ਤਾਂ ਵੈਸੇ ਵੀ ਚੈੱਕ ਕਰਵਾ ਲੈਣੀ ਚਾਹੀਦੀ। ਅੱਜ ਕੱਲ੍ਹ ਸਿਸਟਮ ਵੀ ਏਦਾਂ ਦਾ ਬਣਿਆ ਹੈ, ਉਹ ਚੈੱਕ ਕਰ ਹੀ ਦਿੰਦੇ ਆ। ਤਲੋਜ ਸਿੰਘ ਜੀ ਸਿਆਣੇ ਬੰਦਿਆਂ ਨੂੰ ਯਾਨੀ ਚੈੱਕ ਕਰਾਉਣਾ, ਕਿਉਂਕਿ ਇੱਕ ਅਸੀਂ ਕਿ ਨਾ ਸਾਡੇ ਸਮਾਜ ਦੇ ਵਿੱਚ ਕੀ ਆ ਕਿ ਅਸੀਂ ਇੱਕ ਇਹ ਸੋਸ਼ਲ ਸਟਿਗਮਾ ਜਿਹਾ ਸਮਝਣ ਲੱਗ ਪੈਂਦੇ ਆ। ਇਸ ਲਈ ਯਾਨੀ ਕਿ ਨਾ ਇਸ ਚੀਜ਼ ਤੋਂ ਪਰੇ ਹਟ ਕੇ ਕਿ ਨਾ ਤੁਹਾਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਕਿ ਵੀ ਮੈਂ ਟੈਸਟ ਕਰਾਵਾਂ ਕਿ ਵੀ ਜੇ ਸ਼ੂਗਰ ਹੋਈ ਠੀਕ ਹੈ, ਟੈਸਟ ਕੀਤੇ ਤੇ ਕੋਈ ਬੁਖਾਰ ਤਾਂ ਹੀ ਨਹੀਂ ਹੈ। ਪਰ ਅਸੀਂ ਇਸ ਚੀਜ਼ ਤੋਂ ਡਰਦੇ ਕਿ ਡਾਕਟਰ ਦੇ ਜਾਣ ਤੋਂ ਬੰਦੇ ਡਰਦੇ ਆ ਕਿ ਵੀ ਮੇਰੇ ਕੋਈ ਬਿਮਾਰੀ ਨਾ ਨਿਕਲਿਆ ਹੋਵੇ। ਆਹੀ ਡਰ ਆ ਜੀ, ਇਹੀ ਡਰ ਆ ਮੇਨ ਚੀਜ਼ ਤੁਹਾਨੂੰ ਰੋਕਦਾ ਹੈ ਉੱਥੇ ਜਾਣ ਨੂੰ। ਜੇ ਨਿਕਲਿਆ ਤਾਂ ਫੇਰ ਗਾਹਾਂ ਕੀ ਹੋਊਗਾ, ਫੇਰ ਉਹ ਡਰ। ਹਾਂਜੀ, ਬੈਟਰ ਇਹ ਹੈ ਵੀ ਜੇ ਚੈੱਕ ਕਰਵਾ ਲਓ ਤਾਂ ਘੱਟੋ ਘੱਟ ਉੱਥੇ ਤਾਂ ਰੁਕ ਜਾਊਗੀ, ਨਹੀਂ ਤਾਂ ਫਿਰ ਗਾਹਾਂ ਤੇ ਗਾਹਾਂ ਵੱਧਦੀ ਪਤਾ ਨਹੀਂ ਕਿੱਥੇ ਤੱਕ ਪਹੁੰਚਣੀ, ਫੇਰ ਟੂ ਲੇਟ ਹੋ ਜਾਣਾ। ਬਿਲਕੁਲ। ਹਾਂਜੀ, ਸੋ ਇੱਥੇ ਆਪਾਂ ਸਮਾਪਤੀ ਕਰਦੇ ਹਾਂ ਜੀ। ਨੀਨਾ ਜੀ ਤੁਹਾਡੇ ਕੋਲੋਂ ਆਪਾਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਵੀ ਅੱਜ ਜਿਹੜਾ ਪ੍ਰੋਗਰਾਮ ਜਿਸ ਤਰ੍ਹਾਂ ਕੀਤਾ ਸੀਗਾ ਨਾ ਉਸ ਹਿਸਾਬ ਨਾਲ ਗੱਲ ਨਹੀਂ ਬਣੀ, ਪਰ ਆਪਾਂ ਫੇਰ ਤੁਹਾਡੇ ਕਿਸੇ ਦਿਨ ਹੋਰ ਆਪਾਂ ਜ਼ਰੂਰ ਰੱਖਣਾ ਜੀ। ਲਾ ਲਾਂਗੇ ਵਿੱਚ ਇੱਕ ਦਿਨ, ਫਿਰ ਨੀਨਾ ਨੂੰ ਦੇਾਂਗੇ। ਹਾਂਜੀ ਬਿਲਕੁਲ। ਇੱਕ ਸਕਿੰਟ ਨੀਨਾ ਜੀ, 1 ਸਕਿੰਟ ਤੁਸੀਂ ਆਪਣਾ ਅਨਮਿਊਟ ਕਰਕੇ ਥੋੜਾ ਜਿਹਾ ਕਰ ਲਓ। ਨਹੀਂ, ਮੈਂ ਕਹਿ ਰਹੀ ਸੀਗੀ ਕਿ ਬਿਫੋਰ ਯੂ ਗੋ ਟੂ ਦ ਹਸਪੀਟਲ ਐਂਡ ਡਾਕਟਰ, ਅਗਰ ਤੁਹਾਡੀ ਫੈਮਿਲੀ ਦੇ ਵਿੱਚ ਡਾਇਬੀਟੀਜ਼ ਹੈਗੀ ਹੈ
ਅਗਰ ਤੁਹਾਨੂੰ ਭੁੱਖ ਜ਼ਿਆਦਾ ਲੱਗ ਰਹੀ ਹੈ, ਅਗਰ ਤੁਹਾਨੂੰ ਪਿਆਸ ਜ਼ਿਆਦਾ ਲੱਗ ਰਹੀ ਹੈ, ਅਗਰ ਤੁਸੀਂ ਘੜੀ ਘੜੀ ਪਿਸ਼ਾਬ ਕਰਨ ਜਾ ਰਹੇ ਹੋ, ਤੇ ਤੁਸੀਂ ਮਲਟੀਸਟਿਕਸ ਕੈਮਿਸਟ ਦੇ ਕੋਲ ਲੈ ਕੇ ਖੁਦ ਪਹਿਲਾਂ ਟੈਸਟ ਕਰੋ ਬਿਫੋਰ ਯੂ ਜੰਪ ਐਂਡ ਗੋ ਟੂ ਦ ਜੀਪੀ। ਤੁਹਾਨੂੰ ਉੱਥੇ ਪਤਾ ਲੱਗ ਜਾਏਗਾ ਤੁਹਾਡੇ ਸ਼ੂਗਰ ਹੈਗੀ। ਇਟਸ ਵੈਰੀ ਵੈਰੀ ਕਲੀਅਰ ਐਂਡ ਈਜ਼ੀ ਹਾਊ ਟੂ ਡੂ ਦੈਟ। ਮਲਟੀਸਟਿਕਸ ਤੁਸੀਂ ਆਪਣੇ ਕੈਮਿਸਟ ਤੋਂ ਜਾ ਕੇ ਬਾਏ ਕਰ ਸਕਦੇ ਹੋ। ਤੁਸੀਂ ਪ੍ਰਾਈਵੇਟਲੀ ਜਾਨੀ ਆਪ ਚੈੱਕ ਕਰ ਸਕਦੇ ਆ ਕਿ ਤੁਹਾਨੂੰ ਕੁਝ ਹੈ ਜਾਂ ਨਹੀਂ। ਪਹਿਲਾਂ ਤੁਸੀਂ ਆਪ ਚੈੱਕ ਕਰੋ ਤੁਹਾਨੂੰ ਸਿੰਪਟਮਸ ਹੈਗੇ ਆ। ਇੱਕ ਤੇ ਤੁਹਾਡੀ ਫੈਮਿਲੀ ਹਿਸਟਰੀ ਹੈ, that is indication. Secondly, ਤੁਹਾਨੂੰ ਭੁੱਖ ਜ਼ਿਆਦਾ ਲੱਗ ਰਹੀ ਹੈ, ਤੁਹਾਨੂੰ ਪਿਆਸ ਜ਼ਿਆਦਾ ਲੱਗ ਰਹੀ ਹੈ, ਤੁਹਾਨੂੰ ਪਿਸ਼ਾਬ ਜ਼ਿਆਦਾ ਆ ਰਿਹਾ ਹੈ, ਤੁਹਾਡਾ weight ਘਟ ਰਿਹਾ ਹੈ। ਅਗਰ ਤਾਂ ਤੁਸੀਂ ਯੰਗ ਬੱਚੇ ਹੈਗੇ ਉਹਨਾਂ ਦਾ weight ਘਟੇਗਾ ਤੇ ਉਹਦੇ ਤੋਂ ਤੁਸੀਂ ਪਤਾ ਕਰ ਸਕਦੇ ਹੋ। ਅਗਰ ਫੈਮਿਲੀ ਦੇ ਹਿਸਟਰੀ ਹੈਗੇ ਤੇ ਬੱਚੇ ਨੂੰ ਇਹ ਸਿੰਪਟਮਸ ਹੈਗੇ ਹੈ ਤੇ he's got juvenile diabetes which is very serious, ਤੇ ਉਹ ਇਨਸੂਲਿਨ ਨਾਲ ਟ੍ਰੀਟਮੈਂਟ ਹੋ ਸਕਦੀ ਹੈ। ਬੱਚਿਆਂ ਨੂੰ ਟੈਬਲੇਟਸ ਨਹੀਂ ਚੱਲ ਸਕਦੀਆਂ। The grown up people can have insulin or they can have tablets. ਠੀਕ ਹੈ। So it's very important ਜਿਨ੍ਹਾਂ ਦੇ ਘਰ ਦੇ ਚ ਆਲਰੇਡੀ ਹੈਗੀ ਹੈ ਤੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੇ ਸਿੰਪਟਮਸ ਹੈਗੇ ਹੈ ਤੇ ਉਹ ਸਟ੍ਰੇਟ ਅਵੇ ਪਹਿਲਾਂ ਤੇ ਆਪ ਟੈਸਟ ਕਰਨ ਘਰ ਬੈਠ ਕੇ, ਉਹਦੇ ਬਾਅਦ ਜੀਪੀ ਦੇ ਕੋਲ ਜਾਣ। ਠੀਕ ਹੈ ਜੀ, ਮਿਹਰਬਾਨੀ ਜੀ ਤੁਹਾਡੀ ਵੀ। ਤੇ ਆਪਾਂ ਨੈਕਸਟ ਵੀਕ ਸਮਟਾਈਮ ਜਾਂ ਕਿਸੇ ਦਿਨ ਆਪਣਾ ਥੋੜਾ ਜਿਹਾ ਟਾਈਮ ਕੱਢ ਕੇ ਤੁਹਾਡੇ ਕੋਲ ਤੁਹਾਨੂੰ ਵੀ ਬੇਨਤੀ ਕਰਾਂਗੇ, ਆਪਾਂ ਥੋੜਾ ਗੱਲ ਕਰ ਲਵਾਂਗੇ ਤੇ ਤੁਹਾਨੂੰ ਕਿੰਨਾ ਟਾਈਮ ਲੱਗਣਾ ਤੇ ਉਹਦੇ ਮੁਤਾਬਕ ਆਪਾਂ ਗਾਹਾਂ ਗੱਲ ਕਰਾਂਗੇ ਜੀ। ਤੇ ਹਰਨੇਕ ਸਿੰਘ ਜੀ ਤੁਸੀਂ ਅਨਮਿਊਟ ਹੈ, ਤੁਸੀਂ ਗੱਲ ਕਰਨ ਨੂੰ ਤਾਂ ਨਹੀਂ ਅਨਮਿਊਟ? ਨਹੀਂ ਬਸ ਕੋਈ ਗੱਲ ਨਹੀਂ। ਠੀਕ ਹੈ ਜੀ। ਇੱਕ ਲਾਸਟ ਕੁਐਸਚਨ ਪੁੱਛਣਾ ਸੀਗਾ ਜੀ। ਅੱਛਾ ਜੀ। ਗੁਰਚਰਨ ਸਿੰਘ ਜੀ ਤੁਸੀਂ ਦੱਸਿਆ ਸੀਗਾ ਵੀ ਇਹ ਇੱਕ ਐਡਵਾਂਸਡ ਕੋਰਸ ਹੈਗਾ ਜਿਹੜਾ ਡਾਇਬੀਟੀਜ਼ ਦੇ ਬਾਰੇ, ਗ੍ਰੈਨਿਚ ਵਾਲਿਆਂ ਨੂੰ ਵੀ ਓਪਨ ਹੈਗਾ। ਇਹਦੇ ਲਈ ਕਿਸ ਨੂੰ ਅਪਰੋਚ ਕਰਨਾ ਪੈਂਦਾ? ਆਪਣੇ ਜੀਪੀ ਦੇ ਜੀਪੀ ਤਾਂ ਆਟੋਮੈਟਿਕਲੀ ਰੈਫਰ ਕਰਦੇ ਆ। ਇਹ ਆਨਲਾਈਨ ਵੀ ਬੁਕਿੰਗ ਹੋ ਜਾਂਦੀ ਹੈ ਇਸ ਕੋਰਸ ਦੀ, ਐਕਸਪਰਟ ਲਿਖਿਆ। ਹਾਂਜੀ, ਉਹਦਾ ਲਿੰਕ ਮੈਨੂੰ ਫਾਰਵਰਡ ਕਰ ਦੋਗੇ ਪਲੀਜ਼? ਮੈਂ ਕਰ ਦਾਂਗਾ। ਹਾਂਜੀ, ਥੈਂਕ ਯੂ ਜੀ। ਤੇ ਨਹੀਂ ਤਾਂ ਜੀਪੀ ਤੁਹਾਨੂੰ ਨਹੀਂ ਚਾਹੀਦਾ ਹੈ ਕਿ ਜੀਪੀ ਆਟੋਮੈਟਿਕਲੀ ਰੈਫਰ ਤੁਹਾਨੂੰ ਕਰੇ। ਠੀਕ ਹੈ ਜੀ। ਅਸਲ ਵਿੱਚ ਮੇਰੀ ਕੰਟਰੋਲ ਚ ਸੀ, ਪਤਾ ਨਹੀਂ ਤਾਂ ਦਾਨ ਹੀ ਕੀਤਾ ਹੋਣਾ, ਨਹੀਂ ਤਾਂ ਉਹ ਮੇਰਾ ਡਾਕਟਰ ਇਜ਼ ਵੈਰੀ ਹੈਲਪਫੁਲ। ਤੇ ਸਾਰਾ ਨੈਕਸਟ ਟਾਈਮ ਜਾਉਂਗੇ ਉਹਨੂੰ ਕਿ ਮੈਂ ਐਕਸਪਰਟ ਦਾ ਕੋਰਸ ਕਰਨਾ ਚਾਹੁੰਦਾ ਆ, ਠੀਕ ਹੈ ਜੀ, ਵੈਕਸਲੀ ਦੇ ਵਿੱਚ ਜਾਣਾ ਚਾਹੁੰਦਾ, ਉੱਥੇ ਮੈਂ ਕਰ ਲਾਂਗਾ। ਠੀਕ ਹੈ ਜੀ, ਥੈਂਕ ਯੂ ਜੀ। ਮਿਹਰਬਾਨੀ ਜੀ ਜੱਸਰ ਸਾਹਿਬ, ਤੁਹਾਡੇ ਵੀ ਮਿਹਰਬਾਨੀ। ਮੋਹਰ ਸਿੰਘ ਜੀ ਤੁਸੀਂ ਵੀ ਸਾਡੇ ਨਾਲ ਜੁੜੇ ਹੋਏ ਆ ਜੇ ਵੀ ਤੁਹਾਡਾ ਬਹੁਤ ਥੈਂਕ ਯੂ। ਤੇ ਅਸੀਂ ਜਿਸ ਹਿਸਾਬ ਨਾਲ ਆਪਾਂ ਪ੍ਰੋਗਰਾਮ ਬਣਾਇਆ ਸੀਗਾ, ਕਿਉਂਕਿ ਕਰਕੇ ਪਤਾ ਲੱਗਦਾ ਜੀ ਵੀ ਕਿੱਦਾਂ ਚੱਲਣਾ ਜਾਂ ਕਿੱਦਾਂ, ਤੇ ਐਕਸਪੈਕਟ ਨਹੀਂ ਸੀ ਕੀਤਾ ਵੀ ਇੰਨਾ ਲੰਮਾ ਟਾਈਮ ਹੋ ਜਾਓ। ਪਰ ਕਿ ਜਿਹੜੀਆਂ ਗੱਲਾਂ ਸ਼ੁਰੂ ਕਰਦੇ ਆ, ਜਿੱਦਾਂ ਇਹਨਾਂ ਨੇ ਕਿਹਾ ਵੀ 6 ਹਫ਼ਤੇ ਦਾ ਪ੍ਰੋਗਰਾਮ ਜੇ ਹੁਣ 1 ਹਫ਼ਤੇ ਦੇ ਵਿੱਚ ਤੁਸੀਂ ਕਰਨਾ ਚਾਹੋ ਤਾਂ ਉਹਨਾਂ ਲਈ ਵੀ ਨਵਾਂ ਹੀ ਆ। ਏਦਾਂ ਮਤਲਬ ਸਾਰਿਆਂ ਲਈ ਨਵੀਂ ਗੱਲ ਆ। ਇੱਥੇ ਸਕਰੀਨ ਤੇ ਗੱਲ ਕਰਨੀ ਜਾਂ ਮਤਲਬ ਇਨ ਹਾਊਸ ਗੱਲ ਕਰਨੀ ਉਹ ਵੱਖਰੀ ਹੁੰਦੀ ਆ। ਪਰ ਫਿਰ ਵੀ ਮੋਹਰ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੁੜਨ ਦਾ। ਤੇ ਆਪਾਂ ਮੰਡੇ ਨੂੰ ਫਿਰ ਏਦਾਂ ਹੀ ਕਲਾਸ ਲਾਉਣੀ ਆ। ਤੇ ਸਾਰੀ ਸੰਗਤਾਂ ਨੂੰ ਬੇਨਤੀ ਆ ਵੀ ਸੋਮਵਾਰ, ਕੱਲ ਨੂੰ ਛੁੱਟੀ ਆ ਜੀ, ਕੱਲ ਨੂੰ ਛੁੱਟੀਆਂ ਮਨਾਓ ਤੇ ਸੋਮਵਾਰ ਨੂੰ ਆਪਾਂ ਮੁੜ ਕੇ ਫਿਰ ਏਦਾਂ ਹੀ ਆਉਣਾ ਜੀ ਇਸੇ ਕਲਾਸ ਦੇ ਵਿੱਚ। ਤਾਂ ਅਸੀਂ ਜਪਜੀ ਸਾਹਿਬ ਜੀ ਦੀ ਕਥਾ ਸ਼ੁਰੂ ਕਰਨੀ ਹੈ ਮੋਹਰ ਸਿੰਘ ਜੀ ਨੇ, ਤੇ ਉਹਦੇ ਨਾਲ ਫਿਰ ਹੋਰ ਜੋ ਵੀ ਪਲਾਨ ਹੋਊਗੀ ਤੁਹਾਨੂੰ ਦੱਸ ਦਿੱਤੀ ਜਾਊਗੀ। ਤੇ ਹੁਣ ਸਾਰਿਆਂ ਦਾ ਬਹੁਤ ਧੰਨਵਾਦ ਜੀ। ਤੇ ਉਮੀਦ ਤਾਂ ਬੜੀ ਹੈ ਜੀ ਵੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਊਗਾ। ਜੇ ਇਹਦੇ ਵਿੱਚ ਕੋਈ ਗੱਲਬਾਤ ਤੁਹਾਨੂੰ ਚੰਗੀ ਲੱਗੀ ਆ ਉਹਨੂੰ ਕੋਲ ਰੱਖ ਲਿਓ, ਉਹਨੂੰ ਵਰਤ ਲਿਓ, ਤੇ ਜੇ ਕੋਈ ਨਹੀਂ ਚੰਗੀ ਲੱਗੇ ਸਾਨੂੰ ਵਾਪਸ ਦੇ ਦਿਓ, ਅਸੀਂ ਰੱਖ ਲਵਾਂਗੇ ਆਪ। ਹਾਂਜੀ, ਤੇ ਗੁਰਚਰਨ ਸਿੰਘ ਜੀ ਦਾ ਵੀ ਬਹੁਤ ਧੰਨਵਾਦ। ਤੇ ਜੇ ਕੋਈ ਹੋਰ ਕੋਈ ਕੁਐਸਚਨ ਹੋਇਆ ਤਾਂ ਆਪਾਂ ਫਿਰ ਫਿਊਚਰ 'ਚ ਡੀਲ ਕਰਵਾਂਗੇ ਜੀ। ਹਾਂਜੀ ਬਿਲਕੁਲ, ਕਰੇ ਪੁੱਛ ਲਿਓ ਜੇ ਕਰੇ ਕੋਈ ਵੀ ਜ਼ਰੂਰਤ ਹੋਈ। ਠੀਕ ਹੈ ਜੀ, ਸੋਮਵਾਰ ਨੂੰ ਆਪਾਂ 2 ਵਜੇ ਫਿਰ ਜੁੜਨਾ ਜੀ ਮੁੜ ਕੇ। ਹੈਵ ਏ ਗੁੱਡ ਵੀਕਐਂਡ ਤੇ ਕਮ ਬੈਕ ਔਨ ਮੰਡੇ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।